ਭਗਤੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਪ੍ਰਭਮੀਤ ਸਿੰਘ ਜੀ, ਮੋਹਾਲੀ ਤੋਂ ਸਬਦੀਸ਼ ਜੀ ਅਤੇ ਫਰੀਦਾਬਾਦ ਤੋਂ ਸਾਡੇ ਨਾਲ ਜੁੜ ਰਹੇ ਨੇ ਗੁਰਮੀਤ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ। ਥੈਂਕ ਯੂ ਜੀ। ਡਿਬੇਟ ਨੰਬਰ ਗੱਲ 'ਚ ਇੱਕ ਅਹਿਮ ਮੁੱਦਾ ਡਿਸਕਸ ਕਰਾਂਗੇ, ਖਾਸ ਕਰਕੇ ਕਰਪਸ਼ਨ ਤੋਂ ਰਿਲੇਟਡ ਇਹ ਮੁੱਦਾ ਤੇ ਉਸ ਪੋਲੀਟੀਕਲ ਪਾਰਟੀ ਜੋ ਕਿ ਕਰਪਸ਼ਨ ਐਂਟੀ ਕਰਪਸ਼ਨ ਦੀ ਇੱਕ ਮੁਹਿੰਮ ਦੇ ਨਾਲ ਉਜਾਗਰ ਹੋਈ ਸੀ ਤੇ ਦੇਖਦੇ ਦੇਖਦੇ ਕੁਝ ਦਿਨਾਂ 'ਚ ਦਿੱਲੀ ਦੀ ਸੱਤਾ ਦੇ ਵਿੱਚ ਇਸ ਪਾਰਟੀ ਨੇ ਵੱਡੀ ਬਹੁਮਤ ਲੈ ਕੇ ਸਰਕਾਰ ਬਣਾਈ। ਦੇਖਾਂਗੇ ਕਿਸ ਤਰ੍ਹਾਂ ਪਿਛਲੇ ਲਗਭਗ 1.5 ਸਾਲ ਤੋਂ 18 ਮਹੀਨੇ ਤੋਂ ਇਸ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਨੇ ਜਿਹੜੇ ਗੱਲਾਂ ਇਹ ਆਮ ਆਦਮੀ ਪਾਰਟੀ ਜਿਹੜੇ ਸਿਸਟਮ ਚੇਂਜ ਕਰਨ ਦੀਆਂ ਗੱਲਾਂ ਕਰਦੀ ਸੀ, ਕਿਸ ਤਰ੍ਹਾਂ ਇਹ ਪੋਲੀਟੀਕਲ ਪਾਰਟੀ ਉਹੀ ਭਾਈ ਭਤੀਜਾਵਾਜ ਅਤੇ ਉਹ ਸਭ ਚੀਜ਼ਾਂ ਨੂੰ ਵਾਧਾ ਦੇ ਰਹੀ ਆ। ਡਿਬੇਟ ਨੰਬਰ 2 ਚ ਕੁਝ ਅਹਿਮ ਮੁੱਦੇ ਪੰਜਾਬ ਤੋਂ ਰਿਲੇਟਡ ਡਿਸਕਸ ਕਰਾਂਗੇ। ਫਾਰਮਰ ਇਸ਼ੂਜ਼ ਫਾਰਮਰ ਲੋਨ ਵੇਵਰ ਦੀ ਗੱਲ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਆ, ਖਾਸ ਕਰਕੇ ਜਦੋਂ ਤੋਂ उत्तर प्रदेश के चीफ मिनिस्टर योगी आदित्यनाथ ने फार्मर्स के किसानों के लोन 1 लाख तो घट जो लोन ने वो वेव करते ने उन्होंने। उस तो बाद पंजाब की राजनीति दे विच भी बार बार अपोजिशन चाहे अकाली दल होवे चाहे आम आदमी पार्टी होवे किते ना किते अमरिंदर सिंह उत्ते प्रेशर पाके रखिया सी कि किसानों के लोन वेव किए जान, किसानों के कर्जे जो कि कांग्रेस पार्टी का एक मैनीफेस्टो किया गया वादा भी सी। डिबेट नंबर 1 शुरू करते हैं, गलबात शुरू करते हैं दिल्ली की राजनीति आम आदमी पार्टी तो। आम आदमी पार्टी जो असीं सारे ही जानते हैं कि करप्शन की मुहिम तो बनी है पार्टी, वेखते वेखते ही दिल्ली विच पूर्ण बहुमत रह के हिस्टोरिकल जित दे नाल सरकार बनाई। पंजाब दे विच भी इस पार्टी ने अपने पैर फसारन की कोशिश की पर नाकामयाब रही। ਜਦੋਂ ਤੋਂ ਇਹ ਪਾਰਟੀ ਹੋਂਦ ਵਿੱਚ ਆਈ ਆ ਉਦੋਂ ਤੋਂ ਇੱਕ ਗੱਲ ਤੇ ਸਾਫ਼ ਆ ਕਿ ਕਿਤੇ ਨਾ ਕਿਤੇ ਐਂਟੀ ਕਰਪਸ਼ਨ ਜੋ ਮੂਵਮੈਂਟ ਚਲਾਈ ਸੀ ਉਸ ਮੂਵਮੈਂਟ ਨੂੰ ਅਜੇ ਤੱਕ ਇਹ ਪਾਰਟੀ ਚਲਾਉਣ ਦੇ ਦਾਅਵੇ ਕਰ ਰਹੀ ਆ, ਅਜੇ ਤੱਕ ਆਪਣਾ ਦਾਮਨ ਪਾਕ ਸਾਫ਼ ਹੈ, ਇਹ ਦਾਅਵੇ ਪੇਸ਼ ਕਰ ਰਹੀ ਆ। ਪਰ ਸੱਚਾਈ ਕੀ ਆ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ, ਜਿਹੜੇ ਸਿਧਾਂਤਾਂ ਤੇ ਪਾਰਟੀ ਬਣੀ ਸੀ, ਕਿ ਇਹ ਪਾਰਟੀ ਅਜੇ ਵੀ ਉਸ ਸਿਧਾਂਤਾਂ ਤੇ ਖੜੀ ਆ। ਥੋੜੇ ਚਿਰ ਪਹਿਲਾਂ मेरे कुछ ऑडियो नॉइज आ रही है, मैं टेक्निकल टीम में कहूंगा प्लीज मैंने कुछ अननेसेसरी ऑडियो नॉइज आ रही है, प्लीज चेक करन। थोड़े चिर पहला ही जे असी तुहानू चेता होवे ते एलजी लेफ्टिनेंट गवर्नर ने एक 3 मैंबर दी कमेटी लगभग 404 फाइलां चेक करने वास्ते लाई सी। उस कमेटी ने अपनी रिमोट एलजी नू पंजाब दी इलैक्शन तो पहला सबमिट करती सी। काफ़ी माहिरां दा कहना सी कि पंजाब दी इलैक्शन तो पहला इस कमेटी दी रिपोर्ट ते कमेटी दी रिपोर्ट नू जनतक किया जाऊगा, पर सरकार वालों इदां दा कुछ भी नहीं किया गया। कांग्रेस दे दिल्ली दे चीफ अजय माकन ने एक आरटीआई रिक्वेस्ट लाके जो कि फरवरी के महीने में लाई सी एलजी कोलो इस रिपोर्ट नू जनतक करन दा या रिपोर्ट नू उन्हां दे नाल साझा करन दी गल कीती गई ते फाइनली एलजी ने मार्च के महीने दे विच ये रिपोर्ट अजय माकन या फिर कांग्रेस पार्टी नाल साझी कीती। अज तो 2 दिन पहला अजय माकन दिल्ली दे विच एक प्रेस कॉन्फ्रेंस बुलाउंदे ने, उहदे विच काफ़ी इस रिपोर्ट दे विच काफ़ी जो गल्लां उजागर कीतियां गईयां ने ਉਹ ਸਾਂਝੀਆਂ ਕਰਦੇ ਨੇ ਮੀਡੀਆ ਦੇ ਨਾਲ ਅਤੇ ਦਰਸ਼ਕਾਂ ਦੇ ਨਾਲ, ਕਿਉਂਕਿ ਲਾਈਵ ਟੀਵੀ ਤੇ ਪ੍ਰੈਸ ਕਾਨਫਰੰਸ ਚੱਲ ਰਹੀ ਸੀ। ਕੀ ਕੁਝ ਪਤਾ ਲੱਗਾ ਇਸ ਰਿਪੋਰਟ ਦੇ ਵਿੱਚ? ਸਭ ਤੋਂ ਪਹਿਲਾਂ ਜੇ ਮੈਂ ਇੱਕ ਸਮਰੀ ਤੁਹਾਨੂੰ ਦੱਸਾਂ, ਬਾਅਦ ਚ ਅਸੀਂ ਇਸ ਰਿਪੋਰਟ ਦੀ ਹਰ ਪਹਿਲੂ ਤੇ ਲਗਭਗ 17 ਪੁਆਇੰਟ ਅਜੇ ਮਾਕਨ ਐਂਡ ਟੀਮ ਨੇ ਉਜਾਗਰ ਕੀਤੇ ਨੇ, ਹਰ ਪਹਿਲੂ ਤੇ ਨਿਗਾਹ ਮਾਰਾਂਗੇ। ਪਰ ਸਮਰੀ ਵਿੱਚ ਮੈਂ ਤੁਹਾਨੂੰ ਜੇ ਦੱਸਾਂ ਤੇ ਆਮ ਆਦਮੀ ਪਾਰਟੀ ਨੇ ਹਰ ਤਰੀਕੇ ਨਾਲ दिल्ली दी सरकार दिल्ली दे लोकां दा पैसा अपने फायदे वास्ते, अपने फायदा मैं जो आना वा उन्हां दी पॉलिटिकल पार्टी दे फायदे वास्ते इस्तेमाल किया। 97 करोड़ दा 97 करोड़ दा जो एक एडवर्टाइजमेंट मनी एडवर्टाइजमेंट फंड इस्तेमाल किया गया दिल्ली तो बाहर, ਉਹਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ कि एलजी ने ऑलरेडी
ਆਮ ਆਦਮੀ ਪਾਰਟੀ ਨੂੰ ਨਿਰਦੇਸ਼ ਦਿੱਤੇ ਨੇ ਕਿ ਇਹ ਪੈਸਾ ਦਿੱਲੀ ਦੇ ਲੋਕਾਂ ਨੂੰ ਵਾਪਸ ਕੀਤਾ ਜਾਵੇ। ਉਹ ਵੀ ਕਿਤੇ ਨਾ ਕਿਤੇ ਸ਼ਿੰਗਲੂ ਕਮੇਟੀ ਦੇ ਰਿਪੋਰਟ ਦਾ ਹੀ ਹਿੱਸਾ ਵਾ। ਭਾਈ ਭਤੀਜਾਵਾਜ ਸੱਤਾ ਤੇ ਆਉਣ ਤੋਂ ਬਾਅਦ ਜੋ ਭਾਈ ਭਤੀਜਾਵਾਦ ਦਾ ਪਾਰਟੀ ਵਿਰੋਧ ਕਰਦੀ ਸੀ, ਬਕਾਇਦਾ ਭਾਈ ਭਤੀਜਾਵਾਦ ਨੂੰ ਪ੍ਰਮੋਟ ਕੀਤਾ ਗਿਆ। ਆਪਣੇ ਯਾਰ ਦੋਸਤ, ਆਪਣੀ ਪਾਰਟੀ ਦੇ ਵਰਕਰ, ਆਪਣੇ ਰਿਸ਼ਤੇਦਾਰਾਂ ਨੂੰ ਅਹਿਮ ਅਹੁਦੇ ਤੇ ਲਾਇਆ ਗਿਆ। ਤੁਹਾਨੂੰ ਜਾਣ ਕੇ ਇਹ ਵੀ ਹੈਰਾਨੀ ਹੋਊਗੀ, ਅੱਗੇ ਜਾ ਕੇ ਅਸੀਂ ਕੁਝ ਤੱਥ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ 12ਵੀਂ ਪਾਸ ਨੂੰ ਏਦਾਂ ਦੀ ਪੋਸਟ ਦਿੱਤੀ ਜਿਹਦੀ ਕਿ ਸੈਲਰੀ 1.5 ਲੱਖ ਰੁਪਇਆ ਪ੍ਰਤੀ ਮਹੀਨਾ ਵਾ। ਮਕਾਨ, ਸਰਕਾਰੀ ਮਕਾਨਾਂ ਦੀ ਅਲੋਟਮੈਂਟ ਆਪਣੇ ਹਿਸਾਬ ਨਾਲ ਆਪਣੇ ਨਿੱਜੀ ਵਰਕਰਸ ਨੂੰ, ਜੋ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ, ਉਹਨਾਂ ਨੂੰ ਅਲੋਟ ਕੀਤੇ ਗਏ। ਫੋਰਨ ਟ੍ਰਿਪਸ ਦੀ ਜੇ ਅਸੀਂ ਗੱਲ ਕਰੀਏ, ਫੋਰਨ ਟ੍ਰਿਪਸ ਤੇ ਐਮਐਲਏ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਸ, ਵੋਲੰਟੀਅਰਸ ਬਕਾਇਦਾ ਜਾਂਦੇ ਰਹੇ। 18 ਮਹੀਨੇ ਦੇ ਵਿੱਚ 24 ਫੋਰਨ ਟ੍ਰਿਪ ਐਸ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਜਾਂ ਦਿੱਲੀ ਸਰਕਾਰ ਵੱਲੋਂ ਬਣਾਏ ਗਏ, ਜਿਹਦੀ ਕਿ ਪ੍ਰੀ ਅਪਰੂਵਲ ਨਹੀਂ ਲਈ ਗਈ ਸੀ। ਹਰ ਫੋਰਨ ਟ੍ਰਿਪ ਬਕਾਇਦਾ ਫਸਟ ਕਲਾਸ 에ਅਰਲਾਈਨ ਤੇ ਟਰੈਵਲ ਕੀਤਾ ਗਿਆ। ਜੇ ਅਸੀਂ ਦੇਖੀਏ ਤੇ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੀ ਪਾਰਟੀ ਲੱਗਦਾ ਨਹੀਂ ਅੱਜ ਆਮ ਆਦਮੀ ਰਹੀ ਆ। ਅੱਗੇ ਜਾਣ ਤੋਂ ਪਹਿਲਾਂ ਸਬਦੀਸ਼ ਜੀ, ਤੁਹਾਡੇ ਵਿਚਾਰ। ਹਰਪ੍ਰੀਤ ਜੀ, ਤੁਸੀਂ ਆਪਣੀ ਗੱਲ ਨੂੰ ਸ਼ੁਰੂ ਕਰਨ ਵੇਲੇ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਜਾਂ ਇੱਕ ਵਾਕ ਇਸਤੇਮਾਲ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਿਸਟਮ ਨੂੰ ਤਬਦੀਲ ਕਰਨ ਦੇ ਨਾਅਰੇ ਦੇ ਨਾਲ ਸੱਤਾ ਦੇ ਵਿੱਚ ਆਈ ਔਰ ਪੈਦਾ ਵੀ ਇਸੇ ਗੱਲ ਦੇ ਵਿੱਚੋਂ ਹੋਈ। ਜੇ ਅਸੀਂ ਉਸਦੇ ਅਮਲ ਨੂੰ ਦੇਖਣ ਦਾ ਯਤਨ ਕਰੀਏ ਤਾਂ ਅਸੀਂ ਇੱਕ ਗੱਲ ਕਹਿ ਸਕਦੇ ਹਾਂ ਕਿ ਉਹਨੇ ਕਈ ਮਾਮਲਿਆਂ ਵਿੱਚ ਤਾਂ ਸਿਸਟਮ ਨੂੰ ਸੱਚਮੁੱਚ ਹੀ ਤਬਦੀਲ ਕਰ ਦਿੱਤਾ। ਜਿਨ੍ਹਾਂ ਮੱਦਾਂ ਦੇ ਉੱਤੇ ਪੈਸੇ ਹੁਣ ਤੱਕ ਸਰਕਾਰਾਂ ਹੋਰ ਤਰੀਕੇ ਦੇ ਨਾਲ ਖਰਚਦੀਆਂ ਸੀ, ਕਿੰਨੀ ਕਰਪਸ਼ਨ ਕਰਦੀਆਂ ਸੀ, ਕਿੰਨਾ ਉਹਨਾਂ ਦਾ ਵਿੰਗੇ ਟੇਢੇ ਢੰਗ ਨਾਲ ਪਰਸਨਲੀ ਜਾਂ ਪੋਲੀਟੀਕਲ ਹਿੱਤਾਂ ਲਈ ਇਸਤੇਮਾਲ ਕੀਤਾ ਜਾਂਦਾ ਸੀ, ਉਹਨਾਂ ਗੱਲਾਂ ਨੂੰ ਜੇ ਛੱਡ ਦਈਏ ਤਾਂ ਹੁਣ ਤੱਕ ਆਮ ਆਦਮੀ ਪਾਰਟੀ ਉਹਨਾਂ ਮਾਮਲਿਆਂ ਦੇ ਵਿੱਚ ਬਾਕੀਆਂ ਦੇ ਮੁਕਾਬਲੇ ਸਭ ਤੋਂ ਅੱਗੇ ਵਾਲੀ ਪਾਰਟੀ ਮੰਨੀ ਜਾਣੀ ਚਾਹੀਦੀ, ਜਿਹਨੇ ਉਹਨਾਂ ਮੱਦਾਂ ਦੇ ਉੱਤੇ ਵੀ ਸਰਕਾਰੀ ਪੈਸੇ ਦਾ ਇਸਤੇਮਾਲ ਕਰ ਲਿਆ ਜਿਨ੍ਹਾਂ ਮੱਦਾਂ ਦੇ ਉੱਤੇ ਹੁਣ ਤੱਕ ਕੋਈ ਵੀ ਰਾਜ ਸਰਕਾਰ ਅਜਿਹਾ ਖਰਚਾ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਸਕੀ, ਹਿੰਮਤ ਨਹੀਂ ਸੀ ਕਰ ਸਕੀ। ਕੱਲ ਪਰਸੋਂ ਇਸੇ ਮੁੱਦੇ ਦੇ ਉੱਤੇ ਜੇਠ ਮਲਾਨੀ ਸਾਹਿਬ ਦੇ ਵੱਲੋਂ ਪਾਰਟੀ ਨੂੰ ਪੇਸ਼ ਕੀਤਾ ਗਿਆ ਬਿੱਲ, ਜਿਹੜਾ ਅਰੁਣ ਜੇਤਲੀ ਦੇ ਵੱਲੋਂ ਕੀਤੇ ਗਏ ਕੇਸ ਦੇ ਹਵਾਲੇ ਦੇ ਨਾਲ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਜਾਰੀ ਕੀਤਾ ਜਾਣਾ ਸੀ, ਐਲਜੀ ਦੇ ਹੁਕਮ ਦੇ ਲਈ ਸਸੋਦੀਆ ਸਾਹਿਬ ਨੇ ਉਹ ਪੇਸ਼ ਕੀਤਾ। ਉਹ ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਦਿਲਚਸਪ ਮਿਸਾਲ ਹੈ ਜਿਹੜੀ ਦੱਸਦੀ ਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਖਾਸ ਅਰਥਾਂ ਦੇ ਵਿੱਚ ਸਿਸਟਮ ਨੂੰ ਤਬਦੀਲ ਕਰਨ ਦੇ ਵਿੱਚ ਸਫਲਤਾ ਤਾਂ ਹਾਸਲ ਕੀਤੀ ਹੀ ਹੈ, ਪਰ ਇਸ ਸਿਸਟਮ ਨੂੰ ਤਬਦੀਲ ਕਰਨ ਦੇ ਵਿੱਚ ਜਿਹੜੀ ਉਹਨੇ ਇਸ ਕਿਸਮ ਦੀ ਸਫਲਤਾ ਹਾਸਲ ਕੀਤੀ ਹੈ, ਲੰਬੇ ਸਮੇਂ ਦੇ ਵਿੱਚ ਉਹਨੂੰ ਕਿੰਨੀ ਮਹਿੰਗੀ ਪੈਣ ਜਾ ਰਹੀ ਹੋਵੇਗੀ, ਇਹਦੇ ਬਾਰੇ ਅਸੀਂ ਚਰਚਾ ਕਰ ਸਕਦੇ ਹਾਂ। ਆਮ ਆਦਮੀ ਪਾਰਟੀ ਸੱਚਮੁੱਚ ਅਲੱਗ ਤਰ੍ਹਾਂ ਦੀ ਪਾਰਟੀ ਬਣਨ ਦੇ ਵਿੱਚ ਸਫਲ ਹੋ ਰਹੀ। ਹੁਣ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ, ਤੁਸੀਂ ਕਾਂਗਰਸ ਤੇ ਇਲਜ਼ਾਮ ਲਾ ਸਕਦੇ ਸੀ ਕਿ ਨਰਮ ਹਿੰਦੂਤਵ ਦੇ ਨਾਂ ਦੇ ਉੱਤੇ ਉਹ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵ ਵੱਲ ਨੂੰ ਝੁਕ ਰਹੀ ਹੈ। ਤੁਸੀਂ ਬੀਜੇਪੀ ਦੇ ਉੱਤੇ ਇਲਜ਼ਾਮ ਲਾ ਸਕਦੇ ਸੀ ਕਿ ਉਹ ਬਹੁਤ ਸਾਰੇ ਨੀਤੀਗਤ ਸਵਾਲਾਂ ਦੇ ਉੱਤੇ ਕਾਂਗਰਸਵਾਦ ਵੱਲ ਨੂੰ ਝੁਕਦੀ ਹੋਈ ਪਾਰਟੀ ਬਣਦੀ ਜਾ ਰਹੀ ਹੈ, ਪਰ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਵਜੋਂ ਉੱਭਰ ਰਹੀ ਹੈ ਜਿਹਦੇ ਉੱਤੇ ਤੁਸੀਂ ਬਿਲਕੁਲ ਵੀ ਏਦਾਂ ਦਾ ਇਲਜ਼ਾਮ ਨਹੀਂ ਲਾ ਸਕਦੇ ਕਿ ਉਹ ਫਲਾਂ ਪਾਰਟੀ ਵਰਗੀ ਬਣਦੀ ਜਾ ਰਹੀ ਹੈ, ਬਲਕਿ ਤੁਹਾਨੂੰ ਇਹ ਕਹਿਣਾ ਪਵੇਗਾ ਕਿ ਫਲਾਂ ਮੁੱਦਿਆਂ ਦੇ ਉੱਤੇ ਉਹਨਾਂ ਨਾਲੋਂ ਵੀ ਅਗਾਂਹ ਜਾ ਕੇ ਉਹ ਉਹਨਾਂ ਤੋਂ ਵੀ ਕਈ ਅਰਥਾਂ ਦੇ ਵਿੱਚ ਅਲੱਗ ਕਿਸਮ ਦੀ ਪਾਰਟੀ ਬਣਦੀ ਜਾ ਰਹੀ ਹੈ। ਮੁੱਢਲੇ ਰੂਪ ਦੇ ਵਿੱਚ ਮੈਂ ਇੰਨੀ ਹੀ ਟਿੱਪਣੀ ਕਰਨੀ ਪਸੰਦ ਕਰਾਂਗਾ, ਬਾਕੀ ਆਪਾਂ ਗੱਲਾਂ ਅੱਗੇ ਜਾ ਕੇ ਕਰ ਸਕਦੇ ਹਾਂ। ਜੇ 3 ਮੈਂਬਰੀ ਕਮੇਟੀ ਦੀ ਗੱਲ ਕਰੀਏ, ਸ਼ਿੰਗਲੂ ਰਿਪੋਰਟ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਵਾ। ਵੀਕੇ ਸ਼ਿੰਗਲੂ ਜੋ ਕਿ ਫਾਰਮਲ ਕੈਗ ਨੇ, ਸ਼੍ਰੀ ਐਨ ਗੋਪਾਲ ਜੋ ਕਿ ਫਾਰਮਰ ਇਲੈਕਸ਼ਨ ਕਮਿਸ਼ਨਰ ਨੇ, ਸ਼੍ਰੀ ਪ੍ਰਦੀਪ ਕੁਮਾਰ ਜੋ ਕਿ ਫਾਰਮਰ ਚੀਫ ਵਿਜੀਲੈਂਸ ਨੇ। ਸ਼ਿੰਗਲੂ ਸਾਹਿਬ ਖਾਸ ਕਰਕੇ ਕਾਫੀ ਨਿਰਪੱਖ ਰਹਿਣ ਵਾਸਤੇ ਕਾਫੀ ਮਸ਼ਹੂਰ ਵੀ ਨੇ। ਸ਼ਿੰਗਲੂ ਰਿਪੋਰਟ ਦੇ ਨਾਲ ਇਸ ਰਿਪੋਰਟ ਨੂੰ ਜਾਣਿਆ ਜਾਂਦਾ ਵਾ। ਥੋੜੀ ਜਿਹੀ ਰਿਪੋਰਟ ਤੇ ਨਿਗਾਹ ਮਾਰਾਂਗੇ। ਸਭ ਤੋਂ ਪਹਿਲਾਂ ਜੋ ਪੁਆਇੰਟ ਅਜੇ ਮਾਕਨ ਐਂਡ ਟੀਮ ਨੇ ਜਨਤਕ ਜਿਹਦੇ ਬਾਰੇ ਗੱਲ ਕੀਤੀ ਆ ਉੱਤੇ ਗੱਲ ਕਰਾਂਗੇ। ਮੈਂ ਦਰਸ਼ਕਾਂ ਨੂੰ ਵੀ ਦੱਸਦਾ ਕਿ ਲਗਭਗ
ਇੱਕ 169 ਲਗਭਗ 169 170 75 ਪੇਜਾਂ ਦੀ ਕੰਪਲੀਟ ਰਿਪੋਰਟ ਆ PDF ਫਾਈਲ ਆ ਜੋ ਕਿ ਸਾਡੇ ਕੋਲ ਮੌਜੂਦ ਆ। ਅਸੀਂ ਇਸ ਫਾਈਲ ਨੂੰ ਬਕਾਇਦਾ ਚੱਕਦੇ.tv.net ਤੇ ਸ਼ੇਅਰ ਵੀ ਕਰਾਂਗੇ ਤੇ ਅਸੀਂ ਸਿਰਫ ਜੋ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਜੋ ਕਾਂਗਰਸ ਪਾਰਟੀ ਨੇ ਜੋ ਇਨਫੋਰਮੇਸ਼ਨ ਜਨਤਕ ਕੀਤੀ ਆ ਉਹਦੇ ਆਧਾਰ ਤੇ ਨਹੀਂ ਕਰ ਰਹੇ, ਬਕਾਇਦਾ ਸਾਡੇ ਕੋਲ ਰਿਪੋਰਟ ਵੀ ਆ। ਰਿਪੋਰਟ ਤੋਂ ਗੋ ਥਰੂ ਹੋਣ ਤੋਂ ਬਾਅਦ ਅਸੀਂ ਇਹ ਪੁਆਇੰਟ ਤੁਹਾਡੇ ਸਾਹਮਣੇ ਡਿਸਕਸ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਸਤੇਮਾਲ ਵਾਸਤੇ ਸਰਕਾਰੀ ਬੰਗਲੇ ਦਾ ਅਲਾਟਮੈਂਟ, ਸਰਕਾਰੀ ਬੰਗਲੇ ਦਾ ਅਲਾਟਮੈਂਟ ਕਰਨ ਵਾਸਤੇ ਆਮ ਆਦਮੀ ਪਾਰਟੀ ਨੇ ਇੱਕ ਕਾਨੂੰਨ ਹੀ ਚੇਂਜ ਕਰਤਾ। ਅਰਜੈਂਟ ਕੈਬਨਿਟ ਮੀਟਿੰਗ ਬੁਲਾਈ ਜਾਂਦੀ ਆ 6 ਅਕਤੂਬਰ ਨੂੰ, ਜਿਹਦੇ ਵਿੱਚ ਕੀ ਕਾਨੂੰਨ ਚੇਂਜ ਕਰਨ ਦੀ ਗੱਲ ਕੀਤੀ ਜਾਂਦੀ ਆ ਕਿ ਦਿੱਲੀ ਸਰਕਾਰ ਪੋਲੀਟੀਕਲ ਪਾਰਟੀਆਂ ਨੂੰ ਸਰਕਾਰੀ ਇਮਾਰਤਾਂ ਅਲਾਟ ਕਰ ਸਕਦੀ ਆ। 8 ਅਕਤੂਬਰ ਨੂੰ ਚੀਫ ਸੈਕਟਰੀ ਜੋ ਨੇ ਉਹ ਕਿਤੇ ਨਾ ਕਿਤੇ ਇਸ ਡਿਸੀਜਨ ਤੇ ਆਬਜੈਕਸ਼ਨ ਲੈਂਦੇ ਨੇ ਕਿ ਗਲਤ ਆ, ਆਮ ਆਦਮੀ ਪਾਰਟੀ ਨੂੰ ਬਕਾਇਦਾ ਦੱਸਦੇ ਨੇ। ਬਜਾਏ ਚੀਫ ਸੈਕਟਰੀ ਦੇ ਆਬਜੈਕਟ ਕਰਨ ਦੇ ਆਮ ਆਦਮੀ ਪਾਰਟੀ ਪ੍ਰੋਸੀਡ ਕਰਦੀ ਹੈ ਤੇ ਆਮ ਆਦਮੀ ਪਾਰਟੀ ਨੂੰ ਹੀ ਬਕਾਇਦਾ ਇੱਕ ਦਿੱਲੀ ਦਾ ਜੋ ਬੰਗਲਾ ਅਲਾਟ ਕਰਦੀ ਆ ਜੋ ਕਿ ਬਕਾਇਦਾ ਆਮ ਆਦਮੀ ਪਾਰਟੀ ਦੇ ਕੰਮਾਂ ਵਾਸਤੇ ਇਸਤੇਮਾਲ ਕੀਤਾ ਜਾ ਸਕੇ। ਮੈਂ ਫਿਰ ਤੋਂ ਦੱਸਦਾ, ਜੋ ਬੰਗਲਾ ਅਲਾਟ ਕੀਤਾ ਵਾ ਇਹ ਆਮ ਆਦਮੀ ਪਾਰਟੀ ਨੂੰ ਅਲਾਟ ਕੀਤਾ ਵਾ, ਨਾ ਕਿ ਦਿੱਲੀ ਗਵਰਨਮੈਂਟ ਨੂੰ। ਕੋਈ ਵੀ ਗਵਰਨਮੈਂਟ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਰਕਾਰੀ ਚਾਹੇ ਬੰਗਲਾ ਹੋਵੇ, ਚਾਹੇ ਕਾਰ ਜਾਂ ਹੋਰ ਦੂਜੇ ਕਹਿ ਲੋ ਸਮਾਨ ਹੋਵੇ, ਉਹ ਅਲਾਟ ਨਹੀਂ ਕਰ ਸਕਦੀ। ਉਸ ਤੋਂ ਬਾਅਦ 25 ਮਾਰਚ 2017 ਨੂੰ ਐਮਸੀਡੀ ਦੀ ਇਲੈਕਸ਼ਨ, ਅੱਜ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਅਸੀਂ ਸਾਰੇ ਜਾਣਦੇ ਹਾਂ ਐਮਸੀਡੀ ਦੀ ਇਲੈਕਸ਼ਨ ਆਉਣ ਵਾਲੀ ਆ। ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਜੇ ਆਮ ਆਦਮੀ ਪਾਰਟੀ ਦਿੱਲੀ ਐਮਸੀਡੀ ਦੀ ਇਲੈਕਸ਼ਨ ਜਿੱਤਦੀ ਆ ਤੇ ਹਾਊਸ ਟੈਕਸ ਜੋ ਹੁੰਦਾ ਵੇਵ ਕਰ ਦੇਣਗੇ। ਹੁਣ ਥੋੜੀ ਜੀ ਹਾਊਸ ਟੈਕਸ ਬਾਰੇ ਅਸੀਂ ਇਸ ਰਿਪੋਰਟ ਦੇ ਵਿੱਚ ਸ਼ੰਗਲੂ ਕਮੇਟੀ ਨੇ ਚਾਨਣਾ ਪਾਇਆ ਵਾ ਕਿ 2012 ਚ ਬੀਜੇਪੀ ਨੇ ਬੀਜੇਪੀ ਮੀਨਸ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਜੋ ਗਵਰਨਮੈਂਟ ਹੈ ਜੋ ਬਕਾਇਦਾ ਬੀਜੇਪੀ ਦੀ ਆ, ਉਹਨਾਂ ਨੇ ਦਿੱਲੀ ਗਵਰਨਮੈਂਟ ਕੋ ਇੱਕ ਰਿਕੁਐਸਟ ਭੇਜੀ ਸੀ ਕਿ ਪ੍ਰਾਪਰਟੀ ਟੈਕਸ ਜੋ ਅਨਆਥੋਰਾਈਜ਼ਡ ਕਲੋਨੀਜ਼ ਨੇ ਉਹਨਾਂ ਉੱਤੇ ਲਾਇਆ ਜਾਵੇ। 2013 ਦੇ ਵਿੱਚ ਕਾਂਗਰਸ ਸਰਕਾਰ ਨੇ ਤੁਸੀਂ ਕਹਿ ਸਕਦੇ ਰਿਕੁਐਸਟ ਨੂੰ ਰਿਜੈਕਟ ਕਰਤਾ ਸੀ ਐਲਜੀ ਤੋਂ ਕੰਸਲਟ ਕਰਨ ਤੋਂ ਬਾਅਦ। ਆਮ ਆਦਮੀ ਪਾਰਟੀ ਗਵਰਨਮੈਂਟ ਆਉਣ ਤੋਂ ਬਾਅਦ 2015 ਦੇ ਵਿੱਚ ਮਿਊਨਿਸਪਲ ਐਮਸੀਡੀ ਨੇ ਇੱਕ ਵਾਰ ਫਿਰ ਤੋਂ ਰਿਕੁਐਸਟ ਭੇਜੀ ਦਿੱਲੀ ਗਵਰਨਮੈਂਟ ਨੂੰ, ਇਹ ਕਿਹਾ ਕਿ ਜੋ ਅਨਆਥੋਰਾਈਜ਼ਡ ਕਲੋਨੀਜ਼ ਆ ਉਹਨਾਂ ਤੋਂ ਬਕਾਇਦਾ ਸਾਨੂੰ ਟੈਕਸ ਕਲੈਕਟ ਕਰਨ ਦਿੱਤਾ ਜਾਵੇ। ਨਾਲ ਹੀ ਐਮਸੀਡੀ ਜੋ ਬੈਂਕਰਪਸੀ ਦੇ ਕੋਲ ਪਹੁੰਚ ਚੁੱਕੀ ਸੀ ਜਾਂ ਤੁਸੀਂ ਕਹਿ ਸਕਦੇ ਹੋ ਜੋ ਮਾਲੀ ਹਾਲਤ ਸੀ ਐਮਸੀਡੀ ਦੀ, ਉਹਦਾ ਹਵਾਲਾ ਦਿੱਤਾ ਤੇ ਕੇਜਰੀਵਾਲ ਸਾਹਿਬ ਨੇ ਬਿਨਾਂ ਐਲਜੀ ਨੂੰ ਕੰਸਲਟ ਕੀਤੇ ਹੋਏ ਕੇਜਰੀਵਾਲ ਐਂਡ ਟੀਮ ਨੇ ਇਸ ਰਿਕੁਐਸਟ ਨੂੰ ਐਕਸੈਪਟ ਕਰਤਾ। ਜੀ ਹਾਂ, ਇਹ ਮੈਂ ਦੋ ਚੀਜ਼ਾਂ ਤਾਂ ਮੈਂਸ਼ਨ ਕਰਨ ਡਿਆ ਵਾਂ ਕਿ ਇੱਕ ਪਾਸੇ ਅੱਜ ਦਿੱਲੀ ਐਮਸੀਡੀ ਜਿੱਤ ਕੇ ਹਾਊਸ ਟੈਕਸ ਵੇਵ ਕਰਨ ਦੀਆਂ ਗੱਲਾਂ ਕਰ ਰਹੇ ਨੇ, ਦੂਜੇ ਪਾਸੇ 2013 ਵਿੱਚ ਕਾਂਗਰਸ ਪਾਰਟੀ ਨੇ ਜੋ ਡਿਸੀਜਨ ਲਿਆ ਸੀ ਕਿ ਤੁਸੀਂ ਅਨਆਥੋਰਾਈਜ਼ਡ ਕਲੋਨੀਜ਼ ਤੇ ਟੈਕਸ ਨਹੀਂ ਲਾ ਸਕਦੇ, ਉਸ ਡਿਸੀਜਨ ਦੇ ਬਿਲਕੁਲ ਵਿਪਰੀਤ ਡਿਸੀਜਨ ਲਿਆ ਤੇ ਐਲਜੀ ਨੂੰ ਕੰਸਲਟ ਨਹੀਂ ਕੀਤਾ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਬਕਾਇਦਾ ਜੋ ਇਹਨਾਂ ਕੋਲ ਲਾਇਰਸ ਦੀ ਟੀਮ ਆ ਉਹਨੂੰ ਕੰਸਲਟ ਨਹੀਂ ਕੀਤਾ ਤੇ ਦਿੱਲੀ ਮਿਊਨਿਸਪਲ ਨੂੰ ਅਨਆਥੋਰਾਈਜ਼ਡ ਕਲੋਨੀ ਤੇ ਟੈਕਸ ਲੋਨ ਨੂੰ ਵੀ ਕਿਹਾ। ਕਿਤੇ ਨਾ ਕਿਤੇ ਜੋ ਦੋਹਰੀ ਨੀਤੀ ਆ ਅਰਵਿੰਦ ਕੇਜਰੀਵਾਲ ਟੀਮ ਦੀ, ਉਹ ਬਕਾਇਦਾ ਇਹਨਾਂ ਡਿਸੀਜਨਸ ਤੋਂ ਤੁਹਾਡੇ ਸਾਹਮਣੇ ਜਾਂ ਸਾਡੇ ਸਾਹਮਣੇ ਆਉਂਦੀ ਆ। ਉਸ ਤੋਂ ਬਾਅਦ ਥੋੜੀ ਜਿਹੀ ਜੇ ਗੱਲ ਕਰਾਂਗੇ ਐਮਐਲਏਸ ਦੀ, ਹਰ ਐਮਐਲਏਸ ਨੂੰ ਆਫਿਸ ਅਲਾਟ ਨਹੀਂ ਹੁੰਦਾ, ਪਰ ਉਹਦੇ ਦਿੱਲੀ ਦੇ ਵਿੱਚ ਹਰ ਐਮਐਲਏ ਨੂੰ ਆਫਿਸ ਅਲਾਟ ਨਹੀਂ ਹੁੰਦਾ, ਪਰ ਬਕਾਇਦਾ ਅਰਵਿੰਦ ਕੇਜਰੀਵਾਲ ਟੀਮ ਨੇ ਦਿੱਲੀ ਦੀ ਸਰਕਾਰ ਨੇ ਹਰ ਐਮਐਲਏ ਨੂੰ ਆਫਿਸ ਅਲਾਟ ਕੀਤਾ ਗਿਆ ਜੋ ਕਿ ਦਿੱਲੀ ਦੇ ਵਿੱਚ ਬਿਲਕੁਲ ਵੀ ਕਾਨੂੰਨੀ ਨਹੀਂ ਆ। ਈਵਨ ਦੋ ਕਿ ਐਮਐਲਏ ਅਖਿਲੇਸ਼ ਪਤੀ ਤ੍ਰਿਪਾਠੀ ਨੂੰ ਟਾਈਪ 4A ਬੰਗਲਾ ਵੀ ਅਲਾਟ ਕੀਤਾ ਗਿਆ ਜਿਹਦਾ ਕਿ ਲਗਭਗ 1 ਲੱਖ ਰੁਪਇਆ ਦਿੱਲੀ ਦੇ ਵਿੱਚ ਕਰਾਇਆ ਵਾ ਜੋ ਕਿ ਬਿਲਕੁਲ ਵੀ ਲੀਗਲ ਨਹੀਂ ਆ। ਜੇ ਮੇਰਾ ਕੋਈ ਵੀ ਸਾਥੀ ਕਮੈਂਟ ਕਰਨਾ ਚਾਹੇ ਇਹਨਾਂ ਮੁੱਦਿਆਂ ਤੇ। ਜੀ ਬਿਲਕੁਲ, ਜਿਸ ਤਰ੍ਹਾਂ ਦੀਆਂ ਬੇਨੀਮੀਆਂ ਹੁਣ ਸਾਹਮਣੇ ਆ ਰਹੀਆਂ ਅਰਪਿਤ ਜੀ, ਇਸ ਰਿਪੋਰਟ ਦੇ ਵਿੱਚ ਵੀ ਜਿਹੜੀ ਚੀਜ਼ ਕਲੀਅਰ ਹੋ ਗਈ ਹੈ ਉਹ ਚੀਜ਼ ਨੂੰ ਡਿਸਕਸ ਕਰਦੇ ਸ਼ਾਇਦ ਸਾਨੂੰ 5 ਤੋਂ 6 ਮਹੀਨੇ ਹੋ ਗਏ ਔਰ ਸਾਨੂੰ ਆਪੋਜੀਸ਼ਨ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ, ਕਾਫੀ ਜਣਿਆਂ ਨੇ ਸਾਨੂੰ ਅਪੋਜ਼ ਵੀ ਕੀਤਾ ਸੀਗਾ। ਬਟ ਦੇਖੋ ਕਿੰਨੀਆਂ ਬੇਨੀਮੀਆਂ ਜਿਹੜੀਆਂ ਉਹਨਾਂ ਨੇ ਇੱਕ ਚੇਂਜ ਜਿਹੜੀ ਕਹਿੰਦੀ ਸੀ ਪਾਰਟੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ, ਉਹ ਵਾਕਈ ਹਰਪ੍ਰੀਤ ਜੀ ਮੈਂ ਤਾਂ ਕਹੂੰਗਾ ਕਿ ਇੱਕ ਚੇਂਜ ਹੈ ਜਿਹੜੀ ਕਿ ਚੇਂਜ ਭਾਵੇਂ ਉਹ ਨੈਗੇਟਿਵ ਹੋਵੇ ਜਾਂ ਪੋਜ਼ਿਟਿਵ ਹੋਵੇ, ਬਟ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਜਿਹੜੀ ਚੇਂਜ ਹੈ ਉਹ ਨੈਗੇਟਿਵ
ਜਿਹੜੀ ਦਿਖਣੀ ਹੈ ਉਹ ਸ਼ੁਰੂ ਹੋ ਗਈ ਹੈ। ਦੋ ਐਂਗਲ ਇਹਦੇ ਵਿੱਚ ਅਸੀਂ ਡਿਸਕਸ ਕਰ ਸਕਦੇ ਹਾਂ। ਇੱਕ ਤਾਂ ਇਹ ਹੈ ਕਿ ਜੋ ਰਿਪੋਰਟ ਦੇ ਵਿੱਚ 404 ਜਿਹੜੇ ਉਹਨਾਂ ਨੇ ਫਾਈਲਸ ਇਨਵੈਸਟੀਗੇਟ ਕੀਤੀਆਂ ਜਾਂ ਉਹਨੂੰ ਰੀਡ ਕਰਕੇ ਜਿਹੜੀ ਰਿਪੋਰਟ ਬਣਾਈ ਹੈ ਉਹਦੇ ਵਿੱਚ ਹਰ ਇੱਕ ਪਹਿਲੂ ਤੇ ਗੱਲ ਕੀਤੀ ਗਈ ਔਰ ਹਰੇਕ ਪਹਿਲੂ ਦੇ ਉੱਪਰ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਜਿਹੜੀ ਬੇਨਿਯਮੀਆਂ ਉਹ ਸਾਹਮਣੇ ਆ ਗਈਆਂ, ਚਾਹੇ ਉਹ ਹੈਲਥ ਮਿਨਿਸਟਰੀ ਹੋਵੇ, ਚਾਹੇ ਉਹ ਮੁਹੱਲਾ ਕਲੀਨਿਕਾਂ ਦੀ ਗੱਲ ਹੋਵੇ, ਚਾਹੇ ਉਹ ਹੋਰ ਜਿਹੜੇ ਹਾਊਸ ਟੈਕਸ ਵਗੈਰਾ ਦੀ ਗੱਲ ਹੋਵੇ। ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ, ਦੋਹਰੀ ਨੀਤੀ ਕਹਿ ਲਓ ਜਾਂ ਜਿਹੜੀ ਤੁਸੀਂ ਕਹਿ ਲਓ ਕਿ ਡਿਕਟੇਟਰਸ਼ਿਪ ਵਾਲੀ ਜਿਹੜੀ ਨੀਤੀ ਸੀਗੀ ਅਰਵਿੰਦ ਕੇਜਰੀਵਾਲ ਸਾਹਿਬ ਦੀ, ਉਹ ਜਿਹੜੀ ਚੀਜ਼ ਹੈ ਹੁਣ ਉਹ ਸਾਹਮਣੇ ਆ ਰਹੀ ਹੈ। ਭਾਈ ਭਤੀਜਾਵਾਦ ਦੀ ਤੁਸੀਂ ਗੱਲ ਕੀਤੀ ਸੀਗੀ, ਪੰਜਾਬ ਦੇ ਵਿੱਚ ਮੇਨ ਉਹਨਾਂ ਨੇ ਮੋਟਿਵ ਇਹ ਰੱਖਿਆ ਹੋਇਆ ਸੀ, ਮੇਨ ਮੁੱਦਾ ਇਹ ਰੱਖਿਆ ਹੋਇਆ ਸੀ ਕਿ ਬਾਦਲਾਂ ਦਾ ਜਿਹੜਾ ਪਰਿਵਾਰਵਾਦ ਹੈ ਸੀਟਾਂ ਨੂੰ ਲੈ ਕੇ ਉਸ ਨੂੰ ਖਤਮ ਕੀਤਾ ਜਾਊਗਾ। ਪਰ ਆਪ ਉਹ ਕੀ ਕਰਦੇ ਨੇ, ਉਹ ਚੀਜ਼ ਰਿਪੋਰਟ ਦੇ ਵਿੱਚ ਬਿਲਕੁਲ ਕਲੀਅਰ ਆ ਗਈ ਹੈ। ਸੋ ਕਿਤੇ ਨਾ ਕਿਤੇ ਆਪਣੀਆਂ ਗੱਲਾਂ ਦੇ ਉੱਪਰ ਹੀ ਫਸਦੀ ਜਾ ਰਹੀ ਆਮ ਆਦਮੀ ਪਾਰਟੀ। ਔਰ ਇੱਥੋਂ ਇੱਕ ਚੀਜ਼ ਹਰ ਵਿੱਚ ਹੋਰ ਕਲੀਅਰ ਹੋ ਰਹੀ ਹੈ ਕਿ ਜਿਹੜੇ ਮੁੱਦਿਆਂ ਦੀ ਔਰ ਜਿਹੜੇ ਗੱਲਾਂ ਦੇ ਉੱਪਰ ਰਾਜਨੀਤੀ ਕੀਤੀ ਜਾ ਰਹੀ ਸੀਗੀ ਉਹ ਸਾਰੀਆਂ ਦੀਆਂ ਸਾਰੀਆਂ ਉਲਟ ਕੇ ਜਾਂ ਪਲਟ ਕੇ ਉਹਨਾਂ ਦੇ ਉੱਪਰ ਹੀ ਗਿਰ ਰਹੀ ਹੈ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਮੈਂ ਤਾਂ ਇਹੀ ਕਹੂੰਗਾ ਕਿ ਜਿਸ ਤਰ੍ਹਾਂ ਅਸੀਂ ਐਨਾਲਾਈਜ਼ ਕਰਦੇ ਸੀ ਪੁਆਇੰਟ ਟੂ ਪੁਆਇੰਟ ਕਿ ਇਹ ਚੀਜ਼ ਐਦਾਂ ਹੋ ਸਕਦੀ ਸੀ, ਲੇਕਿਨ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕੀਤੀ, ਉਹ ਚੀਜ਼ ਸਾਰੀ ਦੀ ਸਾਰੀ ਐਜ਼ ਇਟ ਇਜ਼ ਰਿਪੋਰਟ ਦੇ ਵਿੱਚ ਕਲੀਅਰ ਦਿਖ ਰਹੀ ਹੈ। ਔਰ ਲੋਕਾਂ ਨੂੰ ਵੀ ਹੁਣ ਇਹ ਚੀਜ਼ ਕਲੀਅਰ ਜਲਦੀ ਹੋ ਜਾਏਗੀ। ਔਰ ਈਵਨ ਕਿ ਇਸ ਰਿਪੋਰਟ ਨੂੰ ਜਦੋਂ ਜਨਤਕ ਕੀਤਾ ਗਿਆ ਉਸ ਦੇ ਵਿੱਚ ਸਾਰੀ ਦੀ ਸਾਰੀ ਚੀਜ਼ ਬਿਲਕੁਲ ਟਰਾਂਸਪੇਰੈਂਟ ਹੈ। ਬਟ ਇੱਕ ਚੀਜ਼ ਹਰਪ੍ਰੀਤ, ਜਿਹੜਾ ਕੁਐਸਚਨ ਇੱਥੇ ਖੜਾ ਹੁੰਦਾ ਉਹ ਇਹ ਹੈ ਕਿ ਨਵੰਬਰ ਦੇ ਵਿੱਚ ਰਿਪੋਰਟ ਦਿੱਤੀ ਗਈ ਸੀ, ਅੱਜ ਜਨਤਕ ਕਿਉਂ ਹੋਈ? ਆਉਣ ਵਾਲੇ ਕੁਝ ਟਾਈਮ ਦੇ ਵਿੱਚ ਅਸੀਂ ਡਿਬੇਟ ਦੇ ਵਿੱਚ ਡਿਸਕਸ ਕਰਾਂਗੇ। ਇਹ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਇਹੀ ਟਾਈਮ ਕਿਉਂ ਲੱਭਿਆ ਸਰਕਾਰ ਨੇ, ਬੀਜੇਪੀ ਗਵਰਨਮੈਂਟ ਨੇ, ਕਿ ਇਸ ਨੂੰ ਪਬਲਿਕ ਕੀਤਾ ਜਾਵੇ। ਪਰ ਸੀਪੀ ਸਿੰਘ ਜੀ, ਵਾਈ does it matter ਕਿ ਕਿਹੜੇ ਟਾਈਮ ਤੇ ਰਿਪੋਰਟ ਹੁੰਦੀ ਆ? ਜੇ ਕਰਪਸ਼ਨ ਦੇ ਐਲੀਗੇਸ਼ਨ ਕਿ ਸਰਕਾਰ ਤੇ ਲੱਗਦੇ ਜਾਂ ਪਬਲਿਕ ਦੇ ਪੈਸੇ ਨੂੰ ਗਲਤ ਇਸਤੇਮਾਲ ਕਰਨ ਵਾਸਤੇ ਸਰਕਾਰ ਤੇ ਇਲਜ਼ਾਮ ਲੱਗਦੇ ਆ, ਉਹ ਰਿਪੋਰਟ ਜੇ ਐਮਸੀਡੀ ਤੋਂ ਪਹਿਲਾਂ ਜਨਤਕ ਹੁੰਦੀ ਆ, ਚਾਹੇ ਕਾਂਗਰਸ ਪਾਰਟੀ, ਮੈਂ ਪਹਿਲਾਂ ਵੀ ਕਹਤਾ ਕਿ ਕਾਂਗਰਸ ਪਾਰਟੀ ਨੇ ਹਵਾਲਾ ਦਿੱਤਾ ਕਿ ਆਰਟੀਆਈ ਦੇ ਜੋ ਫਰਵਰੀ ਵਿੱਚ ਲਾਈ ਸੀ, ਮਾਰਚ ਦੇ ਅਖੀਰ ਵਿੱਚ ਉਹਨਾਂ ਨੂੰ ਇਹ ਰਿਪੋਰਟ ਮਿਲੀ, ਤੇ ਕਾਂਗਰਸ ਪਾਰਟੀ ਚਾਹੇ ਬੀਜੇਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਤਿੰਨੇ ਹੀ ਪੋਲੀਟੀਕਲ ਪਾਰਟੀਆਂ ਨੇ, ਜੇ ਉਹ ਐਮਸੀਡੀ ਇਲੈਕਸ਼ਨ ਦੇ ਵਿੱਚ ਲਾਹਾ ਲੈਣ ਵਾਸਤੇ ਕੋਈ ਰਿਪੋਰਟ ਜਾਰੀ ਕਰਦੇ ਆ, ਠੀਕ ਆ, ਅਸੀਂ ਉਹਦੀ ਟਾਈਮਿੰਗ ਤੇ ਸਵਾਲ ਜਵਾਬ ਕਰ ਸਕਦੇ ਹਾਂ। ਪਰ ਆਈ ਥਿੰਕ ਇੱਥੇ ਇੰਪੋਰਟੈਂਟ ਇਹ ਆ ਕਿ ਉਹ ਰਿਪੋਰਟ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਜਨਤਕ ਹੋਈ ਆ, ਅਸੀਂ ਆਪਣਾ ਧਿਆਨ ਉੱਥੇ ਰੱਖੀਏ, ਨਾ ਕਿ ਆਮ ਆਦਮੀ ਪਾਰਟੀ ਵੱਲੋਂ ਸਿਰਫ ਇਹ ਕਹੀਏ ਕਿ ਐਮਸੀਡੀ ਇਲੈਕਸ਼ਨ ਵਿੱਚ ਸਾਨੂੰ ਹਰਾਉਣ ਵਾਸਤੇ, ਨੁਕਸਾਨ ਪਹੁੰਚਾਉਣ ਵਾਸਤੇ ਰਿਪੋਰਟ ਜਨਤਕ ਕੀਤੀ ਆ। ਦੂਜੀ ਗੱਲ ਨਾਲ ਹੀ ਸੀਪੀ ਸਿੰਘ ਜੀ, ਮੈਂ ਇਹ ਵੀ ਤੁਹਾਡੇ ਨਾਲ ਸਾਂਝੀ ਕਰਦਾ, ਅੱਜ ਤੱਕ ਆਪਾਂ ਜਿੰਨੇ ਵੀ ਪੋਲ ਕੀਤੇ ਨੇ, ਇੱਕ ਵੀ ਪੋਲ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵਾਰਡ ਵੀ ਜਿੱਤਦੀ ਨਜ਼ਰ ਨਹੀਂ ਆਉਂਦੀ। ਈਵਨ ਦੋ ਕਿ ਅਸੀਂ ਜ਼ਿਆਦਾ ਪੋਲ ਨਹੀਂ ਕਰ ਪਾਏ, ਤੱਕ 6 ਤੋਂ ਜਾਂ 8 ਪੋਲ ਅਸੀਂ ਕੀਤੇ ਹੋਏ ਨੇ, ਪਰ ਅਜੇ ਤੱਕ ਇੱਕ ਵੀ ਵਾਰਡ ਜਿੱਤਦੀ ਆਮ ਆਦਮੀ ਪਾਰਟੀ ਨਜ਼ਰ ਨਹੀਂ ਆਉਂਦੀ। ਜਦੋਂ ਆਮ ਆਦਮੀ ਪਾਰਟੀ ਐਮਸੀਡੀ ਵਿੱਚ ਸਰਕਾਰ ਬਣਾਉਣੀ ਨਹੀਂ ਜਾ ਰਹੀ ਤੇ ਬੀਜੇਪੀ ਜਾਂ ਕਾਂਗਰਸ ਹਰਾਉਣ ਦੀ ਕੋਸ਼ਿਸ਼ ਕਿਉਂ ਕਰਨਗੇ ਹਾਰਦੀ ਹੋਈ ਪਾਰਟੀ ਨੂੰ? ਨਹੀਂ, ਪਰ ਹਰਪ੍ਰੀਤ ਜੀ ਇੱਥੇ ਇੱਕ ਚੀਜ਼ ਹੈ ਨਾ ਕਿ ਟਾਈਮਿੰਗ ਤੁਸੀਂ ਕਿਹਾ ਕਿ ਮੈਟਰ ਨਹੀਂ ਕਰਦੀ, ਉਹਦੇ ਕੰਟੈਂਟ ਮੈਟਰ ਕਰਦੇ ਨੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹਦੇ ਵਿੱਚ ਜੋ ਜਿਸ ਤਰ੍ਹਾਂ ਦੇ ਕੰਟੈਂਟ ਹੈਗੇ ਨੇ ਉਹ ਬਹੁਤ ਹੀ ਜ਼ਿਆਦਾ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦੇ ਨੇ ਔਰ ਹਰ ਇੱਕ ਚੀਜ਼ ਦੇ ਵਿੱਚ ਬੇਨੀਫੀਆਂ ਜਿਹੜੀਆਂ ਦਿਖੀਆਂ ਗਈਆਂ। ਬਟ ਫਿਰ ਵੀ ਜੇ ਤੁਸੀਂ ਮੈਂ ਆਪਣਾ ਪਰਸਨਲ ਜੇ ਮੇਰੀ ਰਾਏ ਮੰਨੋ ਤਾਂ ਇੱਕ ਟਾਈਮਿੰਗ ਇਸ ਟਾਈਮ ਮੈਟਰ ਕੀਤੀ ਹੈ, ਕਿਉਂਕਿ ਐਮਸੀਡੀ ਇਲੈਕਸ਼ਨ ਆ ਰਹੀ ਹੈ। ਨੋ ਡਾਊਟ ਆਮ ਆਦਮੀ ਪਾਰਟੀ ਬਹੁਤ ਪਿੱਛੇ ਖਿਸਕ ਚੁੱਕੀ ਹੈ ਕਿਤੇ ਨਾ ਕਿਤੇ ਇਲੈਕਸ਼ਨ ਦੇ ਵਿੱਚ, ਬਟ ਫਿਰ ਵੀ ਬੀਜੇਪੀ ਵੱਲੋਂ ਜਾਂ ਕਾਂਗਰਸ ਵੱਲੋਂ ਇਹ ਚੀਜ਼ ਜਤਾਈ ਜਾ ਰਹੀ ਸੀ ਕਿ ਦਿੱਲੀ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਵਾਰਡ ਨੇ, ਕੁਝ ਵਾਰਡਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਹਲੇ ਤੁਸੀਂ ਕਹਿ ਲਓ ਕਿ ਸਾਖ ਜਿਹੜੀ ਉਹ ਬਚੀ ਹੋਈ ਸੀ, ਸ਼ਾਇਦ ਉਸ ਚੀਜ਼ ਨੂੰ ਵੀ ਖਤਮ ਕਰਨ ਵਾਸਤੇ ਇੱਕ ਕਲੀਨ ਸਵੀਪ ਮਾਰਨ ਵਾਸਤੇ ਰਿਪੋਰਟ ਜਨਤਕ ਕੀਤੀ ਗਈ। ਇਹਦੇ ਚ ਮੈਂ ਤਾਂ ਇਹੀ ਸਮਝੂਗਾ ਕਿ ਟਾਈਮਿੰਗ ਜਿਹੜੀ ਹੈ ਉਹ ਮੈਟਰ ਜ਼ਰੂਰ ਕੀਤੀ ਗਈ ਹੈ ਹਰਪ੍ਰੀਤ ਜੀ, ਕਿਉਂਕਿ ਜੇ ਟਾਈਮਿੰਗ ਮੈਟਰ ਨਾ ਹੁੰਦੀ ਤਾਂ ਸ਼ਾਇਦ ਨਵੰਬਰ ਤੋਂ ਬਾਅਦ ਦਸੰਬਰ, ਜਨਵਰੀ, ਫਰਵਰੀ 3-4 ਮਹੀਨੇ ਸੀ, ਉਦੋਂ ਵੀ ਜਨਤਕ ਹੋ ਸਕਦੀ ਸੀ। ਹਾਲਾਂਕਿ ਇਹ ਰਿਪੋਰਟ ਜਿਹੜੀ ਸੀਗੀ ਤਿਆਰ ਸੀਗੀ ਨਵੰਬਰ ਦੇ ਵਿੱਚ, ਬਟ ਕਿਤੇ ਨਾ ਕਿਤੇ ਐਮਸੀਡੀ ਨੂੰ ਮੁੱਖ ਰੱਖ ਕੇ ਜ਼ਰੂਰ ਜਨਤਕ ਕੀਤੀ ਗਈ। ਗੁਰਮੀਤ ਜੀ ਤੇ ਪ੍ਰਭਮੀਤ ਜੀ, ਜੇ ਤੁਸੀਂ ਅਜੇ ਤੱਕ ਕੋਈ ਗੱਲਬਾਤ ਤੇ ਕਮੈਂਟ ਕਰਨਾ ਚਾਹੋ, ਨਾਲ ਹੀ ਜੇ ਟਾਈਮਿੰਗ ਵਾਲੀ ਗੱਲ, ਕਿਉਂਕਿ ਬਾਰ-ਬਾਰ ਆਮ ਆਦਮੀ ਪਾਰਟੀ ਵੀ ਇਹ ਗੱਲ ਚੱਕ ਰਹੀ ਹੈ ਕਿ ਸਾਨੂੰ ਐਮਸੀਡੀ ਇਲੈਕਸ਼ਨ ਹਰਾਉਣ ਦੇ ਲਈ ਕਾਂਗਰਸ ਅਤੇ ਬੀਜੇਪੀ ਇੱਕ ਹੋ ਗਏ ਨੇ, ਮੈਂ ਨਾਲ ਹੀ ਦਰਸ਼ਕਾਂ ਨੂੰ ਚੇਤਾ ਦਵਾਦਾ, ਇਹੀ ਗੱਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਰਦੀ ਰਹੀ ਹੈ ਕਿ ਕਾਂਗਰਸ ਤੇ ਬੀਜੇਪੀ, ਕਾਂਗਰਸ ਤੇ ਅਕਾਲੀ ਦਲ, ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦਾ ਇੱਕੋ ਗੱਲ ਆ, ਮਿਲ ਚੁੱਕੇ ਨੇ, ਸਾਨੂੰ ਮਿਲ ਕੇ ਹਰਾਉਣਾ ਚਾਹੁੰਦੇ ਨੇ। ਇਹੀ ਗੱਲਾਂ ਹੁਣ ਦਿੱਲੀ ਦੇ ਵਿੱਚ ਜਦੋਂ ਨਾ ਉੱਤੇ ਕਰਪਸ਼ਨ ਦੇ ਤੇ ਜਾਂ ਮਿਸਮੈਨੇਜਮੈਂਟ ਦੇ ਇਲਜ਼ਾਮ ਲੱਗ ਰਹੇ ਆ, ਇਹੀ ਗੱਲਾਂ ਇੱਥੇ ਕਰ ਰਹੇ ਨੇ ਹੁਣ।
हरप्रीत जी, मैं एक चीज इसमें एड ऑन करना चाहूँगा। सब तो पहला ਤਾਂ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਬਾਰੇ ਗੱਲਾਂ ਕਰ ਰਹੇ ਨੇ, ਤੇ ਖਾਸ ਤੌਰ ਤੇ ਤੁਸੀਂ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਕਿਹਾ ਕਿ ਅਜੇ ਮਾਕਨ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਸ਼ੁੰਗਲੂ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ, ਉਹ ਕਿਹਾ ਗਿਆ ਹੈ। ਸ਼ੁੰਗਲੂ ਵੀਕੇ ਸ਼ੁੰਗਲੂ ਅਨਡਾਊਟਡਲੀ ਇੱਕ ਅਨਬਾਇਸਡ ਵਿਅਕਤੀ ਨੇ, ਸੀਏਜੀ ਰਹਿ ਚੁੱਕੇ ਨੇ ਇੰਡੀਆ ਦੇ। ਉਹਨਾਂ ਦੀ ਜਿਹੜੀ ਰਿਪੋਰਟ ਨੇ ਉਸ ਤੇ ਬਿਲਕੁਲ ਸਵਾਲ ਨਹੀਂ ਕੀਤੇ ਜਾ ਸਕਦੇ। मगर की ਜਿਹੜੀ ਰਿਪੋਰਟ ਤੇ ਆਈ ਹੈ, ਜਿਸ ਹਿਸਾਬ ਦੇ ਨਾਲ ਕੋਈ ਬਾਇਸਨੈਸ ਦਾ, ਨੈਪੋਟਿਜ਼ਮ ਦਾ ਜਾਂ ਇਸ ਤਰ੍ਹਾਂ ਦਾ ਕੋਈ ਵੀ ਸਿਮਿਲਰ ਜਿਹੜੀ ਵੀ ਗੱਲ ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀ ਗਈ ਹੈ, ਕੀ ਕਾਂਗਰਸ, ਕੀ ਬੀਜੇਪੀ, ਕੀ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਦਾਅਵਾ ਕਰੇਗੀ ਕਿ ਇਸ ਤਰ੍ਹਾਂ ਦੇ ਆਰੋਪ ਸਾਡੇ ਉੱਤੇ ਨਹੀਂ ਲੱਗ ਸਕਦੇ? ਮੈਂ ਗਾਰੰਟੀ ਦੇ ਨਾਲ ਕਹਿ ਸਕਦਾ ਜੀ। ਸਭ ਤੋਂ ਪਹਿਲਾਂ ਅਸੀਂ ਇੱਕ ਇੱਕ ਕਰਕੇ ਮੁੱਦਾ ਚੁੱਕਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਪਾਰਟੀ ਨੂੰ ਇੱਕ ਦਫ਼ਤਰ ਪਾਰਟੀ ਦੇ ਨਾਮ ਅਲਾਟ ਕਰ ਦਿੱਤਾ ਗਿਆ, ਜੋ ਕਿ ਇੱਕ ਰੈਜ਼ੀਡੈਂਸ਼ੀਅਲ ਘਰ ਸੀਗਾ। ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਕੰਟੈਕਸਟ ਤੋਂ ਦੇਖਦੇ ਹਾਂ। ਪੰਜਾਬ ਦੇ ਵਿੱਚ ਹੁਣ ਤੋਂ ਕੁਝ ਸਮੇਂ ਪਹਿਲਾਂ, ਮੈਂ ਕਹਿੰਦਾ 1 ਮਹੀਨੇ ਪਹਿਲਾਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿ ਤੁਸੀਂ ਜਾਣ ਕੇ ਬਿਲਕੁਲ ਹੈਰਾਨ ਹੋਵੋਗੇ ਕਿ ਉੱਥੇ ਪੱਤਰਕਾਰ ਤੱਕ, ਜਿਹੜੇ ਪੱਤਰਕਾਰ ਨੇ, ਜਿਹੜੇ ਪੱਤਰਕਾਰੀ ਕਰਦੇ ਨੇ, ਕਈ ਸੀਨੀਅਰ ਪੱਤਰਕਾਰਾਂ ਨੂੰ ਐਡੀਸ਼ਨਲ ਸੈਕਟਰੀ, ਜੁਆਇੰਟ ਸੈਕਟਰੀ ਨੂੰ ਜਿਹੜੇ ਗਵਰਨਮੈਂਟ ਅਕੋਮੋਡੇਸ਼ਨ ਮਿਲਦੇ ਨੇ, ਉਸ ਤਰ੍ਹਾਂ ਦੇ ਗਵਰਨਮੈਂਟ ਅਕੋਮੋਡੇਸ਼ਨ ਉੱਥੇ ਮਿਲੇ ਹੋਏ ਸਨ। ਇਸੇ ਤਰ੍ਹਾਂ ਕਈ ਪ੍ਰਾਈਵੇਟ ਲੋਕ ਜਿਹੜੇ ਗਵਰਨਮੈਂਟ ਦੇ ਫੇਵਰੇਟ ਹੁੰਦੇ ਨੇ, ਉਹ ਹਰਿਆਣਾ ਦੇ ਵਿੱਚ ਵੀ ਹੁਦਾ ਗਵਰਨਮੈਂਟ ਦੇ ਵਿੱਚ ਉਹਨਾਂ ਨੂੰ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨ ਮਿਲੇ ਹੋਏ ਸਨ। ਤੇ ਇਸ ਕਰਕੇ ਮੈਨੂੰ ਲੱਗਦਾ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆਰੋਪ ਲਾ ਰਹੀਆਂ ਨੇ ਉਹ ਬਿਲਕੁਲ ਸਹੀ ਨਹੀਂ ਹੈ। ਮਗਰ ਜਿਹੜੀ ਗੱਲ ਹੈ ਕਿ ਇੱਥੇ ਇਹ ਕਿਉਂ ਅਲਾਟ ਕੀਤਾ ਗਿਆ, ਇਹ ਬਿਲਕੁਲ ਜਿਹੜਾ ਹੈ ਉਹ ਸਹੀ, ਇੱਕ ਜਾਇਜ਼ ਗੱਲ ਹੈ। ਮਗਰ ਜਿਹੜੇ ਸਵਾਲ ਚੁੱਕ ਰਹੇ ਨੇ ਉਹਨਾਂ ਦੇ ਆਪਣੇ ਦਾਮਨ ਤੇ ਵੀ ਕਾਫੀ ਦਾਗ ਨੇ, ਉਹਨਾਂ ਨੂੰ ਦੇਖਣਾ ਚਾਹੀਦਾ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਅਸੀਂ ਨੈਪੋਟਿਜ਼ਮ ਦੀ ਗੱਲ ਕਰ ਰਹੇ ਹਾਂ, ਦੇਖੋ ਆਮ ਆਦਮੀ ਪਾਰਟੀ ਇਕੱਲੀ ਇੱਕ ਅਜਿਹੀ ਪਾਰਟੀ ਨਹੀਂ ਹੈ ਜਿਹੜੀ ਨੈਪੋਟਿਜ਼ਮ ਕਰ ਰਹੀ ਹੈ। ਮਗਰ ਫਿਰ ਵੀ ਜੇ ਅਸੀਂ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਚੀਜ਼ ਬੜੀ ਸਾਫ਼ ਹੈ। ਜੇ ਤੁਸੀਂ ਨਿਊਟਰਲੀ ਦੇਖੋਗੇ, ਸਾਰੇ ਸਰਕਾਰੀ ਵਿਭਾਗ, ਭਾਵੇਂ ਉਹ ਡੀਟੀਸੀ ਹੋਵੇ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਹੋਵੇ, ਤੇ ਦਿੱਲੀ ਜਲ ਬੋਰਡ ਹੋਵੇ, ਜਾਂ ਇਸ ਦੇ ਨਾਲ ਹੋਰ ਵੀ ਸਿਮਿਲਰ ਕਈ ਮਹਿਕਮੇ ਨੇ ਜਿਹੜੇ ਦਿੱਲੀ ਸਰਕਾਰ ਦੇ ਅਧੀਨ ਨੇ, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁਝ ਅਪਾਇੰਟਮੈਂਟ ਕੀਤੀਆਂ ਨੇ ਟਾਪ ਲੈਵਲ ਤੇ। ਕੁਝ ਅਪਾਇੰਟਮੈਂਟ ਨੇ, ਇੱਕ ਵਾਰ ਫਿਰ ਤੋਂ ਦੁਹਰਾ ਰਿਹਾ, ਕੁਝ ਅਪਾਇੰਟਮੈਂਟ ਕੀਤੀਆਂ ਨੇ ਟਾਪ ਲੈਵਲ ਤੇ ਕਿ ਇੱਕ ਸਪੈਸੀਫਿਕ ਕਮਿਊਨਿਟੀ ਨੂੰ ਉੱਥੇ ਜਿਹੜਾ ਹੈ ਪ੍ਰੈਫਰੈਂਸ ਦਿੱਤੀ ਗਈ ਹੈ। ਮੈਂ ਜਰਨਲਿਸਟਿਕ ਐਥਿਕਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਿਸੇ ਕਮਿਊਨਿਟੀ ਦਾ ਜਾਂ ਕਿਸੇ ਸੈਕਸ਼ਨ ਦਾ ਨਾਮ ਨਹੀਂ ਲੈ ਸਕਦਾ, ਮਗਰ ਇਹ ਚੀਜ਼ ਬਿਲਕੁਲ ਸਾਫ਼ ਹੈ। ਜੇ ਇਸ ਨੂੰ ਐਨਾਲਾਈਜ਼ ਕੀਤਾ ਜਾਵੇਗਾ ਇਸ ਡੇਟਾ ਨੂੰ, ਤਾਂ ਬੜੇ ਹੈਰਾਨੀ ਜਿਹੜੇ ਆંકੜੇ ਨੇ ਉਹ ਸਾਡੇ ਸਾਹਮਣੇ ਆਉਣਗੇ ਕਿ ਇੱਕ ਸਪੈਸੀਫਿਕ ਸੈਕਸ਼ਨ ਆਫ ਸੋਸਾਇਟੀ ਜਿਹੜਾ ਹੈ ਉਹ ਫੇਵਰ ਕੀਤਾ ਜਾ ਰਿਹਾ, ਇੱਕ ਸਪੈਸੀਫਿਕ ਸੈਕਸ਼ਨ ਆਫ ਆਫਿਸਰਸ ਆਰ ਬੀਇੰਗ ਫੇਵਰਡ, ਜਿਹੜੇ ਵੱਖੋ ਵੱਖ ਵਿਭਾਗ ਨੇ ਦਿੱਲੀ ਸਰਕਾਰ ਦੇ। ਤੇ ਇਸ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਕੀ ਸਰਕਾਰਾਂ ਨੇ ਅਜਿਹਾ ਨਹੀਂ ਕੀਤਾ, ਮਗਰ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਜਿਹਾ ਹੋ ਰਿਹਾ, ਤੇ ਇਹ ਇੱਕ ਵੱਡਾ ਸਵਾਲ ਹੈ। ਮਗਰ ਤੀਜੀ ਗੱਲ ਜਿਹੜੀ ਮੈਂ ਇੱਥੇ ਕਰਨਾ ਚਾਹੁੰਦਾ, ਬਿਊਰੋਕ੍ਰੇਸੀ ਨੂੰ ਲੈ ਕੇ ਜਿਹੜੀ ਗੱਲਬਾਤ ਸ਼ਿੰਗਲੂ ਕਮੇਟੀ ਦੀ ਰਿਪੋਰਟ ਦੇ ਵਿੱਚ ਕੀਤੀ ਗਈ ਹੈ ਕਿ ਬਿਊਰੋਕਰੇਟ ਜਿਹੜੇ ਨੇ ਉਹਨਾਂ ਦੀ ਜਿਹੜੀ ਪਾਵਰਸ ਹੈ ਉਹਨਾਂ ਨੂੰ ਓਵਰ ਪਾਵਰ ਕਰਨ ਦੀ ਕੋਸ਼ਿਸ਼ ਜਿਹੜਾ ਸਰਕਾਰ ਵੱਲੋਂ ਕੀਤੀ ਗਈ ਹੈ। ਜਿਸ ਸਮੇਂ ਅਰਵਿੰਦ ਕੇਜਰੀਵਾਲ ਸੱਤਾ ਦੇ ਵਿੱਚ ਆਏ ਸਨ, ਉਸ ਸਮੇਂ ਇੱਕ ਇਹ ਜਿਹੜੀ ਤਸਵੀਰ ਪੇਸ਼ ਕੀਤੀ ਗਈ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਬਿਊਰੋਕ੍ਰੈਟਿਕ ਐਕਸਪੀਰੀਅੰਸ ਹੈ। ਉਹ IAS ਆਫਿਸਰ ਰਹਿ ਚੁੱਕੇ ਨੇ, ਇਸ ਕਰਕੇ ਉਹ ਬਿਊਰੋਕ੍ਰੇਸੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਇਸ ਦੇ ਨਾਲ ਨਾਲ ਸਰਕਾਰ ਵੀ ਚੰਗੀ ਤਰ੍ਹਾਂ ਚਲਾ ਸਕਦੇ ਨੇ। ਮਗਰ ਹੁਣ ਇਹ ਜਦੋਂ ਇੰਪਲੀਮੈਂਟ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਇੱਕ ਵੱਖਰੀ ਤਸਵੀਰ, ਇੱਕ ਵੱਖਰੀ ਪਿਕਚਰ ਨਜ਼ਰ ਆਈ। ਜਿਹੜੇ ਸੀਨੀਅਰ IAS ਆਫਿਸਰ ਸਨ ਉਹਨਾਂ ਨੂੰ ਜ਼ਿਆਦਾ ਤਵੱਜੋ ਹੀ ਨਹੀਂ ਦਿੱਤੀ ਗਈ ਸਰਕਾਰ ਦੇ ਵਿੱਚ, ਤੇ ਜਿਹੜੇ ਬਿਊਰੋਕ੍ਰੈਟਿਕ ਕੰਮ ਨੇ, ਜਿਹੜੀਆਂ ਫਾਈਲਾਂ ਦਾ ਕੰਮ ਖੁਦ ਬਿਊਰੋਕਰੈਟ ਕਰਦੇ ਨੇ, ਉਹਨਾਂ ਕੰਮਾਂ ਨੂੰ ਖੁਦ ਸਰਕਾਰ ਦੇ ਮੰਤਰੀ ਕਰ ਰਹੇ ਸਨ, ਤੇ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਨਹੀਂ ਜਾ ਰਹੀ ਸੀ। ਤੇ ਸ਼ਕੁੰਤਲਾ ਗੈਂਗਲਿਨ ਜਿਹੜਾ 2015 ਦੇ ਵਿੱਚ ਇੰਨੀ ਕੰਟਰੋਵਰਸੀ ਹੋਈ, ਉਹ ਸਾਰੇ ਲੋਕਾਂ ਨੂੰ ਯਾਦ ਹੈ। ਤੇ ਇਸ ਕਰਕੇ ਜਿਹੜਾ ਬਿਊਰੋਕ੍ਰੇਸੀ ਹੈ ਉਹ ਕਾਫੀ ਹੱਦ ਤੱਕ ਨਾਰਾਜ਼ ਹੋ ਰਹੀ, ਇੱਥੋਂ ਤੱਕ ਕਿ ਜਿਹੜੇ ਜੂਨੀਅਰ ਲੈਵਲ ਆਫਿਸਰਸ ਨੇ, ਜਿਹੜੇ ਨॉन IPS ਕੈਡਰ ਦੇ ਆਫਿਸਰਸ ਨੇ, ਉਹਨਾਂ ਨੂੰ ਪ੍ਰੈਫਰ ਕਰਨ ਦੀ ਗੱਲ ਅਰਵਿੰਦ ਕੇਜਰੀਵਾਲ ਗਵਰਨਰ ਨੇ ਕੀਤੀ। ਮਗਰ ਇੱਕ ਚੀਜ਼ ਜਿਹੜੀ ਬੜੀ ਸਾਫ਼ ਹੈ ਹਰਪ੍ਰੀਤ ਜੀ, ACB ਦੀ ਗੱਲ ਮੈਂ ਕਰਨਾ ਚਾਹੂੰਗਾ ਕਿ ਜਦੋਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਦਿੱਲੀ ਦੇ ਵਿੱਚ ਸੀ, ਤੇ ਇਹ ਚੀਜ਼ ਬੜੀ ਨਿਊਟਰਲ ਪੁਆਇੰਟ ਆਫ ਵਿਊ ਦੇ ਨਾਲ ਦੇਖੀ ਜਾਏ ਤਾਂ ACB ਐਂਟੀ ਕਰਪਸ਼ਨ ਬਿਊਰੋ ਦਿੱਲੀ ਦੇ ਵਿੱਚ ਹੈ,
ਤੇ ਮੈਂ ਸਮੇਂ ਤੇ ਕਾਫੀ ਸਟੋਰੀਜ਼ ਵੀ ਕਵਰ ਕਰਦਾ ਰਿਹਾ ਹਾਂ ਤੇ ਉਹਦੇ ਚ ਕੀ ਸੀਗਾ ਕਿ ACB ਹਮੇਸ਼ਾ ਦਿੱਲੀ ਸਰਕਾਰ ਦੇ ਅੰਦਰ ਕੰਮ ਕਰਦੀ ਸੀ। ਮਗਰ ਜਦੋਂ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਆਈ ਤੇ ਅਕੋਰਡਿੰਗ ਟੂ ਦ ਸੋਰਸਿਸ ਇਹ ਚੀਜ਼ਾਂ ਸਾਹਮਣੇ ਆਈਆਂ ਕਿ ACB ਨੂੰ ਅਰਵਿੰਦ ਕੇਜਰੀਵਾਲ ਗਵਰਨਮੈਂਟ ਤੋਂ ਇਹ ਡਾਇਰੈਕਸ਼ਨ ਮਿਲੀਆਂ ਨੇ, ਇਹ ਐਲੀਗੇਸ਼ਨ ਲਾਏ ਗਏ, ਇਹ ਐਲੀਗੇਸ਼ਨ ਵੀ ਲਾਏ ਗਏ ਤੇ ਇੰਟਰਨਲ ਜਿਹੜਾ ਹੈ ਇਹ ਕੁਝ ਲੋਕਾਂ ਨੇ ਅਕੋਰਡਿੰਗ ਟੂ ਸੋਰਸਿਸ ਇਹ ਵੀ ਚੀਜ਼ਾਂ ਕਹੀਆਂ ਕਿ ACB ਨੂੰ ਇਹ ਕਿਹਾ ਗਿਆ ਕਿ ਦਿੱਲੀ ਦੀ ਟੈਰੀਟਰੀ ਦੇ ਅੰਦਰ ਕੋਈ ਵੀ चाहे केंद्र सरकार का मंत्री है, चाहे कोई बड़ा इंडस्ट्रियलिस्ट है या उसने कोई बड़ा इंडस्ट्रियलिस्ट जो दिल्ली तो बाहर रह रहा है मगर उसने दिल्ली के किसी तरह की करप्शन की है तो उन्होंने फौरी तौर पर कार्रवाई करते हुए पहला प्रीलिमिनरी इंक्वायरी करो उसके बाद उन्होंने अरेस्ट करो। इसे करके ACB ਨੂੰ केंद्र सरकार ने ਹੁਣ अपने अधीन कर लिया ਤੇ ਕੁੱਲ ਮਿਲਾ ਕੇ ਜਿਹੜੀਆਂ ਚੀਜ਼ਾਂ ਨੇ ਉਸਨੂੰ ਸਿਰਫ ਇੱਕ ਪੱਖੋਂ ਨਹੀਂ ਦੇਖਣਾ ਚਾਹੀਦਾ, ਸਾਨੂੰ ਸਾਰੇ ਪੱਖ ਜ਼ਰੂਰ ਦੇਖਣੇ ਹੋਣਗੇ ਤੇ ਇੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁਝ ਜ਼ਿਆਦਾ ਜਿਹੜਾ ਹੈ ਉਹ ਟਾਰਗੇਟ ਕੀਤਾ ਵੀ ਜਾ ਰਿਹਾ। ਮਗਰ ਹਾਂ ਇਹ ਚੀਜ਼ ਜ਼ਰੂਰ ਮੰਨਣੀ ਹੋਵੇਗੀ ਕਿ ਨੈਪੋਟਿਜ਼ਮ ਇਸ ਕੰਟਰੀ ਨਹੀਂ ਹੈ, ਇਹ ਵੀ ਮੰਨਣਾ ਹੋਵੇਗਾ ਕਿ ਬਿਊਰੋਕ੍ਰੇਸੀ ਦੇ ਨਾਲ ਗਲਤ ਹੋ ਰਿਹਾ ਹੈ, ਇਹ ਵੀ ਮੰਨਣਾ ਹੋਵੇਗਾ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਦਫ਼ਤਰ ਅਲਾਉ ਕੀਤਾ ਗਿਆ ਹੈ ਉਹ ਗਲਤ ਕੀਤਾ ਗਿਆ। ਮਗਰ ਇੱਕ ਚੀਜ਼ ਦੇਖੋ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਹੀਂ ਹੈ, ਇੱਕ ਵੱਡਾ ਦਫ਼ਤਰ ਹੈ ਕਿ ਕਾਂਗਰਸ ਪਾਰਟੀ ਦਾ ਦਫ਼ਤਰ ਕਾਂਗਰਸ ਦੇ ਰੂਮ ਦੇ ਵਿੱਚ ਨਹੀਂ ਤੇ ਇਹ ਇੱਕ ਚੀਜ਼ ਜਿਹੜਾ ਲਟੀਅਨ ਜ਼ੋਨ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਪੋਲਿਟਿਕਸ ਹੁੰਦੀ ਹੈ, ਜਿਹੜੀ ਲਟੀਅਨ ਜ਼ੋਨ ਦੇ ਵਿੱਚ ਜਰਨਲਿਜ਼ਮ ਹੁੰਦਾ ਹੈ ਉਹ ਜਰਨਲਿਸਟ ਜਿਹੜਾ ਹੈ ਆਮ ਤੌਰ ਤੇ ਗੱਲ ਕਰਦੇ ਨੇ ਕਿ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਆਏਗੀ ਭਾਵੇਂ ਉਹ BJP ਹੋਵੇ ਭਾਵੇਂ ਉਹ ਕੇਂਦਰ ਸਰਕਾਰ ਜਾਂ ਕਾਂਗਰਸ ਸਰਕਾਰ ਹੋਵੇ ਤਾਂ ਕਾਂਗਰਸ ਜਾਂ BJP ਜੋ ਵੀ ਸਰਕਾਰ ਹੋਵੇਗੀ ਉਹਨਾਂ ਪਾਰਟੀਆਂ ਨੂੰ ਆਪਣੇ ਦਫ਼ਤਰ ਔਰ ਅਕ੍ਰੋਸ ਇੰਡੀਆ ਖੋਲ੍ਹਣ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੈ। ਪ੍ਰੋਬਲਮ ਨਹੀਂ ਆਉਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਜਿਹੜੀ ਵੀ ਆਬਸਟੈਕਲਸ ਹੁੰਦੀਆਂ ਨੇ ਉਹ ਨਹੀਂ ਫੇਸ ਹੁੰਦੀਆਂ ਨੇ, ਉਹ ਈਜ਼ੀਲੀ ਆਪਣੇ ਦਫ਼ਤਰ ਖੋਲ੍ਹ ਸਕਦੀਆਂ ਨੇ। ਮਗਰ ਉਹਨਾਂ ਚੀਜ਼ਾਂ ਤੇ ਸ਼ਾਇਦ ਕਦੇ ਮੀਡੀਆ ਨੇ ਸਟੋਰੀਜ਼ ਕਵਰ ਕੀਤੀਆਂ ਨਹੀਂ। ਮਗਰ ਹੁਣ ਅਸੀਂ ਦਿੱਲੀ ਦੀ ਗੱਲ ਕਰ ਰਹੇ ਹਾਂ ਤਾਂ ਹਾਂ ਦਿੱਲੀ ਦੇ ਵਿੱਚ कॉन्स्टिट्यूशनली न केवल दिल्ली बल्कि पूरे देश के कॉन्स्टिट्यूशनली कोई भी सरकार किसी पॉलिटिकल पार्टी को फेवर नहीं कर सकती कोई भी जगह अलॉट करने के लिए कोई फेवर इस मामले के नहीं किया जा सकता। इस मामले के जो है आम आदमी पार्टी के सवाल चुकने बिल्कुल जायज हो सकते। ਥੈਂਕ ਯੂ ਗੁਰਮੀਤ ਜੀ, ਕੁਝ ਕਾਫੀ ਗੁੱਡ ਤੇ ਵੈਲਿਡ ਪੁਆਇੰਟ ਤੁਸੀਂ ਚੱਕੇ ਨੇ। ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ BJP ਉੱਤੇ ਤੇ ਇਲਜ਼ਾਮ ਲੱਗਦੇ ਹੀ ਸੀ ਕਿ ਕਿਤੇ ਨਾ ਕਿਤੇ ਭਾਈ ਭਤੀਜਾਵਾਦ ਜਾਂ ਫੇਵਰਿਜ਼ਮ ਵਾਲੀ ਰਾਜਨੀਤੀ ਇਹ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ। ਪਰ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅਸੀਂ ਉਹਨਾਂ ਪਾਰਟੀਆਂ ਦਾ ਹਵਾਲਾ ਦੇ ਕੇ ਆਮ ਆਦਮੀ ਪਾਰਟੀ ਨੂੰ ਕਲੀਨ ਚਿਟ ਦੇ ਸਕਦੇ ਹਾਂ, ਕਿਉਂਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਰਾਜਨੀਤੀ ਸਾਫ਼ ਕਰਨ ਦੀਆਂ ਤੇ ਕਰਪਸ਼ਨ ਹਟਾਉਣ ਦੀਆਂ ਗੱਲਾਂ ਕਰਦੀਆਂ ਸੀ, ਪਰ ਜੋ ਰਿਪੋਰਟਾਂ ਸਾਡੇ ਸਾਹਮਣੇ ਆ ਰਹੀਆਂ ਨੇ ਸੱਚ ਕੁਝ ਹੋਰ ਹੀ ਸਾਹਮਣੇ ਆ ਰਿਹਾ। ਪ੍ਰਭਮੀਤ ਜੀ। ਹਰਪ੍ਰੀਤ ਜੀ, ਮੈਂ ਆਪਣੇ ਸਾਰੇ ਸਾਥੀ ਪੈਨਲਿਸਟਾਂ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਇੱਕ ਚੀਜ਼ ਤਾਂ ਮੈਂ ਕਲੀਅਰ ਕਰਨੀ ਚਾਹੂੰਗਾ ਕਿ ਇਹ ਸ਼ੁੰਗਲੂ ਕਮੇਟੀ ਦੀ ਰਿਪੋਰਟ ਨਹੀਂ ਸਾਹਮਣੇ ਆਈ ਹੈ। ਇਹ ਸ਼ੁੰਗਲੂ ਕਮੇਟੀ ਦੀ ਰਿਪੋਰਟ ਦੇ ਵਿੱਚੋਂ ਜੋ ਫੈਕਟਸ ਨੇ ਜਿਹੜੇ RTI ਦੇ ਥਰੂ ਸਾਹਮਣੇ ਆਏ ਨੇ ਉਹ ਸਾਡੇ ਲੋਕਾਂ ਦੇ ਅੱਗੇ ਰੱਖੇ ਗਏ ਨੇ। ਰਿਪੋਰਟ ਆਲਰੇਡੀ ਨਵੰਬਰ ਦੇ ਵਿੱਚ ਆ ਗਈ ਹੈ। ਇਸ ਤੋਂ ਪਹਿਲਾਂ ਗੱਲ ਹੋ ਰਹੀ ਸੀ ਕਿ MCD ਇਲੈਕਸ਼ਨਸ ਤੋਂ ਪਹਿਲਾਂ ਇਸ ਰਿਪੋਰਟ ਨੂੰ ਕੱਢਣ ਦਾ ਕੀ ਮਤਲਬ ਹੈ। ਇਸ ਰਿਪੋਰਟ ਨੂੰ MCD ਇਲੈਕਸ਼ਨਸ ਤੋਂ ਪਹਿਲਾਂ ਕੱਢਣ ਦਾ ਮਤਲਬ ਪਿਓਰ ਪੋਲੀਟੀਕਲ ਮਤਲਬ ਹੈ ਔਰ ਆਪੋਜੀਸ਼ਨ ਪਾਰਟੀਆਂ ਭਾਵੇਂ ਕਾਂਗਰਸ ਹੋਵੇ ਭਾਵੇਂ BJP ਹੋਵੇ ਉਹ ਕੋਈ ਵੀ ਮੌਕਾ ਨਹੀਂ ਦੇਣਾ ਚਾਹੁੰਦੀਆਂ ਆਮ ਆਦਮੀ ਪਾਰਟੀ ਨੂੰ ਸਰਵਾਈਵ ਕਰਨ ਦਾ MCD ਇਲੈਕਸ਼ਨ 'ਚ। ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਨਾ ਕਿ MCD ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਡੂ ਔਰ ਡਾਈ ਨਹੀਂ ਹੈ, ਸਿਰਫ ਡਾਈ ਦੀ ਸਿਚੁਏਸ਼ਨ ਹੈ। ਤਾਂ ਉਹ ਡਾਈ ਦੇ ਵਿੱਚ ਇੱਕ ਪੁਆਇੰਟ ਹੁਣ ਜਿਹੜਾ ਜੁੜ ਗਿਆ। ਉਸ ਤੋਂ ਬਾਅਦ ਜਿਹੜੀ ਗੱਲ ਆ ਜਾਂਦੀ ਹੈ, ਜਿਵੇਂ ਮੇਰੇ ਸਾਥੀ ਪੈਨਲਿਸਟ ਕਰ ਰਹੇ ਸੀ ਕਿ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ, ਕਾਂਗਰਸ ਦਾ ਦਫ਼ਤਰ ਹੈ, ਇਹ ਸਾਰੀਆਂ ਪਾਰਟੀਆਂ ਤਾਂ ਇਹ ਕੰਮ ਕਰ ਹੀ ਰਹੀਆਂ ਸੀਗੀਆਂ। ਫਿਰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਪਾਰਟੀ ਵਿਦ ਦਾ ਡਿਫਰੈਂਸ ਕਹਿ ਕੇ ਕਿਉਂ ਲੋਕਾਂ ਦੇ ਵਿੱਚ ਆਈ ਹੈ? ਫਿਰ ਅਸੀਂ ਉਹਨੂੰ ਕਿਵੇਂ ਅਲੱਗ ਕਿਵੇਂ ਕਰਾਂਗੇ? ਵਾਟ ਅਬਾਊਟ ਦਾ ਡਿਫਰੈਂਟ ਪੋਲਿਟਿਕਸ? ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਆਮ ਆਦਮੀ ਪਾਰਟੀ ਮੈਂ ਸਮਝਦਾ ਕਿ ਇੱਕ ਅੱਛਾ ਸ਼ਗਨ ਹੈ ਕਿ ਬਿਫੋਰ MCD ਇਲੈਕਸ਼ਨਸ ਇਹ ਸਾਰੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਗਈਆਂ ਤਾਂ ਕਿ ਦਿੱਲੀ ਦੇ ਲੋਕ ਜਿਹੜੇ ਹੋਰ ਜ਼ਿਆਦਾ ਬੇਵਕੂਫ ਬਣਨ ਤੋਂ ਉਹ ਇੱਕ ਤਰ੍ਹਾਂ ਨਾਲ ਸ਼ਾਇਦ ਆਪਣੀ ਸਮਝ ਤੋਂ ਕੰਮ ਲੈਣਗੇ ਤੇ ਹੋਰ ਜ਼ਿਆਦਾ ਬੇਵਕੂਫ ਬਣਨ ਤੋਂ ਬਚ ਜਾਣਗੇ। ਉਸ ਤੋਂ ਬਾਅਦ ਮੈਂ ਇਹਦੇ 'ਚ ਇੱਕ ਪੁਆਇੰਟ ਇਹ ਵੀ ਦੇਖਣਾ ਚਾਹੁੰਦਾ ਕਿ ਸ਼ੁੰਗਲੂ ਕਮੇਟੀ ਦੀ ਇਹ ਜਿਹੜੇ ਫੈਕਟਸ ਜਿਹੜੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚ BJP ਦਾ ਰਿਐਕਸ਼ਨ ਕੋਈ ਬਹੁਤ ਜ਼ਿਆਦਾ ਗਰਮ ਰਿਐਕਸ਼ਨ ਨਹੀਂ ਆਇਆ। ਮੇਰੀ ਸਮਝ ਤੋਂ ਇਹ ਚੀਜ਼ ਬਾਹਰ ਹੈ ਕਿ BJP ਨੇ ਦੇ ਮਨੋਜ ਤਿਵਾੜੀ ਨੇ ਸਿਰਫ ਉਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਗਵਰਨਮੈਂਟ ਜਿਹੜੀ ਹੈ ਇਹਨੂੰ ਡਿਸਮਿਸ ਕਰ ਦੇਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਕੋਈ BJP ਦੇ ਲੀਡਰ ਨੇ ਆਮ ਆਦਮੀ ਪਾਰਟੀ ਨੂੰ ਤਵੱਜੋ ਹੀ ਨਹੀਂ ਦਿੱਤੀ ਹੈ ਕਿਸੇ ਤਰ੍ਹਾਂ ਨਾਲ ਇਸ ਰਿਪੋਰਟ ਨੂੰ ਲੈ ਕੇ।
ਐਸ ਫਾਰ ਐਜ਼ ਸਤਿੰਦਰ ਜੈਨ ਸਟੇਟਮੈਂਟ ਇਸ ਕੰਸਰਨ ਕਿ ਉਹਨਾਂ ਨੇ ਕਿਹਾ ਕਿ ਇਹ ਰਿਪੋਰਟ ਕੁਝ ਨਹੀਂ ਹੈ, ਇਹ ਸਾਰੀ ਗੱਲਾਂ ਐਵੇਂ ਨੇ, ਫੇਕ ਨੇ, ਝੂਠੀਆਂ ਮਾਰੀਆਂ ਹੋਈਆਂ ਨੇ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਵੀਕੇ ਸ਼ੁੰਗਲੂ ਜਿਹੜੇ ਹੈਗੇ ਨੇ ਐਕਸ ਕੰਟਰੋਲਰ ਐਂਡ ਆਡੀਟਰ ਜਨਰਲ ਨੇ ਗਵਰਨਮੈਂਟ ਆਫ ਇੰਡੀਆ ਦੇ, ਔਰ ਉਹਨਾਂ ਦੀ ਰਿਪੋਰਟ ਜੇ ਗਲਤ ਹੋ ਸਕਦੀ ਹੈ ਤਾਂ ਫਿਰ ਸਾਡੇ ਮੁਲਕ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਜਾਂ ਉਹਨਾਂ ਦੇ ਲੀਡਰ ਹੀ ਸੱਚੇ ਹੋ ਸਕਦੇ ਨੇ। ਬਾਕੀ ਆਪਾਂ ਸਾਰੇ ਹੀ ਜਿੰਨੇ ਲੋਕ ਇੱਥੇ ਸੱਤਾ ਦੇ ਵਿੱਚ ਬੈਠੇ ਆ, ਭਾਵੇਂ ਮੀਡੀਆ 'ਚ ਬੈਠੇ ਆ, ਭਾਵੇਂ ਕਿਤੇ ਆਪਣੇ ਘਰਾਂ 'ਚ ਐਜ਼ ਵੋਟਰ ਵੀ ਬੈਠੇ, ਤਾਂ ਅਸੀਂ ਸਾਰੇ ਹੀ ਲੋਕ ਗਲਤ ਆ ਜੀ। ਥੋੜੀ ਜੀ ਆਪਾਂ ਅੱਗੇ ਚੱਲਦੇ ਹਾਂ। ਬੜੇ ਸੋਹਣੇ ਪੁਆਇੰਟ ਚੱਕਣ ਦੇ ਤੁਸੀਂ ਸਾਰੇ ਹੀ। ਜੇ ਮੇਰੇ ਜਿੱਦਾਂ ਸਬਦੀਸ਼ ਜੀ ਜਾਂ ਫਿਰ ਸੀਪੀ ਸਿੰਘ ਜੀ ਨੇ ਜੇ ਕਿ ਪੁਆਇੰਟ ਤੇ ਕਮੈਂਟ ਕਰਨਾ, ਪਲੀਜ਼ ਨੋਟ ਡਾਊਨ ਕਰ ਲਿਓ। ਨਾਲ ਦੇ ਨਾਲ ਆਪਾਂ ਰਿਪੋਰਟ ਦੇ ਅਗਲੀ ਗੱਲ ਵੱਲ ਚੱਲੀ ਜਾਵਾਂਗੇ, ਨਾਲ ਦੇ ਨਾਲ ਆਪਣੀ ਡਿਸਕਸ਼ਨ ਚਾਲੂ ਰੱਖਾਂਗੇ। ਜੋ ਅਗਲੀ ਪੁਆਇੰਟ ਹੈ ਮੇਰੀ, ਉਹ ਸਵਾਤੀ ਮਾਲੀਵਾਲ ਬਾਰੇ ਆ, ਜੋ ਕਿ ਚੇਅਰਪਰਸਨ ਹੈ DCW ਦੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਵੀ ਬਕਾਇਦਾ ਇੱਕ ਮਕਾਨ ਅਲਾਟ ਕੀਤਾ ਹੋਇਆ, ਜੋ ਕਿ as per constitution this is also wrong। ਉਸ ਤੋਂ ਅੱਗੇ ਜੋ ਕਾਫੀ ਇੰਟਰਸਟਿੰਗ ਪੁਆਇੰਟ ਆ, ਉਹ ਵਾ ਅਪਾਇੰਟਮੈਂਟ ਡਾਕਟਰ ਨਿਕੁੰਜੇ ਅਗਰਵਾਲ ਦੀ। ਜੇ ਡਾਕਟਰ ਨਿਕੁੰਜੇ ਅਗਰਵਾਲ ਜਾਂ ਡਾਕਟਰ ਅਗਰਵਾਲ ਸਾਹਿਬ ਦੀ ਗੱਲ ਕਰੀਏ, ਇਹ ਬੇਟੇ ਨੇ ਅਰਵਿੰਦ ਕੇਜਰੀਵਾਲ ਦੇ ਸਿਸਟਰ ਇਨ ਲਾਅ ਦੇ। ਜੀ ਹਾਂ, ਡਾਕਟਰ ਅਗਰਵਾਲ ਨੂੰ ਅਪਾਇੰਟ ਕੀਤਾ ਗਿਆ ਤੇ ਹੈਰਾਨੀ ਦੀ ਗੱਲ ਇਹ ਆ ਕਿ ਅਪਾਇੰਟਮੈਂਟ ਵਾਸਤੇ ਜੋ ਨਾ ਕੋਈ ਐਪਲੀਕੇਸ਼ਨ ਲਈ ਗਈ, ਉਹ ਸਿਰਫ ਇੱਕ ਹੈਂਡ ਰਿਟਨ ਐਪਲੀਕੇਸ਼ਨ ਸੀ। ਹਾਇਰਿੰਗ ਪ੍ਰੋਸੈਸ, ਜੋ ਵੀ ਹਾਇਰਿੰਗ ਦਾ ਪ੍ਰੋਸੈਸ ਸੀ, ਉਹ ਟੋਟਲੀ ਡਿਸਰਿਗਾਰਡ ਕੀਤਾ ਗਿਆ। ਹਾਇਰਿੰਗ ਤੋਂ ਟੋਟਲੀ ਬਾਅਦ ਉਹਨਾਂ ਨੂੰ, ਹਾਇਰਿੰਗ ਤੋਂ ਐਗਜ਼ੈਕਟਲੀ ਥੋੜੇ ਦਿਨਾਂ ਬਾਅਦ, 3 ਮਹੀਨੇ ਬਾਅਦ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਜਾਂਦੀ ਹੈ, ਫੋਰਨ ਟ੍ਰਿਪਸ ਭੇਜਿਆ ਜਾਂਦਾ ਵਾ। ਇਹ ਸਾਰੇ ਜੋ ਹਾਇਰਿੰਗ ਤੋਂ ਲੈ ਕੇ ਅਗਰਵਾਲ ਸਾਹਿਬ ਨੂੰ ਪ੍ਰਮੋਸ਼ਨ ਦੇਣਾ, ਉਸ ਤੋਂ ਬਾਅਦ ਫੋਰਨ ਟ੍ਰਿਪ ਤੇ ਭੇਜਣਾ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜੋ ਭਾਈ ਭਤੀਜਾਵਾਦ ਤੋਂ ਬਾਹਰ ਨਿਕਲ ਦੀ ਗੱਲ ਕਰ ਰਹੀ ਸੀ, ਲੱਗਦਾ ਹੈ ਕਿ ਭਾਈ ਭਤੀਜਾਵਾਦ ਦੇ ਵਿੱਚ ਫਸ ਕੇ ਰਹਿ ਗਈ ਆ। ਹਰਪ੍ਰੀਤ ਜੀ, ਮੈਂ ਉਹੀ ਗੱਲ ਪਹਿਲਾਂ ਕੀਤੀ ਹੈ ਕਿ ਪਾਰਟੀ ਵਿਦ ਡਿਫਰੈਂਸ ਵਾਲੀ ਗੱਲ ਕਿੱਥੇ ਗਈ? ਆਮ ਆਦਮੀ ਪਾਰਟੀ ਕਿੱਥੋਂ ਅਲੱਗ ਹੋ ਗਈ? ਆਪਣੇ ਆਪ ਨੂੰ ਕਿਸ ਤਰ੍ਹਾਂ ਅਲੱਗ ਹੋਣ ਦਾ ਕਲੇਮ ਕਰ ਰਹੀ ਹੈ? ਜਿਹੜੀ ਤੁਸੀਂ ਪੁਆਇੰਟਸ ਰੱਖੇ ਨੇ, ਚਾਹੇ ਸਵਾਤੀ ਮਾਲੀਵਾਲ ਦਾ ਹੋਵੇ ਜਾਂ ਡਾਕਟਰ ਸਾਹਿਬ ਦਾ ਹੋਵੇ, ਇਹ ਸਾਰੀਆਂ ਚੀਜ਼ਾਂ ਹੀ ਲੋਕਾਂ ਦੇ ਸਾਹਮਣੇ ਆਉਣੀਆਂ ਬਹੁਤ ਜ਼ਰੂਰੀ ਸੀਗੀਆਂ, ਔਰ ਇਹ ਅੱਛਾ ਹੋ ਗਿਆ ਕਿ ਬਿਫੋਰ MCD ਇਲੈਕਸ਼ਨ ਲੋਕਾਂ ਦੇ ਅੱਗੇ ਚੀਜ਼ਾਂ ਆਈਆਂ, ਔਰ ਲੋਕ ਜਿਹੜਾ ਉਹ ਆਪਣੀ ਸਮਝ ਤੋਂ ਕੰਮ ਲੈ ਕੇ ਹੁਣ ਵੋਟਾਂ ਪਾਉਣਗੇ ਆਮ ਆਦਮੀ ਪਾਰਟੀ ਨੂੰ। ਇੱਕ ਮੁੱਦਾ ਮੈਂ ਇੱਥੋਂ ਜੋ ਅਗਲਾ ਪੁਆਇੰਟ ਉਹ ਤੁਹਾਨੂੰ ਚੇਤਾ ਕਰਾ ਦੇਣਾ ਚਾਹੁੰਦਾ, ਜਿੰਨੇ ਮੁੱਦਿਆਂ ਤੇ ਅਸੀਂ ਅੱਜ ਤੱਕ ਡਿਸਕਸ਼ਨ ਕਰ ਚੁੱਕੇ ਹਾਂ, ਤੁਸੀਂ ਸਾਰੇ ਜਾਣਦੇ ਹੋ ਕਿ ਚੱਕ ਦੇ ਟੀਵੀ ਤੇ ਡਿਬੇਟਾਂ ਤੇ ਅੱਜ ਤੋਂ ਜੇ ਤੁਸੀਂ 1 ਸਾਲ ਪਹਿਲਾਂ ਦਾ ਡਿਬੇਟਸ ਕੱਢ ਕੇ ਵੇਖ ਲਓ, ਇਨ ਸਭ ਮੁੱਦਿਆਂ ਤੇ ਜਿੱਦਾਂ ਇਹ ਨਿਊਜ਼ਾਂ ਬ੍ਰੇਕ ਹੋਈਆਂ ਸੀ, ਅਸੀਂ ਡਿਬੇਟ ਕੀਤੀ ਸੀ। ਅਗਲਾ ਜੋ ਮੁੱਦਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਾਫੀ ਇੰਟਰਸਟਿੰਗ ਆ, ਤੁਹਾਨੂੰ ਚੇਤਾ ਵੀ ਹੋਏਗਾ ਕਾਫੀ ਡਿਬੇਟਾਂ ਇਸ ਮੁੱਦੇ ਤੇ ਵੀ ਚੱਕ ਦੇ ਟੀਵੀ ਤੇ ਹੋਈਆਂ ਸੀ। ਸੋਮਿਆ ਜੈਨ, ਜੋ ਕਿ ਸਤਿੰਦਰ ਜੈਨ, ਮਿਨਿਸਟਰ ਸਤਿੰਦਰ ਜੈਨ ਦੇ ਬੇਟੀ ਨੇ, ਉਹਨਾਂ ਦੀ ਅਪਾਇੰਟਮੈਂਟ ਕੀਤੀ ਗਈ ਸੀ, ਮਹੱਲਾ ਕਲੀਨਿਕ ਦਾ ਐਡਵਾਈਜ਼ਰ ਬਣਾਇਆ ਗਿਆ ਸੀ। ਉਦੋਂ ਇਹ ਮੁੱਦਾ ਵੀ ਆਪੋਜੀਸ਼ਨ ਪਾਰਟੀਆਂ ਨੇ ਚੱਕਿਆ ਸੀ। ਮੁੱਦਾ ਜਦੋਂ ਮੀਡੀਆ 'ਚ ਆਇਆ, ਉਸ ਤੋਂ ਬਾਅਦ ਉਹਨਾਂ ਦੀ ਅਪਾਇੰਟਮੈਂਟ ਕੈਂਸਲ ਕਰ ਦਿੱਤੀ ਗਈ ਸੀ, ਜਾਂ ਫਿਰ ਤੁਸੀਂ ਕਹਿ ਸਕਦੇ ਜੋ ਰੈਜ਼ਿਗਨੇਸ਼ਨ ਲੈ ਲਈ ਗਈ ਸੀ। ਆਪੋਜੀਸ਼ਨ ਪਾਰਟੀਆਂ ਦਾ ਇਹ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਵਾਸਤੇ ਜੇ ਕਿ ਨੂੰ ਐਡਵਾਈਜ਼ਰ ਅਪਾਇੰਟ ਕਰਨਾ ਸੀ ਤੇ ਉਸ ਵਿਅਕਤੀ ਨੂੰ ਕਰਨਾ ਚਾਹੀਦਾ ਜਿਹਦੀ ਬੈਕਗ੍ਰਾਉਂਡ ਹੈਲਥ ਰਿਲੇਟਡ ਹੋਵੇ। ਪਰ ਜੋ ਸੋਮਿਆ ਜੈਨ ਆ, ਉਹ ਕਿਤੇ ਨਾ ਕਿਤੇ ਆਰਕੀਟੈਕਟ ਸੀ ਤੇ ਹੈਲਥ ਰਿਲੇਟਡ ਉਹਨਾਂ ਨੂੰ ਐਕਸਪੀਰੀਅੰਸ ਵੀ ਕੋਈ ਨਹੀਂ ਸੀ। ਮੈਨੂੰ ਚੰਗੀ ਤਰ੍ਹਾਂ ਚੇਤਾ, ਉਦੋਂ ਜੈਨ ਸਾਹਿਬ ਨੇ ਕੁਝ ਟੀਵੀ ਚੈਨਲਸ ਨੂੰ ਇੱਕ ਗੱਲ ਕਹੀ ਸੀ ਕਿ ਉਹ ਵਲੰਟੀਅਰ ਕੰਮ ਕਰ ਰਹੇ ਨੇ, ਉਹ ਸੈਲਰੀ ਨਹੀਂ ਲੈ ਰਹੇ। ਪਰ ਜੋ ਇਸ ਰਿਪੋਰਟ ਸਾਹਮਣੇ ਆ ਰਿਹਾ ਵਾ, ਉਹ ਇਹ ਸਾਹਮਣੇ ਆ ਰਿਹਾ ਵਾ ਕਿ 1.25 ਲੱਖ ਰੁਪਏ ਦੀ ਸੈਲਰੀ ਸੋਮਿਆ ਜੈਨ ਨੂੰ ਦਿੱਤੀ ਜਾ ਰਹੀ ਸੀ। ਜੇ ਮੇਰਾ ਕੋਈ ਵੀ ਸਾਥੀ ਕਮੈਂਟ ਕਰਨਾ ਚਾहे प्लीज। हरप्रीत जी, मेरी आवाज आ रही है जी? हाँ जी, बिल्कुल आ रही है जी। हाँ, ਅਸਲ ਦੇ ਵਿੱਚ ਇਹ ਸਾਰਾ ਜੋ ਕੁਝ ਵਾਪਰ ਰਿਹਾ ਹੈ ਨਾ, ਇਹਦੇ ਵਿੱਚ ਚੀਜ਼ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਇੱਕ ਆਪੋ ਬਣੀ ਇੱਕ ਧਾਰਨਾ ਉਹਨਾਂ ਨੇ ਬਣਾ ਲਈ ਕਿ ਸਾਨੂੰ ਲੋਕਾਂ ਨੇ ਇਮਾਨਦਾਰ ਸਮਝ ਲਿਆ, ਔਰ ਸਾਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਦਿੱਤਾ ਹੈ। ਔਰ ਇੱਕ ਉਹਨਾਂ ਉਸ ਚੀਜ਼ ਦੇ ਵਿੱਚ ਉਹਨੂੰ ਲੱਗਿਆ ਕਿ ਅਸੀਂ ਕੁਛ ਕਰ ਜਾਈਏ, ਜੇ ਦੂਜੀ ਪਾਰਟੀ ਸਾਡੇ ਬਾਰੇ ਕੋਈ ਨੁਕਤਾਚੀਨੀ ਕਰੂਗੀ, ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਹੈਗਾ, ਕਿਉਂਕਿ ਸਾਨੂੰ ਬਹੁਤ ਵੱਡਾ ਉਹਨਾਂ ਨੇ ਫਤਵਾ ਦੇ ਦਿੱਤਾ। ਔਰ ਦੂਜਾ ਉਹਦੇ ਵਿੱਚੋਂ ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਇੰਨਾ ਅਗਰੈਸਿਵ ਹੋ ਕੇ ਦੂਜੀਆਂ ਪਾਰਟੀਆਂ ਦੀ ਨੁਕਤਾਚੀਨੀ ਕਰਦੇ ਹਾਂ, ਉਹਨਾਂ ਦੀ ਸ਼ਾਇਦ ਉਹ ਸਾਡੇ ਵੱਲ ਵੇਖਣੇ ਨਾ, ਪਰ ਉਹਨਾਂ ਨੂੰ ਹੀ ਪਤਾ ਕਿ ਸਿਸਟਮ ਗਵਰਨੈਂਸ ਜਿਹੜੀ ਹੈਗੀ ਇਹ ਪ੍ਰੋਸੀਜਰ ਨਾਲ ਚੱਲਦੀ ਹੈ, ਔਰ ਪ੍ਰੋਸੀਜਰ ਕਨਸਟੀਟਿਊਸ਼ਨ ਦੇ ਨਾਲ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਹੈ,
ਇਹਦੀਆਂ ਗਲਤੀਆਂ ਨੇਰ ਸਵੇਰ ਫੜੀਆਂ ਜਾਣੀਆਂ ਨੇ। ਮੈਨੂੰ ਬਿਲਕੁਲ ਯਾਦ ਆ ਜਿਹੜੀ ਤੁਸੀਂ ਗੱਲ ਕੀਤੀ ਆ, ਜਦੋਂ ਆਪਾਂ ਸੌਮੀਆ ਜਾਨ ਦੀ ਗੱਲ ਕੀਤੀ ਸੀ, ਉਹਦੇ ਵਿੱਚ ਉਹ ਸਪਸ਼ਟ ਉਹਨਾਂ ਨੇ ਇਹੀ ਉਹਦਾ ਜਵਾਬ ਸੀ ਕਿ ਉਹ ਵਲੰਟਰੀ ਕੰਮ ਕਰ ਰਹੀ ਹੈ ਤਾਂ ਕਿ ਉਹਨੂੰ ਕੰਮ ਦਾ ਐਕਸਪੀਰੀਅੰਸ ਹੋ ਜੇ। ਬਿਲਕੁਲ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਉਸ ਵਕਤ ਕੀਤੀਆਂ ਸੀ। ਔਰ ਉਹਨਾਂ ਦੀ ਬਾਕੀ ਸਾਰੀਆਂ ਕਾਰਵਾਈਆਂ ਦੇ ਵਿੱਚ ਜਿਹੜੀ ਹੈਗੀ ਇੱਕੋ ਗੱਲ ਬੜੀ ਨਜ਼ਰ ਆਉਂਦੀ ਹੈ, ਇੱਕ ਤਾਂ ਸਿਸਟਮ ਤੋਂ ਉਲਟਾ ਚੱਲਣਾ ਚਾਹੁੰਦੇ ਨੇ ਕਿ ਜੋ ਵੀ ਸਿਸਟਮ ਦੂਜੀਆਂ ਪਾਰਟੀਆਂ ਨੇ ਪਾਇਆ ਅਸੀਂ ਉਹ ਸਿਸਟਮ ਨੂੰ ਮਾਨਤਾ ਹੀ ਨਹੀਂ ਦਿੰਦੇ। ਜੇ ਕਨਸਟੀਟਿਊਸ਼ਨ ਦੇ ਵਿੱਚ ਐਲਜੀ ਦੀ ਪੋਸਟ ਹੈ ਉਹ ਐਲਜੀ ਨੂੰ ਮਾਨਤਾ ਦੇਣ ਨੂੰ ਤਿਆਰ ਨੇ, ਉਹਨੂੰ ਹੀ ਆਪਣੇ ਰਾਹ ਦੇ ਵਿੱਚ ਰੋੜਾ ਮੰਨਦੇ ਨੇ। ਜੇ ਸੈਂਟਰ ਗਵਰਨਮੈਂਟ ਦੇ ਦੀ ਕੋਈ ਉਹਨਾਂ ਦੇ ਉੱਤੇ ਜਿਹੜੀ ਹੈਗੀ ਸਿਸਟਮ ਦੀ ਧਾਰਾ ਕੰਮ ਕਰਦੀ ਹੈ ਉਹ ਕਹਿੰਦੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਹੈਗੇ। ਔਰ ਫਿਰ ਜੇ ਉਹਨਾਂ ਤੇ ਕੋਈ ਦੋਸ਼ ਲੱਗਦਾ ਹੈ ਤਾਂ ਉਹ ਕਹਿੰਦੇ ਅਸੀਂ ਦੇਖ ਲਿਆ ਬੰਦਾ ਬੇਦੋਸ਼ਾ ਹੈ। ਪਰ ਜਦੋਂ ਉਹ ਦੂਜੇ ਨੂੰ ਦੋਸ਼ੀ ਕਹਿੰਦੇ ਉਹ ਕਹਿੰਦੇ ਪੂਰੀ ਜੱਜ ਤੋਂ ਜਿਹੜੀ ਹੈਗੀ ਇਨਕੁਆਇਰੀ ਕਰਾਈ ਜਾਵੇ। ਤੇ ਕਈ ਵਾਰ ਉਹ ਕਿਸੇ ਇਨਕੁਆਇਰੀ ਨੂੰ ਵੀ ਮੰਨਣ ਤੋਂ ਮੁਨਕਰ ਹੋਣ ਨੂੰ ਤਿਆਰ ਨੇ ਕਿ ਨਹੀਂ ਜੀ ਇਹ ਇਨਕੁਆਇਰੀ ਨੂੰ ਅਸੀਂ ਮੰਨਦੇ ਨਹੀਂ ਹੈਗੇ। ਸੋ ਉਹਨਾਂ ਨੇ ਇੱਕ ਧਾਰਨਾ ਬਣਾ ਲਈ ਸੀ ਔਰ ਗਲਤਫਹਿਮੀ ਹੋ ਗਈ ਸੀ। ਲੋਕਾਂ ਨੇ ਜਿੰਨਾ ਉਹਨਾਂ ਨੂੰ ਵਿਸ਼ਵਾਸ ਪ੍ਰਗਟ ਕੀਤਾ ਸੀ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਸਾਨੂੰ ਹੁਣ ਕੋਈ ਰੋਕਣ ਵਾਲਾ ਨਹੀਂ। ਜਿਵੇਂ ਸਿੱਧਾ ਪੰਜਾਬੀ 'ਚ ਕਹਿੰਦੇ ਆ ਸਾਡੇ ਤੇ ਉਂਗਲੀ ਕਰਨ ਵਾਲੇ ਨੂੰ ਲੋਕਾਂ ਨੇ ਆਪੇ ਝਾੜ ਦੇਣਾ ਕਿ ਇਹਦਾ ਬਹੁਤ ਵੱਡੇ ਇਮਾਨਦਾਰ ਲੋਕ ਨੇ। ਇਹਦੇ ਵਿੱਚੋਂ ਉਹਨਾਂ ਦੀਆਂ ਸਾਰੀਆਂ ਬੇਨੀਮੀਆਂ ਜੰਮੀਆਂ, ਇਹਨਾਂ ਦੇ ਵਿੱਚੋਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹਰ ਵਕਤ ਕਨਫਰੰਟੇਸ਼ਨ ਦਾ, ਦੂਜੇ ਕਿਸੇ ਸਿਸਟਮ ਨੂੰ ਰਿਕੋਗਨਾਈਜ਼ ਨਹੀਂ ਕਰਨਾ ਪਹਿਲੇ ਬਣੇ ਨੇ। ਇਹ ਉਹਨਾਂ ਦੀ ਵੱਡੀ ਧਾਰਨਾ ਬਣ ਗਈ ਸੀ ਜੀ। ਜੇ ਅਗਲੀ ਪੁਆਇੰਟ ਵੱਲ ਮੈਂ ਨਿਗਾਹ ਮਾਰਾਂ ਤੇ ਰੋਸ਼ਨ ਸ਼ੰਕਰ ਜੋ ਕਿ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਸੀ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਐਡਵਾਈਜ਼ਰ ਮਿਨਿਸਟਰ ਆਫ ਟੂਰਿਜ਼ਮ। ਜੋ ਸਭ ਤੋਂ ਇੰਟਰਸਟਿੰਗ ਗੱਲ ਆਈ ਕਿ ਬਕਾਇਦਾ ਇਸ ਵੈਕੈਂਸੀ ਵਾਸਤੇ ਕੋਈ ਵੀ ਐਡਵਰਟਾਈਜ਼ਮੈਂਟ ਦਿੱਲੀ ਗਵਰਨਮੈਂਟ ਵੱਲੋਂ ਨਹੀਂ ਦਿੱਤੀ ਗਈ। ਪਰ ਜੋ ਸਭ ਤੋਂ ਇੰਟਰਸਟਿੰਗ ਗੱਲ ਆਈ ਕਿ ਅਪਾਇੰਟਮੈਂਟ ਆਰਡਰ ਇਸ਼ੂ ਕੀਤਾ ਜਾਂਦਾ ਹੈ 11/9 ਨੂੰ 11 ਸਤੰਬਰ ਨੂੰ ਤੇ ਇਫੈਕਟਿਵ ਡੇਟ ਜੋ ਉਹਨਾਂ ਨੂੰ ਹਾਇਰਿੰਗ ਦੀ ਤਰੀਕ ਆ ਉਹ 1 ਅਗਸਤ ਲਿਖੀ ਗਈ ਆ। ਮੈਂ ਫਿਰ ਤੋਂ ਰਿਪੀਟ ਕਰਦਾ 11 ਸਤੰਬਰ ਨੂੰ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਆਫੀਸ਼ੀਅਲੀ, ਪਰ ਜੋ ਹਾਇਰਿੰਗ ਡੇਟ ਆ ਉਹ 1 ਅਗਸਤ ਆ ਜੋ ਕਿ ਪਿਛਲੇ 1 ਮਹੀਨੇ ਤੋਂ ਪਹਿਲਾਂ ਪਿਛਲੇ 1 ਮਹੀਨੇ ਤੋਂ ਉਹਨਾਂ ਨੂੰ ਕੰਮ ਕਰਦੇ ਵਿਖਾਇਆ ਜਾਂਦਾ ਵਾ। 60,000 ਸੈਲਰੀ ਤੋਂ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਅਭਿਨਵ ਰਾਏ ਦੂਜੇ ਆਮ ਆਦਮੀ ਪਾਰਟੀ ਦੇ ਮੈਂਬਰ ਜੋ ਕਿ ਲਗਭਗ 87,000 ਸੈਲਰੀ ਤੇ ਜਿਨ੍ਹਾਂ ਨੂੰ OST ਹਾਇਰ ਕੀਤਾ ਜਾਂਦਾ ਵਾ ਟਰਾਂਸਪੋਰਟੇਸ਼ਨ ਮਿਨਿਸਟਰ ਵਾਸਤੇ। ਤੇ ਇਹਨਾਂ ਦੇ ਉੱਤੇ ਤੇ ਕ੍ਰਿਮੀਨਲ ਚਾਰजेस ਵੀ ਲੱਗੇ ਹੋਏ ਨੇ। ਉਹਨਾਂ ਕ੍ਰਿਮੀਨਲ ਚਾਰजेस ਨੂੰ ਵੀ ਬਕਾਇਦਾ ਕ੍ਰਿਮੀਨਲ ਚਾਰजेस ਲੱਗਣ ਦੇ ਬਾਵਜੂਦ ਵੀ ਬਕਾਇਦਾ ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਵਾ ਐਡਵਾਈਜ਼ਰ ਫॉर ਮਿਨਿਸਟਰ ਆਫ ਟਰਾਂਸਪੋਰਟੇਸ਼ਨ। ਉਸ ਤੋਂ ਬਾਅਦ ਜੋ ਸਭ ਤੋਂ ਇੰਟਰਸਟਿੰਗ ਅਪਾਇੰਟਮੈਂਟ ਆਈ ਮਿਸਟਰ ਰਾਹੁਲ ਬੇਸਿਨ ਜੋ ਕਿ ਸਿਰਫ 12ਵੀਂ ਪਾਸ ਨੇ। ਮੈਂ ਰਿਪੀਟ ਕਰਦਾ ਜੋ ਕਿ ਸਿਰਫ 12ਵੀਂ ਪਾਸ ਨੇ, ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਵਾ ਐਡਵਾਈਜ਼ਰ ਟੂਰਿਜ਼ਮ ਟੂ ਦਾ ਦਿੱਲੀ ਚੀਫ ਮਿਨਿਸਟਰ। ਡਾਇਰੈਕਟਲੀ ਅਪਾਇੰਟਮੈਂਟ ਸੀ ਅਰਵਿੰਦ ਕੇਜਰੀਵਾਲ ਦੇ ਨਾਲ ਕੰਮ ਕਰਨ ਵਾਸਤੇ। ਸਿਰਫ 12ਵੀਂ ਪਾਸ ਨੂੰ ਟੂਰਿਜ਼ਮ ਦਾ ਐਡਵਾਈਜ਼ਰ ਟੂ CM ਚੀਫ ਮਿਨਿਸਟਰ ਅਪਾਇੰਟ ਕੀਤਾ ਜਾਂਦਾ ਹੈ। ਤੁਹਾਨੂੰ ਇਹ ਵੀ ਹੈਰਾਨੀ ਹੋਊਗੀ ਕਿ 1.5 ਲੱਖ ਰੁਪਇਆ ਸੈਲਰੀ ਇਹਨਾਂ ਨੂੰ ਆਫਰ ਕੀਤੀ ਜਾਂਦੀ ਹੈ। ਦਿੱਲੀ ਦੀ ਪਬਲਿਕ ਦੇ ਪੈਸੇ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇੱਥੇ ਹੀ ਨਹੀਂ, ਉਸ ਤੋਂ ਬਾਅਦ ਆਸਟ੍ਰੇਲੀਆ ਬਰਲਿਨ ਦੇ ਜਿੰਨੇ ਵੀ ਫੋਰਨ ਟ੍ਰਿਪ ਹੋਏ ਉੱਥੇ ਰਾਹੁਲ ਸਾਹਿਬ ਨੂੰ ਬਕਾਇਦਾ ਫਸਟ ਕਲਾਸ ਦੇ ਵਿੱਚ ਭੇਜਿਆ ਜਾਂਦਾ ਵਾ। ਮੇਰਾ ਜੇ ਕੋਈ ਵੀ ਸਾਥੀ ਕਮੈਂਟ ਕਰਨਾ ਚਾਹੇ। ਸਬਦੀਸ਼ ਜੀ, CP ਸਿੰਘ ਜੀ, ਗੁਰਮੀਤ ਜੀ। ਹਾਂਜੀ ਜੀ, ਮੈਂ ਇਸ ਵਿੱਚ ਐਡ ਕਰਨਾ ਚਾਹੁੰਦਾ ਕਿ ਇਹਦੇ 'ਚ ਨੈਪੋਟਿਜ਼ਮ ਦੀ ਜਿਹੜੀ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ, ਇਹਦੇ 'ਚ ਨਿਕੁੰਜ ਤੇ ਸੌਮਿਆ ਜੈਨ ਪਰਿਜਾ ਤੇ ਕਾਫੀ ਨਾਮ ਜਿਹੜੇ ਨੇ, ਇਹ ਲਿਸਟ ਬਹੁਤ ਲੰਬੀ ਹੈ। ਇਸ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਖਾਸ ਤੌਰ ਤੇ ਹੁਣ ਤੋਂ ਥੋੜੀ ਦੇਰ ਪਹਿਲਾਂ ਮੇਰੇ ਸਾਥੀ ਪੈਨਲਿਸਟ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਐਕਸਪੈਕਟ ਕਰਦੇ ਸੀ ਕਿ ਇੱਕ ਪਾਰਟੀ ਦੇ ਡਿਫਰੈਂਸ ਕਈ ਮਾਇਨਿਆਂ ਦੇ ਵਿੱਚ ਹੋਵੇਗੀ ਔਰ ਕਈ ਮਾਇਨਿਆਂ ਦੇ ਵਿੱਚ ਜਿਹੜਾ ਹੈ ਉਹ ਵੱਖਰੇ ਕੰਮ ਕਰੇਗੀ। ਇੱਕ ਡਿਫਰੈਂਸ ਜਿਹੜਾ ਹੈ ਉਸ ਦੇ ਵਿੱਚ ਦੇਖਣ ਨੂੰ ਮਿਲੇਗਾ। ਫੰਕਸ਼ਨਿੰਗ ਜਿਹੜਾ ਹੈ ਉਹ ਹਰ ਪਾਰਟੀ ਦੀ ਮੋਰ ਔਰ ਲੈਸ ਚੇਂਜ ਹੁੰਦੀ ਹੈ। ਅਸੀਂ ਵੀ ਜਾਣਦੇ ਹਾਂ, ਆਮ ਲੋਕ ਜਾਣਦੇ ਨੇ, ਸਾਰੇ ਜਾਣਦੇ ਨੇ। ਤੇ ਇੱਥੇ ਜਿਹੜਾ ਆਮ ਆਦਮੀ ਪਾਰਟੀ ਨੂੰ ਅਸੀਂ ਜੇ ਪਾਰਟੀ ਦੇ ਡਿਫਰੈਂਸ ਸਮਝੀਏ ਤਾਂ ਇਹ ਸਾਡੀ ਬਹੁਤ ਵੱਡੀ ਗਲਤੀ ਹੋਵੇਗੀ, ਕਿਉਂਕਿ ਆਮ ਆਦਮੀ ਪਾਰਟੀ ਦੀ ਨੋਰਮਲੀ ਉਹੀ ਕੰਮ ਕਰ ਰਹੀ ਹੈ, ਉਸੇ ਲਾਈਨ ਤੇ ਚੱਲ ਰਹੀ ਹੈ ਜਿਸ ਤੇ ਹੋਰ ਪਾਰਟੀਆਂ ਚੱਲਦੀਆਂ ਨੇ। ਹੁਣ ਨੈਪੋਟਿਜ਼ਮ ਦੀ ਗੱਲ ਹੈ। ਨੈਪੋਟਿਜ਼ਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਿਪੋਰਟ ਦੇ ਵਿੱਚ ਸਾਹਮਣੇ ਆਈਆਂ ਨੇ। ਕੁਝ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਤੇ ਐਲੀਗੇਸ਼ਨ ਲੱਗੇ।
ਖਾਸ ਤੌਰ ਤੇ ਇੱਕ ਹੋਰ ਚੀਜ਼ ਇਸ ਦੇ ਵਿੱਚ ਐਡ ਆਨ ਕਰਨਾ ਚਾਹੁੰਦਾ, 526 ਕਰੋੜ ਰੁਪਏ ਦਾ ਜਿਹੜਾ ਐਡਵਰਟੀਜ਼ਮੈਂਟ ਦਾ ਬਜਟ ਰੱਖਿਆ ਗਿਆ ਸੀ ਦਿੱਲੀ ਸਰਕਾਰ ਦਾ, ਉਹਦੇ ਵਿੱਚ ਇੱਕ ਐਡਵਰਟੀਜ਼ਮੈਂਟ ਹੈ ਜਿਹੜਾ ਟੀਵੀ ਦੇ ਵਿੱਚ ਆਉਂਦਾ ਹੈ, ਇੱਕ ਐਡਵਰਟੀਜ਼ਮੈਂਟ ਹੈ ਜਿਹੜਾ ਪ੍ਰਿੰਟ ਆਰਗੇਨਾਈਜੇਸ਼ਨ ਦੇ ਵਿੱਚ ਆਉਂਦਾ, ਇੱਕ ਐਡਵਰਟੀਜ਼ਮੈਂਟ ਹੈ ਜਿਹੜਾ ਬੈਨਰ ਲਾ ਕੇ ਸੜਕਾਂ ਤੇ ਹੋਰ ਜਿਹੜਾ ਹੈ ਪੰਪਲੇਟ ਲਾ ਕੇ ਜਾਂ ਹੋਰ ਵੱਖਰੇ ਤਰੀਕਿਆਂ ਦੇ ਨਾਲ ਆਟੋਮੈਟਿਕ ਤਰੀਕਿਆਂ ਨਾਲ ਐਡਵਰਟੀਜ਼ਮੈਂਟ ਕੀਤੀ ਜਾਂਦੀ ਹੈ। ਉਸ ਦੇ ਵਿੱਚ ਵੀ ਆਰੋਪ ਲੱਗੇ ਸਨ ਕਿ ਮਨੀਸ਼ ਸਿਸੋਦੀਆ ਦੇ ਇੱਕ ਰਿਲੇਟਿਵ ਨੂੰ ਜਿਹੜਾ ਹੈ ਉਸਦਾ ਠੇਕਾ ਦਿੱਤਾ ਗਿਆ ਤੇ ਇੱਕ ਕਾਫੀ ਪੈਸਾ ਜਿਹੜਾ ਹੈ ਉਸ ਜ਼ਰੀਏ ਵੀ ਡਾਇਵਰਟ ਕੀਤਾ ਗਿਆ ਜਿਹੜਾ ਐਡਵਰਟੀਜ਼ਮੈਂਟ ਵਾਸਤੇ ਬਜਟ ਰੱਖਿਆ ਗਿਆ ਸੀ। ਹੁਣ ਅਸੀਂ ਇਹ ਚੀਜ਼ਾਂ ਸਾਰੀਆਂ ਜੇ ਦੇਖੀਏ ਤੇ ਇੱਕ ਹੋਰ ਚੀਜ਼ ਜਿਹੜੀ ਮੈਂ ਐਡ ਆਨ ਕੀਤੀ ਸੀ ਕਿ ਦਿੱਲੀ ਸਰਕਾਰ ਦੇ ਕਈ ਮਹਿਕਮਿਆਂ ਦੇ ਅਸੀਂ ਤਾਂ ਇਹ 3-4 ਲੋਕਾਂ ਦੇ ਨਾਮ ਲੈ ਰਹੇ ਹਾਂ, ਬਲਕਿ ਦਿੱਲੀ ਸਰਕਾਰ ਦੇ ਵਿੱਚ ਕਈ ਅਜਿਹੇ ਮਹਿਕਮੇ ਨੇ ਜਿਸ ਦੇ ਵਿੱਚ ਕੀ ਪੋਸਟ ਦੇ ਉੱਤੇ ਕੁਝ ਸਪੈਸੀਫਿਕ ਲੋਕਾਂ ਨੂੰ ਫੇਵਰ ਕੀਤਾ ਗਿਆ, ਜਿੱਥੇ IAS ਆਫੀਸਰ ਆਮ ਤੌਰ ਤੇ ਬੈਠਿਆ ਕਰਦੇ ਸਨ ਉੱਥੇ DAN-ICS ਆਫੀਸਰ ਨੂੰ ਪ੍ਰੈਫਰ ਕੀਤਾ ਜਾ ਰਿਹਾ। ਕਾਰਨ ਇਹੀ ਹੈ ਕਿ ਉਹ ਚੀਫ ਮਿਨਿਸਟਰ ਦੇ ਕਰੀਬੀ ਨੇ ਜਾਂ ਚੀਫ ਮਿਨਿਸਟਰ ਦੀ ਕੈਬਨਿਟ ਦੇ ਵਿੱਚ ਜਿਹੜੇ ਖਾਸ ਕਿਚਨ ਕੈਬਨਿਟ ਦੇ ਵਿੱਚ ਲੋਕ ਨੇ ਉਹਨਾਂ ਦੇ ਕੁਝ ਕਰੀਬੀ ਨੇ, ਉਹਨਾਂ ਨੂੰ ਕੀ ਪੋਸਟ ਤੇ ਰੱਖਿਆ ਜਾ ਰਿਹਾ ਹੈ। ਮਗਰ ਇਸ ਦੇ ਨਾਲ ਵੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਸਪੈਸੀਫਿਕ ਲੋਕਾਂ ਦੀ ਕਿ ਇਹਨਾਂ ਦੀ ਅਪਾਇੰਟਮੈਂਟ ਹੋਈ ਹੈ 1 ਲੱਖ 1.5 ਲੱਖ ਰੁਪਏ ਸੈਲਰੀ ਮਿਲ ਰਹੀ ਹੈ, ਤਾਂ ਇਹ ਬਿਲਕੁਲ ਹੀ ਜਿਹੜਾ ਹੈ ਅਨਕਨਸਟੀਟਿਊਸ਼ਨਲ ਹੈ, ਇਲੀਗਲ ਹੈ, ਗੈਰ ਕਾਨੂੰਨੀ ਹੈ। ਇਹ ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਮਗਰ ਇੱਕ ਚੀਜ਼ ਮੈਂ ਦੁਬਾਰਾ ਰਿਪੀਟ ਕਰਨਾ ਚਾਹਾਂਗਾ ਕਿ ਇਸ ਦੇ ਵਿੱਚ ਹੋਰਨਾਂ ਪਾਰਟੀਆਂ ਜਿਹੜੇ ਆਰੋਪ ਲਾ ਰਹੀਆਂ ਨੇ ਉਸ ਦੇ ਵਿੱਚ ਵੀ ਉਹਨਾਂ ਨੂੰ ਵੀ ਸਾਨੂੰ ਜਿਹੜਾ ਹੈ ਇਸੇ ਤਰਾਜ਼ੂ ਦੇ ਵਿੱਚ ਤੋਲਣਾ ਹੋਵੇਗਾ, ਕਿਉਂਕਿ ਉਹਨਾਂ ਪਾਰਟੀਆਂ ਦੇ ਉੱਤੇ ਆਮ ਤੌਰ ਤੇ ਗੱਲ ਕਰ ਸਕਦੇ ਹਾਂ। ਮਗਰ ਇੱਥੇ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਨੈਪੋਟਿਜ਼ਮ ਦੇ ਚਾਰਜ ਲੱਗੇ ਨੇ ਇਸ ਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ, ਉਸ ਦੇ ਵਿੱਚ ਜਿਹੜਾ ਹੈ ਕਾਫੀ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ। ਇੱਕ ਹੋਰ ਚੀਜ਼ ਮੈਂ ਇਸ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਲ 2014 ਦੇ ਵਿੱਚ ਜਦੋਂ ਅਸੈਂਬਲੀ ਇਲੈਕਸ਼ਨ ਹੋਏ, ਜਦੋਂ ਲੋਕ ਸਭਾ ਇਲੈਕਸ਼ਨ ਹੋਏ ਸਨ ਤੇ ਆਮ ਆਦਮੀ ਪਾਰਟੀ ਨੇ ਕਈ ਥਾਵਾਂ ਤੇ ਆਪਣੇ ਲੋਕ ਖੜੇ ਕੀਤੇ ਸੀ, ਕਈ ਥਾਵਾਂ ਤੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ। ਹਰਿਆਣਾ ਦੇ ਵਿੱਚ ਪਾਰਟੀ ਨੇ ਕੋਸ਼ਿਸ਼ ਕੀਤੀ ਕਿ ਆਪਣਾ ਮਾਸ ਬੇਸ ਵਧਾਇਆ ਜਾਵੇ, ਕੋਈ ਸੀਟ ਹਰਿਆਣਾ ਦੇ ਵਿੱਚੋਂ ਨਿਕਲ ਆਏ। ਪੰਜਾਬ ਦੇ ਵਿੱਚ ਪਾਰਟੀ ਨੇ ਕੋਸ਼ਿਸ਼ ਕੀਤੀ ਤੇ ਉਸ ਦੇ ਵਿੱਚ ਇਹ ਮੈਂ ਆਪਣੇ ਵੱਲੋਂ ਕਲੇਮ ਨਹੀਂ ਕਰ ਰਿਹਾ, ਮਗਰ ਕੁਝ ਜਰਨਲਿਸਟ ਜਿਹੜੇ ਹਰਿਆਣਾ ਨੂੰ ਕਵਰ ਕਰਦੇ ਨੇ, ਕੁਝ ਜਰਨਲਿਸਟ ਜਿਹੜੇ ਪੰਜਾਬ ਨੂੰ ਕਵਰ ਕਰਦੇ ਨੇ, ਕੁਝ ਜਰਨਲਿਸਟ ਜਿਹੜੇ ਗਰਾਊਂਡ ਲੈਵਲ ਤੇ ਬਿਲਕੁਲ ਜਾ ਕੇ ਰਾਜਨੀਤੀ ਨੂੰ ਸਿਆਸਤ ਨੂੰ ਕਵਰ ਕਰਦੇ ਨੇ, ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ, ਇਹ ਆਰੋਪ ਵੀ ਲਾਇਆ ਗਿਆ ਕੁਝ ਲੋਕਾਂ ਦੇ ਵੱਲੋਂ ਕਿ ਉੱਥੇ ਹੀ ਜਿਹੜੇ ਕੈਂਡੀਡੇਟ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਸਨ ਉਹਨਾਂ ਨੂੰ ਟਿਕਟ ਨਾ ਦੇ ਕੇ ਰਾਤੋਂ ਰਾਤ ਟਿਕਟ ਬਦਲ ਕੇ ਕੁਝ ਅਨਡਿਜ਼ਰਵਿੰਗ ਕੁਝ ਜਿਹੜੇ ਕਰੀਬੀ ਲੋਕ ਸਨ ਉਹਨਾਂ ਨੂੰ ਟਿਕਟ ਦਿੱਤੀ ਗਈ। ਤੇ ਇਹ ਇੱਕ ਇੰਡੀਅਨ ਪੋਲਿਟਿਕਸ ਦੀ ਸੱਚਾਈ ਹੈ ਕਿ ਕਾਸਟ ਜਿਹੜੇ ਇਕੁਏਸ਼ਨ ਸੀ ਉਹਨਾਂ ਨੂੰ ਟਿਕਟ ਦਿੰਦੇ ਹੋਏ ਹਰ ਪਾਰਟੀ ਧਿਆਨ ਦੇ ਵਿੱਚ ਰੱਖਦੀ ਹੈ। ਮਗਰ ਇੱਥੇ ਕਾਸਟ ਇਕੁਏਸ਼ਨ ਨੂੰ ਬਿਲਕੁਲ ਇਗਨੋਰ ਕਰਦਿਆਂ ਹੋਇਆ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਟਿਕਟ ਡਿਸਟ੍ਰੀਬਿਊਟ ਕੀਤੀਆਂ ਤੇ ਇਹ ਐਲੀਗੇਸ਼ਨ ਅਸੀਂ ਨਹੀਂ ਲਾ ਰਹੇ, ਇਹ ਐਲੀਗੇਸ਼ਨ ਕੁਝ ਜਰਨਲਿਸਟ ਕੁਝ ਆਮ ਲੋਕਾਂ ਦੇ ਵੱਲੋਂ ਉਸ ਕੌਂਸਟੀਟਿਊਐਂਸੀ ਦੇ ਲੋਕਾਂ ਦੇ ਵੱਲੋਂ ਲਾਏ ਗਏ ਕਿ ਇੱਕ ਸਪੈਸੀਫਿਕ ਕੁਝ ਲੋਕਾਂ ਨੂੰ ਇੱਕ ਸਪੈਸੀਫਿਕ ਸੈਕਸ਼ਨ ਨੂੰ ਉਸ ਦੇ ਵਿੱਚ ਵੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੇ ਸਪੋਰਟ ਕੀਤਾ। ਸੋ ਨੈਪੋਟਿਜ਼ਮ ਜਿਹੜਾ ਹੈ ਉਹ ਬਿਊਰੋਕ੍ਰੈਟਿਕ ਸਟਰਕਚਰ ਤੋਂ ਲੈ ਕੇ ਟਿਕਟ ਡਿਸਟ੍ਰੀਬਿਊਸ਼ਨ ਤੱਕ ਦੇਖਿਆ ਗਿਆ ਹੈ, ਇਸ ਤਰ੍ਹਾਂ ਦੇ ਆਰੋਪ ਲੱਗੇ। मैं ਅੱਗੇ ਕਾਫੀ ਪੁਆਇੰਟ ਨੇ ਪਰ ਮੈਂ ਸਿਰਫ ਇਸ ਰਿਪੋਰਟ ਦੇ ਥਰੂ ਨਹੀਂ ਜਾਣਾ ਚਾਹੂੰਗਾ। ਇਹ ਤੇ ਸਾਫ਼ ਜ਼ਾਹਿਰ ਹੁੰਦਾ ਵਾ ਕਿ ਇਦਾਂ ਦੇ ਕਾਫੀ ਕੇਸਿਸ ਨੇ ਜਿਹਦੇ ਵਿੱਚ ਕਿ ਦਿੱਲੀ ਸਰਕਾਰ ਨੇ ਆਪਣੇ ਅਧਿਕਾਰਾਂ ਦਾ ਦੁਰਪ੍ਰਯੋਗ ਕੀਤਾ ਵਾ, ਦਿੱਲੀ ਦੇ ਲੋਕਾਂ ਦੇ ਪੈਸਿਆਂ ਦਾ, ਦਿੱਲੀ ਗਵਰਨਮੈਂਟ ਦੇ ਪੈਸਿਆਂ ਦਾ ਗਲਤ ਇਸਤੇਮਾਲ ਕੀਤਾ ਵਾ ਸਿਰਫ ਆਪਣੇ ਫਾਇਦੇ ਵਾਸਤੇ। ਭਾਈ ਭਤੀਜਾਵਾਦ ਦੀ ਰਾਜਨੀਤੀ ਜਿੱਤੋਂ ਦਿੱਲੀ ਗਵਰਨਮੈਂਟ ਦੂਰ ਜਾਣ ਦੀ ਗੱਲ ਕਰਦੀ ਸੀ ਬਕਾਇਦਾ ਉਹ ਸਾਨੂੰ ਵੇਖਣ ਨੂੰ ਮਿਲੀ ਆ। ਅਗਲੀ ਜਿਹੜਾ ਇੱਕ ਇੰਪੋਰਟੈਂਟ ਮੁੱਦਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ ਉਹ ਹੈ ਜੀ ਕਿ ਸ਼੍ਰੀ ਗੋਪਾਲ ਮੋਹਨ ਦੀ ਅਪਾਇੰਟਮੈਂਟ, ਜਿਨ੍ਹਾਂ ਨੂੰ ਕਿ ਬਕਾਇਦਾ LG ਤੋਂ ਅਪਰੂਵਲ ਲੈ ਕੇ ਅਪਾਇੰਟ ਕੀਤਾ ਗਿਆ ਸੀ ਤੇ ਨਾਲ ਹੀ ਉਹਨਾਂ ਨੂੰ 1 ਰੁਪਏ ਪਰ ਮੰਥ ਸੈਲਰੀ ਤੇ ਰੱਖਿਆ ਗਿਆ ਸੀ, ਜਿਹਦੀ ਕਿ ਅਪਰੂਵਲ ਬਕਾਇਦਾ LG ਤੋਂ ਲਈ ਸੀ। ਪਰ ਐਗਜ਼ੈਕਟਲੀ 4 ਮਹੀਨੇ ਬਾਅਦ ਉਹਨਾਂ ਦੀ ਸੈਲਰੀ 1.25 ਲੱਖ ਰੁਪਇਆ ਲਗਭਗ 1.25 ਲੱਖ ਰੁਪਇਆ ਕਰ ਦਿੱਤੀ ਗਈ, ਈਵਨ ਦੋ ਕਿ ਪਿਛਲੇ 4 ਮਹੀਨਿਆਂ ਦੀ ਜੋ ਸੈਲਰੀ ਸੀ ਉਹ ਵੀ ਰਿਲੀਜ਼ ਕੀਤੀ ਗਈ ਪਰ LG ਕੋਲ ਕੋਈ ਵੀ ਇਨਫੋਰਮੇਸ਼ਨ ਨਹੀਂ ਭੇਜੀ ਗਈ। ਤੁਸੀਂ ਸਾਫ਼ ਦੇਖ ਸਕਦੇ ਜੋ ਕਿਸ ਤਰ੍ਹਾਂ ਸਿਸਟਮ ਨੂੰ ਸਮਝ ਕੇ ਇਸਤੇਮਾਲ ਕੀਤਾ ਗਿਆ ਵਾ। LG ਕੋਲ ਫਾਈਲ ਭੇਜੀ ਜਾਂਦੀ ਆ ਕਿ ਨੂੰ ਹਾਇਰ ਕੀਤਾ ਜਾਂਦਾ ਵਾ, ਬਕਾਇਦਾ ਦੱਸਿਆ ਜਾਂਦਾ ਇਹਦੀ ਸੈਲਰੀ 1 ਰੁਪਇਆ ਹੋਏਗੀ, ਉਹ ਤੋਂ 4 ਮਹੀਨੇ ਬਾਅਦ ਜਾ ਕੇ ਉਹਦੀ ਸੈਲਰੀ 1.25 ਲੱਖ ਕਰ ਦਿੱਤੀ ਜਾਂਦੀ ਆ ਤੇ ਪਿਛਲੇ 4 ਮਹੀਨਿਆਂ ਦੀ ਸੈਲਰੀ ਵੀ ਰਿਲੀਜ਼ ਕਰ ਦਿੱਤੀ ਜਾਂਦੀ ਆ। 42 ਏਦਾਂ ਦੇ
42 ਅਪਾਇੰਟਮੈਂਟਸ ਹੋਰ ਕੀਤੀਆਂ ਨੇ ਜੋ ਕਿ ਜਿਨ੍ਹਾਂ ਦਾ ਕਰੋੜਾਂ ਦਾ ਖਰਚਾ ਦਿੱਲੀ ਦੀ ਗਵਰਨਮੈਂਟ ਨੂੰ ਦੇਣਾ ਪਿਆ ਵਾ। ਇਹ ਸਾਰੇ ਹੀ ਜੇ ਅਸੀਂ ਕਹੀਏ 42 ਆਮ ਆਦਮੀ ਪਾਰਟੀ ਦੇ ਨੇੜਤਾ ਰੱਖਣ ਵਾਲੇ ਲੋਕ ਸੀ। ਜੇ ਡੀਡੀਸੀ ਦੀ ਗੱਲ ਕਰੀਏ, ਡੀਡੀਸੀ ਦਿੱਲੀ ਡਾਇਲੋਗ ਕਮਿਸ਼ਨ ਦੀ ਜੋ ਬਣਾਇਆ ਗਿਆ ਸੀ ਅਰਵਿੰਦ ਕੇਜਰੀਵਾਲ ਸਾਹਿਬ ਕੋਲੋਂ, ਇਹਦੇ ਵਿੱਚ ਵੀ ਬਕਾਇਦਾ ਆਪਣੇ ਰਿਸ਼ਤੇਦਾਰ ਤੇ ਆਮ ਆਦਮੀ ਪਾਰਟੀ ਵੋਲੰਟੀਅਰਸ ਨੂੰ ਵਿੱਚ ਹਾਇਰ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਪੋਸਟ ਦਿੱਤੀ ਗਈ ਜਾਂ ਫਿਰ ਉਹਨਾਂ ਨੂੰ ਕੰਮ ਦਿੱਤੇ ਗਏ। ਇੱਕ ਚੀਜ਼ ਇੱਥੇ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੂੰਗਾ ਕਿ ਜਦੋਂ ਅਸੀਂ ਡੀਡੀਸੀ ਦਿੱਲੀ ਡਾਇਲੋਗ ਕਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਸ਼ਾਇਦ ਡੀਡੀਸੀਏ ਦਾ ਚੇਤਾ ਵੀ ਜ਼ਰੂਰ ਆਉਂਦਾ ਹੋਵੇਗਾ। ਆਮ ਆਦਮੀ ਪਾਰਟੀ ਵੱਲੋਂ ਜੇਟਲੀ ਸਾਹਿਬ ਉੱਤੇ ਜੋ ਕ੍ਰਿਕਟ ਐਸੋਸੀਏਸ਼ਨ ਸੀ ਦਿੱਲੀ ਦੀ, ਬਕਾਇਦਾ ਕਈ ਇਲਜ਼ਾਮ ਲਾਏ ਗਏ ਸੀ। ਈਵਨ ਦੋ ਕਿ ਜੇਟਲੀ ਸਾਹਿਬ ਨੇ ਜੋ ਉਹਨਾਂ ਨੂੰ ਮਾਨਹਾਨੀ ਦਾ ਦਾਵਾ ਵੀ ਇਸ ਡੀਡੀਸੀਏ ਦੇ ਮੁੱਦੇ ਉੱਤੇ ਹੀ ਕੀਤਾ ਸੀ। ਜੋ ਇਲਜ਼ਾਮ ਲਾਏ ਗਏ ਸੀ ਉਹਨਾਂ ਦਾ ਤਾਂ ਕੁਝ ਨਹੀਂ ਬਣਿਆ, ਪਰ ਜੋ ਮਾਨਹਾਨੀ ਦਾ ਦਾਵਾ ਵਾ ਉਹਦੀਆਂ ਤਰੀਕਾਂ ਜ਼ਰੂਰ ਕੇਜਰੀਵਾਲ ਸਾਹਿਬ ਐਂਡ ਟੀਮ ਭੁਗਤ ਰਹੇ ਨੇ, ਜਿਹਦਾ ਕਿ ਬਿੱਲ ਵੀ ਦਿੱਲੀ ਸਰਕਾਰ ਨੇ ਦੇਣਾ ਵਾ। ਪਰ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਚੀਜ਼ ਜ਼ਰੂਰ ਆ ਕਿ ਜੋ ਇਲਜ਼ਾਮ ਜੇਟਲੀ ਸਾਹਿਬ ਤੇ ਲਾ ਰਹੀ ਸੀ ਆਮ ਆਦਮੀ ਪਾਰਟੀ, ਅੱਜ ਆਮ ਆਦਮੀ ਪਾਰਟੀ ਉਹੀ ਕਟਗਰੇ 'ਚ ਖੜੀ ਹੋ ਗਈ ਆ, ਕਿਉਂਕਿ ਆਮ ਆਦਮੀ ਪਾਰਟੀ ਐਗਜ਼ੈਕਟਲੀ ਉਹੀ ਚੀਜ਼ ਕਰ ਰਹੀ ਆ। ਫੋਰਨ ਟ੍ਰਿਪਸ ਦੀ ਜੇ ਮੈਂ ਗੱਲ ਕਰਾਂ, 18 ਮਹੀਨਿਆਂ ਦੇ ਵਿੱਚ 24 ਫੋਰਨ ਟ੍ਰਿਪ, ਜਿਹਦੇ ਵਿੱਚ ਕਿ ਆਸ਼ੀਸ਼ ਖੇਤਾਨ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਵੱਡੇ ਨੇਤਾ ਨੇ, ਤੁਸੀਂ ਸਾਰੇ ਹੀ ਜਾਣਦੇ ਜੋ, ਉਹਨਾਂ ਨੂੰ ਵੀ ਫੋਰਨ ਟ੍ਰਿਪਸ ਤੇ ਭੇਜਾ ਗਿਆ ਤੇ ਜੋ ਬਿੱਲ ਸੀ ਉਹ ਦਿੱਲੀ ਗਵਰਨਮੈਂਟ ਨੂੰ ਨੇ ਦਿੱਤਾ ਗਿਆ। ਮਨੀਸ਼ ਸਿਸੋਦੀਆ ਸਾਹਿਬ ਦਾ ਨਿਊਜ਼ੀਲੈਂਡ ਦਾ ਟ੍ਰਿਪ ਹੋਵੇ, ਬਰਲਿਨ ਦਾ ਟ੍ਰਿਪ ਹੋਵੇ, ਲੰਡਨ ਦਾ ਟ੍ਰਿਪ ਹੋਵੇ, ਬ੍ਰਾਜ਼ੀਲ ਦਾ ਟ੍ਰਿਪ ਹੋਵੇ, ਸਾਰੇ ਬਿੱਲ ਦਿੱਲੀ ਗਵਰਨਮੈਂਟ ਨੇ ਪੇ ਕੀਤੇ। ਸਤਿੰਦਰ ਜੈਨ ਸਾਹਿਬ ਦਾ ਸਵੀਡਨ ਦਾ ਟ੍ਰਿਪ ਹੋਵੇ, ਮਲੇਸ਼ੀਆ ਦਾ ਟ੍ਰਿਪ ਹੋਵੇ, ਮੈਨਚੈਸਟਰ ਦਾ ਟ੍ਰਿਪ ਹੋਵੇ ਜਾਂ ਫਿਰ ਚਾਈਨਾ ਦਾ ਟ੍ਰਿਪ ਹੋਵੇ, ਸਾਰੇ ਖਰਚੇ ਦਿੱਲੀ ਗਵਰਨਮੈਂਟ ਨੇ ਪੇ ਕੀਤੇ। ਸਰਦੀਸ਼ ਜੀ ਜਾਂ ਫਿਰ ਸੀਪੀ ਸਿੰਘ ਜੀ। ਬਹੁਤ ਧੰਨਵਾਦ ਤੁਹਾਡਾ। ਲਗਭਗ ਪੌਣਾ ਘੰਟਾ ਪ੍ਰੋਗਰਾਮ ਚੱਲ ਚੁੱਕਿਆ ਔਰ ਮੁੱਢਲੇ ਕਮੈਂਟ ਤੋਂ ਬਾਅਦ ਮੇਰੇ ਇੰਤਜ਼ਾਰ ਦੀਆਂ ਘੜੀਆਂ ਸਮਝੋ ਹੋਣੀ ਖਤਮ ਹੋਈਆਂ ਨੇ। ਮੈਂ ਹੁਣ ਵੀ ਆਪਣੀ ਗੱਲ ਬਹੁਤ ਛੋਟੀ ਰੱਖਣ ਦਾ ਯਤਨ ਕਰਾਂਗਾ ਔਰ ਮੇਰਾ ਖਿਆਲ ਹੈ ਕਿ ਇੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਮੈਂ ਉਹਨਾਂ ਨੂੰ ਦੁਹਰਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ, ਪਰ ਬਹੁਤ ਜਿਹੜਾ ਨੁਕਤਾ ਮੈਨੂੰ ਲੱਗਦਾ ਕਿ ਉਹਦੇ ਬਾਰੇ ਰਿਪੀਟ ਕੀਤੀ ਜਾ ਸਕਦੀ ਹੈ ਗੱਲ, ਉਹਦੇ ਬਾਰੇ ਹੀ ਗੱਲ ਕਰਾਂਗਾ। ਮੁੱਦੇ ਕਈ ਸਾਰੇ ਨੇ ਜਿਹਦੇ ਵਿੱਚ ਜੇਟਲੀ ਸਾਹਿਬ ਵਾਲਾ ਤੁਸੀਂ ਅਖੀਰ ਦੇ ਵਿੱਚ ਲਿਆ ਕੇ ਜੋੜਿਆ, ਇਹਦੇ ਬਾਰੇ ਮੈਂ ਛੋਟਾ ਜਿਹਾ ਕਮੈਂਟ ਪਹਿਲਾਂ ਵੀ ਕਰ ਚੁੱਕਿਆ ਸੀ, ਮੈਂ ਉਹਨੂੰ ਦੁਬਾਰਾ ਵੀ ਰਿਪੀਟ ਨਹੀਂ ਕਰਾਂਗਾ। ਅਗਲੀ ਗੱਲ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਤੁਸੀਂ ਅਨਆਥੋਰਾਈਜ਼ਡ ਕਿਸੇ ਕਲੋਨੀ ਨੂੰ ਟੈਕਸ ਦੇ ਅੰਡਰ ਲੈ ਆਉਂਦੇ ਹੋ ਤਾਂ ਇਹ ਆਪਣੇ ਆਪ ਇੱਕ ਟੇਢੇ ਤਰੀਕੇ ਦੇ ਨਾਲ ਉਹਨੂੰ ਮਾਨਤਾ ਦੇਣ ਵਰਗੀ ਗੱਲ ਹੋ ਜਾਂਦੀ ਹੈ, ਕਿਉਂਕਿ ਜੇ ਕੋਈ ਟੈਕਸ ਦੇ ਰਿਹਾ ਕਿਸੇ ਮਾਮਲੇ ਦੇ ਵਿੱਚ ਤਾਂ ਫਿਰ ਉਹਦੀ ਅਨਆਥੋਰਾਈਜ਼ਡ ਜਿਹੜੀ ਏਰੀਆ ਦੇ ਵਿੱਚ ਬਣੀ ਹੋਈ ਜਾਇਦਾਦ ਆ ਉਹ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਦੇ ਨਾਲ ਕਾਨੂੰਨੀ ਜਾਇਦਾਦ ਦੀ ਸ਼ਕਲ ਅਖਤਿਆਰ ਕਰ ਜਾਂਦੀ। ਆਮ ਆਦਮੀ ਪਾਰਟੀ ਪਤਾ ਨਹੀਂ ਕੀ ਸੋਚ ਕੇ ਇਹ ਗੱਲ ਨੂੰ ਕਰ ਰਹੀ ਹੈ। ਤੇ ਸਵਾਲ ਇਹ ਉੱਠਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਅਜੇ ਵੀ ਸਵਾਲ ਪੁੱਛੇ ਜਾ ਰਹੇ ਨੇ, ਉਹ ਕਿਤੇ ਨਾ ਕਿਤੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ, ਪਰ ਕਾਂਗਰਸ ਤੇ ਬੀਜੇਪੀ ਦਾ ਗੱਠ ਜੋੜਿਆ ਤੇ ਸਾਨੂੰ ਐਮਸੀਡੀ ਇਲੈਕਸ਼ਨ 'ਚ ਹਰਾਉਣਾ ਚਾਹੁੰਦੇ ਆ, ਇਸ ਐਕਸਕਿਊਜ਼ ਦਾ ਇਸਤੇਮਾਲ ਕਰ ਰਹੇ ਨੇ। ਜਦਕਿ ਜੇ ਅਸੀਂ ਦੇਖੀਏ ਤੇ ਸਵਾਲ ਪੁੱਛਣ 'ਚ ਕੇਜਰੀਵਾਲ ਸਾਹਿਬ ਸਭ ਤੋਂ ਅੱਗੇ ਹੁੰਦੇ ਆ। ਜੇ ਮੋਦੀ ਸਾਹਿਬ ਦੀ ਗੱਲ ਵੀ ਆਵੇ ਤੇ ਮੋਦੀ ਸਾਹਿਬ ਨੂੰ ਵੀ ਸਵਾਲ ਪੁੱਛਣ ਸਭ ਤੋਂ ਅੱਗੇ ਹੁੰਦੇ ਨੇ, ਪਰ ਇਹਨਾਂ ਸਵਾਲਾਂ ਤੋਂ ਭੱਜ ਕਿਉਂ ਰਹੇ ਨੇ? ਸਿਰਫ ਇਹ ਕਹਿ ਕੇ ਕਿ ਕਾਂਗਰਸ ਤੇ ਬੀਜੇਪੀ ਮਿਲ ਕੇ ਸਾਨੂੰ ਹਰਾਉਣਾ ਚਾਹੁੰਦੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਮੁੱਦਿਆਂ ਤੋਂ ਭੱਜ ਸਕਦੇ ਆ? ਹਰਪ੍ਰੀਤ ਜੀ, ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੂੰਗਾ ਕਿ ਜਿਸ ਤਰ੍ਹਾਂ ਨਾਲ ਸਾਰੀ ਮੈਂ ਡਿਬੇਟ ਆਰਾਮ ਨਾਲ ਬੈਠ ਕੇ ਸੁਣ ਰਿਹਾ, ਬੈਕ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਪਾਇੰਟਮੈਂਟਸ ਕੀਤੀਆਂ ਗਈਆਂ, ਉਹ ਆਪਣੇ ਅਧਿਕਾਰਾਂ ਦਾ ਬਿਲਕੁਲ ਗਲਤ ਇਸਤੇਮਾਲ ਕੀਤਾ ਗਿਆ। ਔਰ 3 ਪੁਆਇੰਟਸ ਇਹਦੇ ਵਿੱਚ ਮੈਂ ਰੱਖਣਾ ਚਾਹੂੰਗਾ। ਸਿਰਫ 3 ਪੁਆਇੰਟਾਂ ਦੇ ਵਿੱਚ ਇਹ ਸਾਰੀ ਸ਼ੁੰਗਲੂ ਕਮੇਟੀ ਦੀ ਰਿਪੋਰਟ ਜਿਹੜੀ ਕਵਰ ਹੋ ਜਾਂਦੀ ਹੈ। ਪਹਿਲੀ ਗੱਲ ਤਾਂ ਹੈ ਕਿ ਇਹਦੇ ਵਿੱਚ ਦਿੱਲੀ ਗਵਰਨਮੈਂਟ ਨੇ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਜਿਹੜੀ ਬਿਊਰੋਕ੍ਰੇਸੀ ਦੀ ਸਲਾਹ ਹੈਗੀ ਆ ਉਹਨੂੰ ਬਿਲਕੁਲ ਪੂਰੀ ਤਰ੍ਹਾਂ ਨੈਗਲੈਕਟ ਕੀਤਾ। ਅਫਸਰਾਂ ਦੇ ਜਿਹੜੇ ਉਹਨਾਂ ਨੂੰ ਸਲਾਹ ਸੀ ਟਾਈਮ ਟੂ ਟਾਈਮ, ਜਿਹੜੀ ਉਹਨਾਂ ਨੂੰ ਅਫੀਸ਼ੀਅਲ ਐਡਵਾਈਜ਼ਰੀ ਵੀ ਦਿੱਤੀ ਜਾਂਦੀ ਸੀ, ਉਹਨੂੰ ਵੀ ਉਹਨਾਂ ਨੇ ਬਿਲਕੁਲ ਨੈਗਲੈਕਟ ਕੀਤਾ। ਦੂਸਰੀ ਚੀਜ਼ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਸੰਵਿਧਾਨਕ ਸ਼ਕਤੀਆਂ ਹੈਗੀਆਂ, ਜਿਹੜੀਆਂ ਕਨਸਟੀਟਿਊਸ਼ਨਲ ਪਾਵਰਸ ਨੇ ਐਜ਼ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੂੰ ਮਿਲਿਆ, ਉਹਨਾਂ ਨੇ ਉਹਨਾਂ ਤੋਂ ਅਲੱਗ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਲਾਸਟ ਬਟ ਨਾਟ ਦਾ ਲੀਸਟ ਕਿ ਉਹਨਾਂ ਨੇ ਆਪਣੇ ਜਿਹੜੇ ਰਾਈਟਸ ਨੇ, ਅਧਿਕਾਰ ਨੇ, ਉਹਨਾਂ ਦਾ ਬਿਲਕੁਲ ਗਲਤ ਇਸਤੇਮਾਲ ਕੀਤਾ। ਮੈਂ ਇੱਕ ਚੀਜ਼, ਇੱਕ ਪੁਆਇੰਟ ਇਹ ਵੀ ਰੱਖਣਾ ਚਾਹੂੰਗਾ ਕਿ
ਆਮ ਆਦਮੀ ਪਾਰਟੀ ਦਾ ਇੱਕ ਪੋਲੀਟੀਕਲ ਟੈਕਟਿਸ ਹੈ ਇਹ। ਜਦੋਂ ਵੀ ਇਹਨਾਂ ਦੇ ਉੱਪਰ ਕੋਈ ਗੱਲ ਆਉਂਦੀ ਤੇ ਇਹ ਕਹਿੰਦੇ ਜੀ ਬਾਕੀ ਸਾਹਮਣੇ ਵਾਲੇ 1 ਜਾਂ 2 ਜਾਂ 4 ਜਣੇ ਜਿੰਨੇ ਉਹ ਸਾਰੇ ਮਿਲੇ ਹੋਏ ਨੇ, ਤਾਂ ਕਿਉਂ ਨਹੀਂ ਇਹ ਚੀਜ਼ ਆਪਣੇ ਆਪ ਦੇ ਉੱਪਰ ਦੇਖਦੇ, ਕਿਉਂ ਨਹੀਂ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਕਰਕੇ ਦੇਖਦੇ ਕਿ ਅਸੀਂ ਕੀ ਕੀਤਾ ਐਕਚੁਅਲੀ। ਔਰ ਪੰਜਾਬ ਦੇ ਵਿੱਚ ਵੀ ਉਹੀ ਚੀਜ਼ ਕਰਦੇ ਨੇ ਕਿ ਅਕਾਲੀ ਦਲ ਤੇ ਕਾਂਗਰਸ ਮਿਲੇ ਹੋਏ ਆ, ਜਦਕਿ ਇਸੇ ਕਾਂਗਰਸ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਗਵਰਨਮੈਂਟ ਵਿੱਚ ਬਣਾ ਲਈ ਸੀ। ਸੋ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਕੋਈ ਸਟੈਂਡ ਆ ਉਹ ਮੈਨੂੰ ਕਿਤੇ ਦਿਖਦਾ ਨਹੀਂ ਨਜ਼ਰ ਆ ਰਿਹਾ। ਇਹਦੇ ਨਾਲ ਇੱਕ ਪੁਆਇੰਟ ਮੈਂ ਹੋਰ ਜੋੜਨਾ ਚਾਹੂੰਗਾ ਕਿ ਜਿਸ ਤਰ੍ਹਾਂ ਦੇ ਸਵਾਲ ਅਸੀਂ ਆਮ ਆਦਮੀ ਪਾਰਟੀ ਦੀਆਂ ਬੇਨੀਮੀਆਂ ਨੂੰ ਲੈ ਕੇ ਅੱਜ ਉਠਾ ਰਹੇ ਹਾਂ, ਕਿ ਬਾਕੀ ਪਾਰਟੀ ਦੀਆਂ ਬੇਨੀਮੀਆਂ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੇ ਅਸੀਂ ਸਵਾਲ ਉਠਾਵਾਂਗੇ ਕਿ ਜਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਅੱਜ ਅਸੀਂ ਸੋਚਦੇ ਹਾਂ ਕਿ ਆਮ ਆਦਮੀ ਪਾਰਟੀ ਜਾਂ ਇਹਦੇ ਮਿਨਿਸਟਰ ਜਾਂ ਚੀਫ ਮਿਨਿਸਟਰ ਦੇ ਅਗੇਂਸਟ ਹੋਣੀ ਚਾਹੀਦੀ, ਕਿ ਬਾਕੀ ਗਵਰਨਮੈਂਟਸ ਦੇ ਮਿਨਿਸਟਰ ਜਾਂ ਚੀਫ ਮਿਨਿਸਟਰ ਦੇ ਅਗੇਂਸਟ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ, ਜਾਂ ਇਹ ਸਾਰੀਆਂ ਗੱਲਾਂ ਸਿਰਫ ਮੀਡੀਆ ਦੇ ਵਿੱਚ ਆ ਕੇ ਕੁਝ ਦਿਨ ਚਰਚਾ ਦਾ ਵਿਸ਼ਾ ਬਣ ਕੇ ਔਰ ਐਮਸੀਡੀ ਇਲੈਕਸ਼ਨਾਂ ਤੋਂ ਬਾਅਦ ਬਿਲਕੁਲ ਠੰਡੀਆਂ ਹੋ ਜਾਣਗੀਆਂ ਔਰ ਸਰਕਾਰਾਂ ਉਸੇ ਤਰ੍ਹਾਂ ਆਪਣੀ ਜਿਹੜੀ ਬੇਨੀਮੀਆਂ ਉਹ ਕਰਦੀਆਂ ਰਹਿਣਗੀਆਂ। ਜੀ ਵੈਰੀ ਗੁੱਡ ਕੁਐਸਚਨ ਪਰਮੀਤ ਜੀ, ਤੁਸੀਂ ਬਹੁਤ ਹੀ ਸੋਹਣਾ ਪੁਆਇੰਟ ਚੱਕਿਆ ਕਿ ਇਹ ਸਵਾਲ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਉਠਾਏ ਜਾ ਰਹੇ ਨੇ ਕਿ ਜਾਂ ਦੂਜੀ ਸਰਕਾਰਾਂ ਉੱਤੇ ਵੀ ਉਠਾਏ ਜਾਂਦੇ ਨੇ। ਜੇ ਪੰਜਾਬ ਦਾ ਐਗਜ਼ਾਮਪਲ ਲੈ ਕੇ ਆਪਾਂ ਚੱਲਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਹੀ ਕੁਝ ਅਪਾਇੰਟਮੈਂਟਸ ਕੀਤੀ ਗਈਆਂ ਰਾਈਟ ਵੇ ਉਹ ਮੁੱਦੇ ਮੀਡੀਆ ਦੇ ਵਿੱਚ ਆਏ ਜਾਂ ਟੀਵੀ ਚੈਨਲਸ ਤੇ ਡਿਬੇਟ ਵੀ ਵੇਖਣ ਨੂੰ ਮਿਲਿਆ। ਮੈਨੂੰ ਲੱਗਦਾ ਕਿ with time things are changing। ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਬੀਜੇਪੀ ਦੀ ਹੋਵੇ, ਸਵਾਲ ਹਰ ਸਰਕਾਰ ਨੂੰ ਕੀਤੇ ਜਾ ਰਹੇ ਨੇ ਤੇ ਸ਼ਾਇਦ ਨਹੀਂ ਕੀਤੇ ਵੀ ਜਾਣੇ ਹੀ ਚਾਹੀਦੇ ਨੇ। ਤੇ ਪੋਲੀਟੀਕਲ ਪਾਰਟੀਆਂ ਨੂੰ ਜੇ ਗਲਤ ਕਰਦੀਆਂ ਨੇ ਇਹਨਾਂ ਨੂੰ ਕਟਗਰੇ ਵਿੱਚ ਖੜਾ ਵੀ ਕਰਨਾ ਹੀ ਚਾਹੀਦਾ ਵਾ। ਬਿਲਕੁਲ ਹਰਪ੍ਰੀਤ ਜੀ, ਕਟਗਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਵਾ, ਲੇਕਿਨ ਇੱਥੇ ਇੱਕ ਕੁਐਸਚਨ ਜ਼ਰੂਰ ਖੜਾ ਹੁੰਦਾ ਹੈ ਕਿ ਨੈਪੋਟਿਜ਼ਮ ਕਿਹੜੀ ਪਾਰਟੀ ਦੇ ਵਿੱਚ ਨਹੀਂ ਹੈਗਾ। ਬਟ ਅਸੀਂ ਆਮ ਆਦਮੀ ਪਾਰਟੀ ਤੇ ਹੀ ਜਾਂ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੇ ਕਿਉਂ ਲੱਗ ਰਹੇ? ਕਿਉਂਕਿ ਸ਼ੁਰੂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਹੈ ਉਹ ਇਸ ਚੀਜ਼ ਨੂੰ ਕੰਡੈਮ ਕਰਦੀ ਆਈ ਹੈ, ਇਸ ਚੀਜ਼ ਦੇ ਉੱਪਰ ਰਾਜਨੀਤੀ ਕਰਦੀ ਆਈ ਹੈ ਕਿ ਨੈਪੋਟਿਜ਼ਮ ਜਿਹੜਾ ਜਾਂ ਜਿਹੜੀ ਫੇਵਰਿਜ਼ਮ ਹੈਗਾ ਪਾਰਟੀਆਂ ਦੇ ਵਿੱਚ ਉਸ ਚੀਜ਼ ਨੂੰ ਅਸੀਂ ਨਹੀਂ ਅਡਾਪਟ ਕਰਾਂਗੇ, ਉਹ ਅਲਾਈਅੰਸਸ ਨੂੰ ਨਹੀਂ ਅਡਾਪਟ ਕਰਾਂਗੇ। ਹੋਰ ਇਦਾਂ ਦੇ ਕਈ ਮੁੱਦੇ ਸੀ ਜਿਨ੍ਹਾਂ ਦੇ ਉੱਪਰ ਆਮ ਆਦਮੀ ਪਾਰਟੀ ਬੜਾ ਵਧੀਆ ਸਟੈਂਡ ਲੈ ਕੇ ਲੋਕਾਂ ਦੇ ਅੱਗੇ ਜਾਂਦੀ ਸੀ ਔਰ ਲੋਕਾਂ ਦੀ ਤੁਸੀਂ ਹਮਾਇਤ ਲੈਣ ਦੀ ਕੋਸ਼ਿਸ਼ ਕਰਦੀ ਸੀ, ਪਰ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਔਰ ਹਰ ਇੱਕ ਉਹ ਚੀਜ਼ ਅਡਾਪਟ ਕੀਤੀ ਗਈ ਹੈ ਜਿਹੜੀ ਕਿ ਰਵਾਇਤੀ ਪਾਰਟੀਆਂ ਵੱਲੋਂ ਆਲਰੇਡੀ ਕਾਫੀ ਦੇਰ ਤੋਂ ਅਡਾਪਟ ਕੀਤੀ ਜਾਂਦੀ ਸੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਐਸਚਨ ਖੜੇ ਹੋ ਰਹੇ ਨੇ ਔਰ ਸ਼ਾਇਦ ਜਿਹੜੀਆਂ ਬਾਕੀ ਪਾਰਟੀਆਂ ਹੈਗੀਆਂ, ਦੇਖੋ ਨੈਪੋਟਿਜ਼ਮ ਕਿਹੜੀ ਪਾਰਟੀ ਦੇ ਵਿੱਚ ਨਹੀਂ ਹੈਗਾ, ਹਰੇਕ ਪਾਰਟੀ ਇਸ ਚੀਜ਼ ਨੂੰ ਤਰਜੀਹ ਦਿੰਦੀ ਹੈ, ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਇਦਾਂ ਦੇ ਐਲੀਗੇਸ਼ਨ ਲੱਗੇ ਔਰ ਜਦੋਂ ਇਦਾਂ ਦੇ ਫਿਗਰਸ ਸਾਡੇ ਸਾਹਮਣੇ ਨਿਕਲ ਕੇ ਸਾਹਮਣੇ ਆਈਆਂ ਕਿ ਆਪਣੇ ਚਹੇਤਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਜਿਹੜੀਆਂ ਕਿ ਅਹਿਮ ਪੋਸਟਾਂ ਦਿੱਤੀਆਂ ਗਈਆਂ ਕਿ ਆਫ ਦਾ ਰਿਕਾਰਡ ਹੋ ਕੇ ਵੀ ਕਈ ਪੋਸਟਾਂ ਇਦਾਂ ਦੀਆਂ ਹੈਗੀਆਂ ਜਿਵੇਂ ਮੁਹੱਲਾ ਕਲੀਨਿਕ ਦੇ ਵਿੱਚ ਐਡਵਾਈਜ਼ਰ ਦੀ ਅਪਾਇੰਟਮੈਂਟ ਹੈ। ਸੋ ਉਸ ਤਰ੍ਹਾਂ ਦੀ ਬੇਨੀਮੀਆਂ ਜਦੋਂ ਇਹੋ ਜਿਹੀ ਪਾਰਟੀ ਕੋਲੋਂ ਆਉਂਦੀਆਂ ਜਿਹੜੀ ਕਿ ਪਾਰਟੀ ਸ਼ੁਰੂ ਤੋਂ ਇਸ ਚੀਜ਼ ਨੂੰ ਕੰਡੈਮ ਕਰਦੀ ਹੈ, ਸੋ ਇਸ ਕਰਕੇ ਇਹਨਾਂ ਦੇ ਉੱਪਰ ਕੁਐਸਚਨ ਜਿਹੜੇ ਆ ਉਹ ਖੜੇ ਹੁੰਦੇ ਆ। ਬਿਲਕੁਲ ਪ੍ਰਾਮਿਕ ਜੀ ਨੇ ਕਿਹਾ ਕਿ ਇਹ ਮੁੱਦਾ ਜਿਹੜਾ ਕੁਝ ਟਾਈਮ ਦਾ ਹੋ ਸਕਦਾ ਹੈ, ਐਮਸੀਡੀ ਇਲੈਕਸ਼ਨ ਤੋਂ ਬਾਅਦ ਸ਼ਾਇਦ ਇਸ ਤੇ ਨਾ ਰਿਵਿਊ ਕੀਤਾ ਜਾਵੇ, ਬਟ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਉੱਪਰ ਜਿਹੜੇ ਐਲੀਗੇਸ਼ਨ ਲੱਗੇ ਨੇ ਜਿਹੜੇ ਕਿ ਜਨਤਕ ਵੀ ਹੋ ਗਏ ਨੇ, ਇੱਕ ਪੁਆਇੰਟ ਜਿਹੜਾ ਉਸ ਰਿਪੋਰਟ ਦੇ ਵਿੱਚ ਡਿਸਕਸ ਕੀਤਾ ਗਿਆ, ਸ਼ਾਇਦ ਉਹ ਚੀਜ਼ ਨੂੰ ਇਲੈਕਸ਼ਨ ਤੋਂ ਬਾਅਦ ਵੀ ਪਰਸੂ ਕੀਤਾ ਜਾਊਗਾ ਔਰ ਬਣਦਾ ਜਿਹੜਾ ਤੁਸੀਂ ਕਾਰਵਾਈ ਹੈ ਉਹ ਵੀ ਉੱਥੇ ਕੀਤੀ ਜਾਊਗੀ। ਨੋ ਡਾਊਟ ਪੋਲਿਟਿਕਸ ਗੇਮ ਹੈ, ਪੋਲਿਟਿਕਸ ਦੇ ਵਿੱਚ ਜਦੋਂ ਵੀ ਕਿਸੇ ਪਾਰਟੀ ਦਾ ਲੂਪ ਹੋਲ ਜਾਂ ਜਦੋਂ ਵੀ ਕਿਸੇ ਪਾਰਟੀ ਦੀ ਕੋਈ ਖਾਮੀ ਸਾਨੂੰ ਮਿਲਦੀ ਹੈ ਅਸੀਂ ਉਸ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹਾਂ। ਸੇਮ ਟੈਕਟਿਕਸ ਇਸ ਟਾਈਮ ਵੀ ਹੋ ਰਹੀ ਹੈ। ਐਮਸੀਡੀ ਇਲੈਕਸ਼ਨ ਬਿਲਕੁਲ ਟਾਈਮ ਤੇ ਹੈ ਔਰ ਉਸ ਟਾਈਮ ਤੇ ਜਦੋਂ ਇਹ ਰਿਪੋਰਟ ਆਉਂਦੀ ਹੈ ਤਾਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਇਸ ਡੈਮੇਜ ਨੂੰ ਕੰਟਰੋਲ ਕਰਨਾ ਜਿਹੜਾ ਉਹ ਬਹੁਤ ਔਖਾ ਹੋ ਜਾਣਾ, ਕਿਉਂਕਿ ਐਦਾਂ ਦੇ ਐਲੀਗੇਸ਼ਨਸ ਲੱਗੇ ਨੇ ਜਿਹਨੂੰ ਕਿ ਇੱਕ ਐਕਸਪੀਰੀਅੰਸਡ ਪਾਰਟੀ ਵੀ ਜੇ ਡਿਨਾਈ ਕਰੇ ਤਾਂ ਉਹ ਨਹੀਂ ਕਰ ਸਕਦੀ, ਪਰ ਆਮ ਆਦਮੀ ਪਾਰਟੀ ਦੇ ਜਿਹੜੇ ਮਿਨਿਸਟਰਸ ਨੇ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਵੀ ਇੱਕ ਨੈਗੇਟਿਵ ਜਿਹੜਾ ਪੁਆਇੰਟ ਹੈ ਇਸ ਪਾਰਟੀ ਦੇ ਉੱਪਰ ਉੱਭਰ ਕੇ ਸਾਹਮਣੇ ਆਊਗਾ। ਔਰ ਮੈਨੂੰ ਲੱਗਦਾ ਜਿੱਦਾਂ ਅਸੀਂ ਸ਼ੁਰੂ ਤੋਂ ਡਿਸਕਸ ਕਰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹੌਲੀ-ਹੌਲੀ 2019 ਤੱਕ ਸਫਾਇਆ ਹੋਣ ਜਾ ਰਿਹਾ ਉਹ ਸ਼ਾਇਦ ਇਸ ਰਿਪੋਰਟ ਤੋਂ ਬਾਅਦ ਹੋਰ ਜ਼ਿਆਦਾ ਕਲੀਅਰ ਹੋ ਗਿਆ। ਗੁਰਮੀਤ ਜੀ ਹਰਪ੍ਰੀਤ ਜੀ, ਜੇ ਮੇਰੀ ਆਵਾਜ਼ ਆ ਰਹੀ ਹੋਵੇ ਤਾਂ ਮੈਂ ਗੱਲ ਕਰ ਸਕਾਂਗਾ? ਹਾਂਜੀ ਪਲੀਜ਼ ਗੋ ਹੈਡ। ਹੈਲੋ ਪਲੀਜ਼ ਗੋ ਹੈਡ ਜੀ। ਮੈਨੂੰ ਲੱਗਦਾ ਸ਼ਾਇਦ ਮੈਂ ਪਹਿਲੀ ਵਾਰ ਜਦੋਂ ਤੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਆਪ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ, ਅਦਰਵਾਈਜ਼ ਮੈਂ ਮੌਕਾ ਇੰਤਜ਼ਾਰ ਜ਼ਰੂਰ ਕਰਦਾ ਰਹਿਣਾ ਔਰ ਅੱਜ ਵੀ ਮੈਂ ਬਥੇਰਾ ਲੰਮਾ ਸਮਾਂ ਇੰਤਜ਼ਾਰ ਕੀਤਾ। ਇੰਨੇ ਲੰਮੇ ਸਮੇਂ ਦੇ ਵਿੱਚ ਸਾਰੀਆਂ ਜਿੰਨੀਆਂ ਗੱਲਾਂ ਹੋਈਆਂ ਮੈਨੂੰ ਨਹੀਂ ਲੱਗਦਾ ਕਿ ਮੈਂ
ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਕਮੈਂਟ ਕਰ ਸਕਾਂਗਾ। ਦੂਸਰੀ ਗੱਲ, ਮੈਨੂੰ ਇਹ ਵੀ ਨਹੀਂ ਲੱਗਦਾ ਕਿ ਜੇ ਮੈਂ ਸਾਰੀਆਂ ਗੱਲਾਂ ਦੇ ਉੱਤੇ ਕਮੈਂਟ ਕਰਾਂ ਤੇ ਮੈਨੂੰ ਉਹਨਾਂ ਸਮਾਂ ਜਿਹੜਾ ਉਹ ਤੁਹਾਡਾ ਸਾਰਿਆਂ ਦਾ ਇਕੱਲੇ ਨੂੰ ਖਾ ਜਾਣਾ ਚਾਹੀਦਾ। ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਮੈਂ ਆਪਣੀ ਗੱਲ ਬਹੁਤ ਸੰਖੇਪ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂ। ਜਦੋਂ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ ਤਾਂ ਮੈਂ 2 ਨੁਕਤਿਆਂ ਦੇ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਪਹਿਲੇ ਦਿਨ ਤੋਂ ਹੀ ਨਾਪਸੰਦ ਕਰਨ ਵਾਲਿਆਂ ਦੇ ਲੋਕਾਂ ਦੀ ਗਿਣਤੀ ਦੇ ਵਿੱਚ ਸ਼ੁਮਾਰ ਰਿਹਾ। ਔਰ ਮੇਰੇ ਸਾਹਮਣੇ ਸਭ ਤੋਂ ਵੱਡਾ ਇਸ਼ੂ ਇਹ ਸੀ ਕਿ ਇੱਕ ਪਾਰਟੀ ਜਿਹੜੀ ਕਰਪਸ਼ਨ ਦੇ ਸਵਾਲ ਦੇ ਉੱਤੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦਾ ਯਤਨ ਕਰਦੀ ਰਹੀ ਹੈ। ਵਿਦਆਊਟ ਐਨੀ ਆਈਡੀਓਲੋਜੀਕਲ ਬੇਸ ਕੋਈ ਪਾਰਟੀ ਕਰਪਸ਼ਨ ਨੂੰ ਖਤਮ ਕਰ ਹੀ ਨਹੀਂ ਸਕਦੀ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਇਹ ਸਿੱਧ ਨਹੀਂ ਕਰ ਦਿੰਦੇ ਸਮਾਜ ਦੇ ਸਾਹਮਣੇ ਜਾਂ ਆਪਣੀ ਪਾਰਟੀ ਦੀ ਆਈਡੀਓਲੋਜੀਕਲ ਅਪਰੋਚ ਦੇ ਅੰਦਰ ਕਿ ਕਰਪਸ਼ਨ ਦੀ ਜੜ ਕਿੱਥੇ ਹੈ, ਕਰਪਸ਼ਨ ਪੈਦਾ ਕਿੱਥੇ ਹੁੰਦੀ ਹੈ, ਉਨੀ ਦੇਰ ਤੱਕ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰਪਸ਼ਨ ਨੂੰ ਖਤਮ ਨਹੀਂ ਕਰ ਸਕਦੇ। ਦੂਜਾ ਇਲਜ਼ਾਮ ਜਿਹੜਾ ਮੈਂ ਆਮ ਆਦਮੀ ਪਾਰਟੀ ਦੇ ਉੱਤੇ ਲਾਉਂਦਾ ਰਿਹਾ ਔਰ ਅੱਜ ਵੀ ਮੈਂ ਉਸ ਗੱਲ ਨੂੰ ਇੱਕ ਤਰ੍ਹਾਂ ਨਾਲ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਜਿਹੜੇ ਅੱਜ ਇਹ ਰਿਪੋਰਟ ਆਈ ਹੈ ਸਾਡੇ ਸਾਹਮਣੇ ਔਰ ਉਹ ਰਿਪੋਰਟ ਇੱਕ ਤਰ੍ਹਾਂ ਨਾਲ ਉਸ ਇਲਜ਼ਾਮ ਨੂੰ ਇੱਕ ਐਸਟੈਬਲਿਸ਼ ਕਰਨ ਵਾਲੀ ਹੀ ਕਹੀ ਜਾ ਸਕਦੀ ਆ। ਮੇਰਾ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਹਮੇਸ਼ਾ ਰਿਹਾ ਕਿ ਉਹ ਇੱਕ NGO ਦੇ ਅੰਦਰੋਂ ਪੈਦਾ ਹੋਈ ਹੈ। ਮੈਂ ਇਹ ਨਹੀਂ ਕਹਿੰਦਾ ਕਿ ਹਰ NGO ਬੁਰੀ ਹੁੰਦੀ ਹੈ, ਕਈ NGO ਬਹੁਤ ਅੱਛੀਆਂ ਵੀ ਹੋ ਸਕਦੀਆਂ ਨੇ, ਪਰ ਜਿਸ ਤਰੀਕੇ ਦੀ NGO ਆਮ ਆਦਮੀ ਪਾਰਟੀ ਦੇ ਨੇਤਾ ਸਿਸੋਦੀਆ ਸਾਹਿਬ, ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਸਾਹਿਬ ਚਲਾਉਂਦੇ ਰਹੇ ਨੇ, ਜੇ ਅਸੀਂ ਅੱਜ ਉਹਨਾਂ ਦੀ ਸਰਕਾਰ ਦਾ ਟੋਟਲ ਬਿਹੇਵ ਦੇਖੀਏ, ਮਨ ਮਰਜ਼ੀ ਦੀਆਂ ਤਨਖਾਹਾਂ ਮਿਥ ਲੈਣਾ, ਬਿਨਾਂ ਕਿਸੇ ਆਪਣਾ ਨਿਯਮਾਂ ਦੀ ਪਾਲਣਾ ਕੀਤੇ ਅਪੁਆਇੰਟਮੈਂਟਾਂ ਕਰ ਲੈਣਾ, ਇੱਕ NGO ਦੇ ਵਿੱਚ ਕਰ ਸਕਣਾ ਬਹੁਤ ਆਸਾਨ ਹੋ ਸਕਦਾ ਸੀ ਜਿਵੇਂ ਉਹ ਕਰਦੇ ਰਹੇ ਹੋਣਗੇ, ਕਿਉਂਕਿ ਉਹਨਾਂ ਦੇ ਉੱਤੇ ਹੌਲੀ ਸੌਲੀ ਇੰਚਾਰਜ ਉਹੀ ਹੁੰਦੇ ਸੀ। ਪਰ ਜਦੋਂ ਤੁਸੀਂ ਇੱਕ ਸਰਕਾਰ ਚਲਾਉਣ ਦਾ ਯਤਨ ਕਰ ਰਹੇ ਹੋ, ਜਦੋਂ ਤੁਸੀਂ ਜਨਤਕ ਜਵਾਬਦੇਹੀ ਤੁਹਾਡੀ ਜਿਹੜੀ ਇੱਕ ਹੋਰ ਵੱਖਰੇ ਐਂਗਲ ਤੋਂ ਬਣ ਗਈ ਆ, ਹਾਲਾਂਕਿ ਇੱਕ NGO ਵੀ ਜਨਤਕ ਜਵਾਬਦੇਹੀ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਜਿਹੜੀ, ਪਰ ਕਿਉਂਕਿ ਆਮ ਲੋਕਾਂ ਦਾ ਸਿੱਧਾ ਉਹਦੇ ਨਾਲ ਕੰਸਰਨ ਨਹੀਂ ਹੁੰਦਾ, ਪਰ ਸਰਕਾਰ ਨਾਲ ਬਹੁਤ ਗਹਿਰਾ ਕੰਸਰਨ ਹੁੰਦਾ। ਔਰ ਇਸੇ ਤਰੀਕੇ ਦੀ ਜਿਹੜੀ ਉਹਨਾਂ ਦੀ ਕੰਮ ਕਰਨ ਦਾ ਤਰੀਕਾ ਵਾ ਉਹ ਬਿਲਕੁਲ ਲਗਭਗ NGO ਟਾਈਪ ਦਾ ਤੁਹਾਨੂੰ ਨਜ਼ਰ ਆਉਂਦਾ। ਜੇ ਤੁਸੀਂ ਇੱਕ ਨੁਕਤੇ ਦੇ ਉੱਤੇ ਚਰਚਾ ਕਰੋ, ਮੈਂ ਉਹਨਾਂ ਨੁਕਤਿਆਂ ਨੂੰ ਦੁਬਾਰਾ ਤੋਂ ਦੁਹਰਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ, ਸਿਰਫ ਇੱਕ ਨੁਕਤੇ ਦੇ ਉੱਤੇ ਚਰਚਾ ਕਰਾਂਗਾ। ਸ਼ੁਰੂਆਤ ਦੇ ਵਿੱਚ ਮੈਂ ਇੱਕ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਸਿਸਟਮ ਬਦਲ ਦੇਣ ਦੀ ਇੱਛਾ ਦੇ ਨਾਲ, ਸਿਸਟਮ ਬਦਲ ਦੇਣ ਦੇ ਨਾਅਰੇ ਦੇ ਨਾਲ, ਸਿਸਟਮ ਬਦਲ ਦੇਣ ਦੇ ਸੁਪਨੇ ਦਿਖਾਉਣ ਦੇ ਨਾਲ ਆਈ ਸੀ, ਉਹਨੇ ਬਾਕੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਿਸਟਮ ਨੂੰ ਬਦਲ ਕੇ ਦਿਖਾ ਦਿੱਤਾ ਔਰ ਬਦਲ ਕੇ ਜੋ ਦਿਖਾਇਆ ਉਹਦੀ ਇੱਕ ਤਸਵੀਰ ਸਾਨੂੰ ਇਸ ਰਿਪੋਰਟ ਦੇ ਵਿੱਚੋਂ ਮਿਲ ਰਹੀ ਹੈ। ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਪਾਰਟੀਆਂ ਨੂੰ ਦਫ਼ਤਰ ਅਲਾਟ ਕਰ ਦੇਣ ਦੀ, ਸਵਾਲ ਇਹ ਨਹੀਂ ਹੈ ਕਿ ਹੁਣ ਤੱਕ ਪਾਰਟੀਆਂ ਜਿਹੜੀਆਂ ਉਹ ਸਰਕਾਰੀ ਰਿਹਾਇਸ਼ ਦੇ ਵਿੱਚ ਦਫ਼ਤਰ ਨਹੀਂ ਚਲਾਉਂਦੀਆਂ ਰਹੀਆਂ। ਬਹੁਤ ਸਾਰੀਆਂ ਪਾਰਟੀਆਂ ਨੇ 80 ਦੇ ਦਹਾਕੇ ਦੇ ਵਿੱਚ, 90 ਦੇ ਦਹਾਕੇ ਦੇ ਵਿੱਚ ਜਾਂ ਇਸ ਤੋਂ ਪਹਿਲਾਂ 70 ਦੇ ਦਹਾਕੇ ਦੇ ਵਿੱਚ ਸਰਕਾਰੀ ਜਿਹੜੀਆਂ ਅਲਾਟਮੈਂਟਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਆਪਣੇ ਦਫ਼ਤਰ ਚਲਾਏ ਨੇ, ਔਰ ਚਲਾਏ ਇਸ ਤਰੀਕੇ ਦੇ ਨਾਲ ਨੇ ਕਿ ਜੇ ਕਿਸੇ MP ਨੂੰ ਇੱਕ ਵੱਡੀ ਕੋਠੀ ਅਲਾਟ ਹੋਊਗੀ ਤਾਂ ਉਸੇ ਹੀ ਕੋਠੀ ਨੂੰ ਪਾਰਟੀਆਂ ਨੇ ਆਪਣੇ ਦਫ਼ਤਰ ਦੇ ਤੌਰ ਦੇ ਉੱਤੇ, ਕੇਂਦਰੀ ਦਫ਼ਤਰ ਦੇ ਤੌਰ ਦੇ ਉੱਤੇ, ਹੈੱਡ ਆਫਿਸ ਦੇ ਤੌਰ ਦੇ ਉੱਤੇ ਵਰਤਣਾ ਇਸਤੇਮਾਲ ਕਰ ਦਿੱਤਾ। ਜੇ ਉਹ MP ਅਗਲੀ ਵਾਰ ਚੋਣ ਹਾਰ ਗਿਆ ਤਾਂ ਸੇਮ ਕੋਠੀ ਕਿਸੇ ਦੂਸਰੇ ਜੇਤੂ MP ਦੇ ਖਾਤੇ ਦੇ ਵਿੱਚ ਅਲਾਟ ਕਰਵਾ ਕੇ ਉਸੇ ਦਫ਼ਤਰ ਨੂੰ ਕੰਟੀਨਿਊ ਕਰਨ ਦਾ ਯਤਨ ਕੀਤਾ ਗਿਆ। ਏਦਾਂ ਦੀਆਂ ਗੱਲਾਂ ਤਾਂ ਅਸੀਂ ਆਮ ਤੌਰ ਦੇ ਉੱਤੇ ਬਹੁਤ ਸਾਰੀਆਂ ਪਾਰਟੀਆਂ ਦੀਆਂ ਦਿੱਲੀ ਦੇ ਵਿੱਚ ਵੇਖਦੇ ਸੁਣਦੇ ਆ ਰਹੇ ਹਾਂ, ਪਰ ਇਸ ਤਰੀਕੇ ਦੇ ਨਾਲ ਸਿੱਧੀ ਅਲਾਟਮੈਂਟ ਕਰਦੇ ਨਹੀਂ ਪਾਰਟੀ ਦਫ਼ਤਰ ਨੂੰ, ਇਹ ਸ਼ਾਇਦ ਨਵੇਂ ਸਿਸਟਮ ਕ੍ਰੀਏਟ ਕਰਨ ਦੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹੀ ਕਰ ਸਕੀ ਹੈ। ਦੂਜੀ ਗੱਲ, ਅਸੀਂ ਚੱਲਦੇ ਇੱਕ ਚਰਚਾ ਕਰ ਲਈ ਸੀ ਕਿ ਪਾਰਟੀਆਂ ਦੇ ਕੋਲੇ ਵੀ ਦਫ਼ਤਰ ਨੇ। ਸਵਾਲ ਇਹ ਹੈ ਕਿ ਜਦੋਂ ਕੋਈ ਪਾਰਟੀ ਦੇ ਤੌਰ ਦੇ ਉੱਤੇ ਅਪਲਾਈ ਕਰਦੀ ਆ, ਜਦੋਂ ਕੋਈ NGO ਦੇ ਤੌਰ ਦੇ ਉੱਤੇ ਅਪਲਾਈ ਕਰਦੀ ਆ, ਤਾਂ ਉਦੋਂ ਉਹਨਾਂ ਨੂੰ ਸਰਕਾਰੀ ਨਿਯਮਾਂ ਦੇ ਮੁਤਾਬਕ ਜ਼ਮੀਨ ਖਰੀਦਣ ਦੇ ਉੱਤੇ ਛੋਟ ਸਰਕਾਰ ਦੇ ਸਕਦੀ ਹੈ ਔਰ ਉਹ ਛੋਟ ਪਾਰਟੀਆਂ ਨੂੰ ਮਿਲਦੀ ਹੈ। ਪਰ ਉਹਨਾਂ ਛੋਟ ਹੋਈ ਜ਼ਮੀਨ ਦੇ ਉੱਤੇ ਤੁਸੀਂ ਇੱਕ ਨੋਮੀਨਲ ਜਿਹੜੀ ਸਰਕਾਰ ਦੀ ਤੈਅ ਕੀਤੀ ਰਕਮ ਹੁੰਦੀ ਹੈ ਉਹ ਤਾਰ ਕੇ
ਪਾਰਟੀ ਉਸ ਜ਼ਮੀਨ ਦੀ ਮਾਲਕ ਬਣਦੀ ਹੈ ਔਰ ਉਸ ਜ਼ਮੀਨ ਦੇ ਉੱਤੇ ਉਹ ਆਪਣੇ ਦਫ਼ਤਰ ਉਸਾਰਦੀ ਹੈ। ਔਰ ਚੰਡੀਗੜ੍ਹ ਦੇ ਵਿੱਚ ਵੀ ਜੇ ਅਸੀਂ ਗੱਲ ਕਰੀਏ ਤਾਂ ਲਗਭਗ ਸਾਰੀਆਂ ਪਾਰਟੀਆਂ ਦੇ ਕੋਲੇ ਆਪਣੇ ਆਪਣੇ ਦਫ਼ਤਰ ਨੇ। ਲਗਭਗ ਛੋਟੀਆਂ ਤੋਂ ਛੋਟੀ ਪਾਰਟੀ ਕੋਲੇ ਵੀ ਦਫ਼ਤਰ ਨੇ। ਸ਼ਾਇਦ ਆਮ ਆਦਮੀ ਪਾਰਟੀ ਕੋਲੇ ਹਾਲ ਦੀ ਘੜੀ ਕੋਈ ਦਫ਼ਤਰ ਨਹੀਂ ਹੈ, ਪਰ ਬਾਕੀ ਦੀਆਂ ਲਗਭਗ ਪਾਰਟੀਆਂ ਕੋਲੇ ਆਪੋ ਆਪਣੇ ਕੇਂਦਰੀ ਦਫ਼ਤਰ ਇੱਥੇ ਉਹਨਾਂ ਨੇ ਉਸਾਰ ਰੱਖੇ ਨੇ। ਔਰ ਸਰਕਾਰ ਤੋਂ ਜਿਹੜੀ ਹੈਗੀ ਨੋਮੀਨਲ ਰੇਟ ਦੇ ਉੱਤੇ ਖਰੀਦੀ ਹੋਈ ਜ਼ਮੀਨ ਉੱਤੇ ਹੀ ਉਸਾਰੇ ਨੇ। ਉਹ ਆਪਣੇ ਆਪ ਦੇ ਵਿੱਚ ਕੋਈ ਨਿਯਮਾਂ ਦੀ ਉਲੰਘਣਾ ਨਹੀਂ ਹੈ। ਨਿਯਮਾਂ ਦੀ ਉਲੰਘਣਾ ਉਦੋਂ ਹੁੰਦੀ ਹੈ ਜਦੋਂ ਉਹ ਜ਼ਮੀਨ ਖਰੀਦੇ ਬਿਨਾਂ, ਜ਼ਮੀਨ ਤੇ ਆਪਣੀ ਪਾਰਟੀ ਦੇ ਖਰਚੇ ਦੇ ਨਾਲ ਉਸਾਰੀ ਕੀਤੇ ਬਿਨਾਂ ਸਰਕਾਰ ਦੀ ਕਿਸੇ ਸਰਕਾਰੀ ਬਿਲਡਿੰਗ ਦੇ ਵਿੱਚ ਤੁਸੀਂ ਜਾ ਕੇ ਆਪਣੇ ਦਫ਼ਤਰ ਨੂੰ ਐਸਟੈਬਲਿਸ਼ ਕਰ ਲੈਂਦੇ ਹੋ, ਜਾਂ ਫਿਰ ਜੇ ਉਹਦਾ ਕਿਰਾਇਆ ਦੇਣਾ ਪੈਂਦਾ ਤੇ ਉਹਦੀ ਪੇਮੈਂਟ ਸਰਕਾਰ ਵੱਲੋਂ ਕੀਤੀ ਜਾਂਦੀ। ਨਿਯਮਾਂ ਦੀ ਉਲੰਘਣਾ ਵਰਗੀ ਗੱਲ ਉਦੋਂ ਆਉਂਦੀ ਹੈ। ਸੌਰੀ, ਮੈਨੂੰ ਇੰਝ ਲੱਗਦਾ ਮੇਰੀ ਗੱਲ ਹੁਣ ਵੀ ਕਾਫੀ ਲੰਬੀ ਹੋ ਗਈ ਹੈ ਤੇ ਮੈਂ ਆਪਣੀ ਗੱਲ ਖਤਮ ਕਰਦਾ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਐਂਡ ਕਰਦੇ ਹੋਏ ਅਗਲੇ ਪ੍ਰੋਗਰਾਮ ਦੇ ਵਿੱਚ ਐਂਟਰੀ ਲਈ ਇਸ ਪ੍ਰੋਗਰਾਮ ਨੂੰ ਰੈਪ ਅਪ ਕਰਨ ਦੀ ਵੱਲ ਅੱਗੇ ਵੱਧ ਸਕੀਏ। ਬੜਾ ਸੋਹਣਾ ਪੁਆਇੰਟ ਚੱਕਿਆ ਐਕਚੁਅਲੀ ਜੀ, ਸਬਦੀਪ ਮੈਂ ਜੀ। ਇੱਕ ਗੁਰਮੀਤ point ਜੀ ਰੱਖਣਾ ਚਾਹੁੰਦਾ ਅਖੀਰ 'ਚ ਕਿ ਮੈਂ ਤੁਹਾਨੂੰ ਮੌਕਾ ਦਊਂਗਾ। ਇੱਕ ਤੇ ਜੋ ਸਬਦੀਪ ਜੀ ਨੇ ਪੁਆਇੰਟ ਚੱਕਿਆ ਕਿ ਆਫਿਸ ਇਸਤੇਮਾਲ ਕਰਨ ਦਾ ਤਰੀਕਾ ਵਾ, ਦੂਜੀਆਂ ਪਾਰਟੀਆਂ ਬਕਾਇਦਾ ਉਹਨੂੰ ਕਾਨੂੰਨੀ ਤਰੀਕੇ ਨਾਲ ਕਿ ਐਮਪੀ ਜਾਂ ਐਮਐਲਏ ਨੂੰ ਅਪਾਇੰਟ ਹੋਏ ਮਕਾਨ 'ਚ ਆਫਿਸ ਬਣਾ ਕੇ ਇਸਤੇਮਾਲ ਕਰਦੀਆਂ ਨੇ। ਸਿੱਧਾ ਪੋਲੀਟੀਕਲ ਪਾਰਟੀਆਂ ਨੂੰ ਮਕਾਨ ਅਸਾਈਨ ਨਹੀਂ ਕਰਦੀਆਂ, ਜੋ ਕਿ ਬਿਲਕੁਲ ਹੀ ਗੈਰ ਕਾਨੂੰਨੀ ਆ। ਇੱਕ ਤੇ ਇਹ ਸਵਾਲ ਤੁਹਾਡੇ ਵਾਸਤੇ। ਦੂਜਾ ਸਵਾਲ ਗੁਰਮੀਤ ਜੀ, ਜਿਹਦੇ ਨਾਲ ਹੀ ਅਸੀਂ ਸ਼ੋਅ ਖਤਮ ਕਰਾਂਗੇ, ਕੀ ਤੁਹਾਨੂੰ ਲੱਗਦਾ ਹੈ ਮੀਡੀਆ ਨੂੰ ਬਾਰ-ਬਾਰ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਜਾਂ ਲੀਡਰ ਇਹ ਸਵਾਲ ਕਰਦੇ ਨੇ ਕਿ ਮੀਡੀਆ ਆਮ ਆਦਮੀ ਪਾਰਟੀ ਨਾਲ ਗਲਤ ਕਰਦਾ ਹੈ ਜਾਂ ਜਸਟੀਫਾਈ ਨਹੀਂ ਕਰਦਾ? ਕੀ ਤੁਹਾਨੂੰ ਲੱਗਦਾ ਹੈ ਕਿ ਮੀਡੀਆ ਆਮ ਆਦਮੀ ਪਾਰਟੀ ਦੇ ਨਾਲ ਜਸਟੀਫਿਕੇਸ਼ਨ ਨਹੀਂ ਕਰਦਾ, ਜਾਂ ਮੀਡੀਆ ਆਮ ਆਦਮੀ ਪਾਰਟੀ ਨਾਲ ਜੋ ਸਵਾਲ ਪੁੱਛਦਾ ਵਾ, ਕਿ ਮੀਡੀਆ ਕਾਂਗਰਸ, ਅਕਾਲੀ ਜਾਂ ਬੀਜੇਪੀ ਨੂੰ ਉਹ ਸਵਾਲ ਪੁੱਛਣ ਤੋਂ ਕਤਰਾਉਂਦਾ ਵਾ? ਹੁਣ ਥੋੜੀ ਦੇਰ ਪਹਿਲਾਂ ਹਫੀ ਜੀ ਮੇਰੇ ਸਾਥੀ ਪੈਨਲਿਸਟ ਕਹਿ ਰਹੇ ਸੀ ਆਫਿਸਿਸ ਦੇ ਬਾਰੇ, ਜਿਸ ਤਰ੍ਹਾਂ ਉਹ ਕਹਿ ਰਹੇ ਸੀ ਕਿ ਬਾਕੀ ਪਾਰਟੀ ਜੋ ਵੀ ਆਫਿਸਿਸ ਇਸ਼ੂ ਹੋਏ ਨੇ ਤੇ ਆਫਿਸਿਸ ਅਲਾਟ ਹੋਏ ਨੇ ਆਲ ਅਕ੍ਰੋਸ ਇੰਡੀਆ। ਤੁਸੀਂ ਜੇ ਹੋਰ ਕੇਰਲ ਦੇ ਵਿੱਚ ਚਲੇ ਜਾਓਗੇ ਜਾਂ ਵੈਸਟ ਬੰਗਾਲ ਦੇ ਵਿੱਚ ਚਲੇ ਜਾਓਗੇ ਤਾਂ ਉੱਥੇ ਕਮਿਊਨਿਸਟ ਪਾਰਟੀ ਨੂੰ ਬੜੇ ਈਜ਼ੀਲੀ ਜਿਹੜਾ ਹੈ ਉੱਥੇ ਆਫਿਸਿਸ ਕਈ ਥਾਵਾਂ ਤੇ ਅਲਾਟ ਹੋਏ ਨੇ। ਤੁਸੀਂ ਹੋਰ ਕਿਸੇ ਥਾਂ ਤੇ ਨਾਰਥ ਇੰਡੀਆ ਦੇ ਵਿੱਚ ਚਲੇ ਜਾਓਗੇ, ਨਾਰਥ ਇੰਡੀਆ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਚਲੇ ਜਾਓਗੇ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਦਿੱਲੀ ਦੇ ਵਿੱਚ ਜਾਂ ਹੋਰ ਕਿਸੇ ਥਾਂ ਚਲੇ ਜਾਓਗੇ, ਤੁਹਾਨੂੰ ਕਾਂਗਰਸ ਬੀਜੇਪੀ ਦਾ ਦਫ਼ਤਰ ਹਰ ਥਾਂ ਤੇ ਮਿਲ ਜਾਏਗਾ ਤੇ ਚੰਗੀ ਥਾਂ ਤੇ ਮਿਲ ਜਾਏਗਾ, ਜਿਹੜੀ ਕਿ ਈਜ਼ੀਲੀ ਰੀਚੇਬਲ, ਜਿਹੜੀ ਈਜ਼ੀਲੀ ਐਕਸੈਸਿਬਲ ਜਗ੍ਹਾ ਹੁੰਦੀ ਹੈ ਉੱਥੇ ਮਿਲ ਜਾਏਗਾ। ਤੇ ਇਸ ਦੇ ਨਾਲ ਵੀ ਹੋਰ ਵੀ ਕਈ ਪਾਰਟੀਆਂ ਨੇ, ਜੰਮੂ ਕਸ਼ਮੀਰ ਦੇ ਵਿੱਚ PDP ਹੈ, ਨੈਸ਼ਨਲ ਕਾਨਫਰੰਸ ਹੈ ਤੇ ਹੋਰ ਕਈ ਸਟੇਟ ਦੇ ਵਿੱਚ, ਬਿਹਾਰ ਦੇ ਵਿੱਚ JDU ਹੈ। ਇਹਨਾਂ ਸਾਰੀਆਂ ਪਾਰਟੀਆਂ ਨੂੰ ਜਿਹੜੇ ਦਫ਼ਤਰ ਅਲਾਟ ਹੋਏ ਨੇ ਤੇ ਚੰਗੀਆਂ ਥਾਵਾਂ ਤੇ ਉਹਨਾਂ ਦੇ ਰਿਸਪੈਕਟਿਵ ਪਲੇਸਿਸ ਦੇ ਵਿੱਚ ਹੋਏ ਨੇ। ਬਿਹਾਰ ਦੇ ਵਿੱਚ JDU ਦਾ ਦਫ਼ਤਰ ਵੀ ਚੰਗੀ ਥਾਂ ਤੇ ਹੈ। ਤੇ ਹੁਣ ਦਿੱਲੀ ਦੇ ਵਿੱਚ ਇੱਕ ਬੜਾ ਜਾਇਜ਼ ਜਿਹਾ ਸਵਾਲ ਇਹ ਹੁੰਦਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਟੇਟ ਦੇ ਵਿੱਚ 67 MLA ਵਾਲੀ, ਹਾਲਾਂਕਿ ਹੁਣ MLA ਦਾ ਨੰਬਰ ਘੱਟ ਗਿਆ ਹੈ, ਮਗਰ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਪਿੰਗ ਮੈਜੋਰਟੀ ਦੇ ਵਿੱਚ ਪਾਰਟੀ ਆਈ ਹੈ ਸਰਕਾਰ ਦੇ ਵਿੱਚ, ਕਿ ਉਸ ਨੂੰ ਇੱਕ ਚੰਗੀ ਥਾਂ ਤੇ ਦਫ਼ਤਰ ਲੈਣ ਦਾ ਹੱਕ ਨਹੀਂ ਹੈ। ਮੇਰੇ ਖਿਆਲ ਨਾਲ ਜੇ ਕਾਨੂੰਨ ਦੇ ਵਿੱਚ ਇਹ ਨਹੀਂ ਲਿਖਿਆ, ਜੇ ਕਾਨੂੰਨ ਦੇ ਵਿੱਚ ਇਹ ਹੈ ਕਿ ਇਸ ਤਰ੍ਹਾਂ ਫੇਵਰ ਨਹੀਂ ਕੀਤਾ ਜਾ ਸਕਦਾ, ਕੋਈ ਸਪੈਸੀਫਿਕ ਪਾਰਟੀ ਦੀ ਸਰਕਾਰ ਆਪਣੀ ਪਾਰਟੀ ਨੂੰ ਦਫ਼ਤਰ ਅਲਾਟ ਕਰਨ ਦੇ ਲਈ ਫੇਵਰ ਨਹੀਂ ਕਰ ਸਕਦੀ, ਤਾਂ ਫਿਰ ਇਹ ਚੀਜ਼ਾਂ ਸਾਰੀਆਂ ਪੋਲੀਟੀਕਲ ਪਾਰਟੀ ਤੇ ਲਾਗੂ ਹੋਣੀਆਂ ਚਾਹੀਦੀਆਂ, ਨਾ ਕੇਵਲ ਇੱਕ ਸਪੈਸੀਫਿਕ ਪਾਰਟੀ ਤੇ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਮੇਰੇ ਸਾਥੀ ਪੈਨਲਿਸਟ ਇਹੀ ਗੱਲ ਕਹਿ ਰਹੇ ਸੀ। ਤੇ ਇੱਕ ਦੂਜੀ ਗੱਲ ਜਿਹੜੀ ਤੁਸੀਂ ਮੀਡੀਆ ਦੀ ਕੀਤੀ ਹੈ, ਮੀਡੀਆ ਨੇ ਜਿਹੜਾ ਹੈ ਹਮੇਸ਼ਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੇ ਨਾਲ ਜਾਇਜ਼ ਨਹੀਂ ਕਰਦੀ ਮੀਡੀਆ, ਤੇ ਇੱਥੇ ਮੈਂ ਥੋੜਾ ਜਿਹਾ ਆਮ ਆਦਮੀ ਪਾਰਟੀ ਨਾਲ ਬਿਲਕੁਲ ਡਿਸਐਗਰੀ ਕਰਦਾ ਹਾਂ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਸਦਾ ਓਰੀਜਨ ਹੀ ਮੀਡੀਆ ਦੇ ਕਰਕੇ ਹੋਇਆ ਹੈ। ਜੇ ਮੀਡੀਆ ਨਾ ਹੁੰਦਾ ਤਾਂ ਆਮ ਆਦਮੀ ਪਾਰਟੀ ਅੱਜ ਸੱਤਾ ਦੇ ਵਿੱਚ ਨਾ ਹੁੰਦੀ, ਤਾਂ ਅਰਵਿੰਦ ਕੇਜਰੀਵਾਲ ਇੰਨੇ ਵੱਡੇ ਪਬਲਿਕ ਫਿਗਰ ਹੀ ਨਾ ਬਣਦੇ। ਕਿਉਂਕਿ ਮੈਨੂੰ ਹੁਣ ਤੱਕ ਯਾਦ ਹੈ ਜਦੋਂ ਅੰਨਾ ਅੰਦੋਲਨ ਹੋਇਆ ਸੀ ਤੇ ਉਸ ਸਮੇਂ ਅੰਨਾ ਅੰਦੋਲਨ ਦੇ ਵਿੱਚ ਕਿਰਨ ਬੇਦੀ ਵੀ ਸ਼ੁਮਾਰ ਸਨ ਤੇ ਕਿਰਨ ਬੇਦੀ ਦੇ ਨਾਲ ਜਿਹੜਾ ਹੈ ਮੈਨੂੰ ਇੱਕ ਦੋ ਵਾਰ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਤੇ ਖਾਸ ਤੌਰ ਤੇ ਜਦੋਂ ਗਵਰਨਰ ਨਹੀਂ ਸਨ ਉਦੋਂ ਉਹ ਜਿਹੜਾ ਹੈ NGO ਦੇ ਨਾਲ ਜੁੜੇ ਹੋਏ ਸਨ ਤੇ ਮੂਵਮੈਂਟ ਦੇ ਨਾਲ ਖਾਸ ਤੌਰ ਤੇ ਜੁੜੇ ਹੋਏ ਸਨ। ਤੇ ਉਹਨਾਂ ਨੇ ਲੇਟਰ ਔਨ ਇਹ ਕਿਹਾ ਕਿ ਜਿਸ ਸਮੇਂ ਤੇ ਇਹ ਉਹਨਾਂ ਨੇ ਜਿਹੜਾ ਹੈ ਆਫ ਕੈਮਰਾ ਸਟੇਟਮੈਂਟ ਦਿੱਤੀ ਸੀ, ਉਹਨਾਂ ਨੇ ਕਿਹਾ ਕਿ ਜਿਸ ਸਮੇਂ ਅੰਨਾ ਦਾ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਜਿਹੜੀ ਮੀਡੀਆ ਕਵਰੇਜ ਉੱਥੇ ਮਿਲ ਰਹੀ ਸੀ ਉਸ ਨੂੰ
ਇੱਕ ਪਾਰਟੀ ਨੂੰ ਖੜਾ ਕਰਨ ਦੇ ਲਈ ਉਸ ਕਵਰੇਜ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਪਿੱਛੇ ਉਹਨਾਂ ਨੇ ਇੱਕ ਜਿਹੜਾ ਲੌਜਿਕ ਦਿੱਤਾ ਕਿ ਜਿਸ ਸਮੇਂ ਅੰਨਾ ਮੂਵਮੈਂਟ ਚੱਲ ਰਹੀ ਸੀ, ਇਹ ਉਹਨਾਂ ਦਾ ਆਰੋਪ ਸੀ ਆਫ ਕੈਮਰਾ, ਉਹ ਇਹ ਸੀ ਕਿ ਜਿਸ ਸਮੇਂ ਇਹ ਮੂਵਮੈਂਟ ਚੱਲ ਰਹੀ ਸੀ ਉਸ ਸਮੇਂ ਜਿਹੜਾ ਅਰਵਿੰਦ ਕੇਜਰੀਵਾਲ ਐਨਜੀਓ ਉਸ ਸਮੇਂ ਚਲਾ ਰਹੇ ਸਨ ਤੇ ਉਸ ਐਨਜੀਓ ਦੇ ਕੁਝ ਵॉलंटियर्स ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਭੇਜਿਆ ਗਿਆ ਤੇ ਹੋਰ ਕਈ ਸਟੇਟ ਦੇ ਵਿੱਚ ਭੇਜਿਆ ਗਿਆ ਕਿ ਇਹ ਐਡਜਸਟ ਕਰਕੇ ਆਓ, ਇਹ ਅਸੈਸਮੈਂਟ ਕਰੋ ਕਿ ਆਮ ਆਦਮੀ ਪਾर्टी या अभी उस टाइम पे नाम का नहीं सोचा गया कि ये अभी कोई पार्टी खरीदा देगा ताकि उस पार्टी के भीतर से उस स्पेसिफिक स्टेज के चांस होंगे। ये इसका मतलब जरा है और साफ है कि जरा मीडिया का इस्तेमाल पार्टी खड़ा करने के लिए किया गया और फंड भी मैं गल नहीं करूंगा, अलग किरण बेदी ये भी आरोप लगाते रहे हैं कि जो एनजीओ के फंड थे वो पार्टी जो बनाई गई पार्टी जो क्लोज की गई था उस समय ओना एनजीओ जो फंड को डाइवर्ट किया गया, मगर वो गलती ऐसे नहीं कर रहे। मगर जे असं मीडिया की गल करिए तो हर चीज बिल्कुल सीधी की गल है कि मीडिया ने नहीं बनाया, मगर जो मीडिया क्रिटिसाइज कर रहा है तो उस क्रिटिसिज्म ਨੂੰ ਲੈਣ ਦੇ ਲਈ ਆਮ ਆਦਮੀ ਪਾਰਟੀ ਅਤੇ ਉਸਦੇ ਸਿਆਸੀ ਆਗੂ ਤਿਆਰ ਨਹੀਂ ਹਨ। ਤੇ ਇਸ ਦੇ ਨਾਲ ਹੀ ਇੱਕ ਚੀਜ਼ ਮੈਂ ਹੋਰ ਇੱਥੇ ਐਡ ਕਰਨਾ ਚਾਹਾਂਗਾ ਕਿ ਅਸੀਂ ਲਗਾਤਾਰ ਆਮ ਆਦਮੀ ਪਾਰਟੀ ਦੇ ਹਫ਼ਤੇ ਦੇ ਵਿੱਚ ਮੈਂ ਇੱਕ ਸਪੈਸੀਫਿਕ ਚੈਨਲ ਦੀ ਗੱਲ ਨਹੀਂ ਕਰ ਰਿਹਾ, ਪੂਰੇ ਮੀਡੀਆ ਦੀ ਗੱਲ ਕਰ ਰਿਹਾ। ਬ੍ਰੌਡਕਾਸਟ ਮੀਡੀਆ ਆਮ ਤੌਰ ਤੇ ਜਿਹੜੀ ਡਿਬੇਟ ਆਰਗੇਨਾਈਜ਼ ਕਰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਕਰਨਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਵਿੱਚ ਇੱਦਾਂ ਕਰਨਾ। मेरे ख्याल ਨਾਲ ਸਾਨੂੰ डिबेट ਇਹਨਾਂ ਚੀਜ਼ਾਂ ਤੇ ਕੰਸੈਂਟਰੇਟ ਨਾ ਕਰਕੇ ਖੁਦ ਸਪੈਸੀਫਿਕ ਚੀਜ਼ਾਂ ਜਿਹੜੀਆਂ ਮੈਨੀਫੈਸਟੋ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਹੀਆਂ ਸਨ 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਹੀਆਂ ਸਨ ਜਾਂ ਫਿਰ ਦਿੱਲੀ ਦੇ ਵਿੱਚ ਅਸੈਂਬਲੀ ਇਲੈਕਸ਼ਨ ਲੜਨ ਦੇ ਜਿਹੜੇ ਕਹੀਆਂ ਸਨ, ਉਹਨਾਂ ਚੀਜ਼ਾਂ ਤੇ ਕੰਸੈਂਟਰੇਟ ਕਰਨਾ ਚਾਹੀਦਾ। ਜਿਹੜੀ ਐਜੂਕੇਸ਼ਨ ਦੀ ਗੱਲ ਕੀਤੀ ਸੀ, ਐਜੂਕੇਸ਼ਨ ਦਾ ਜਿਹੜਾ ਪਰਸੈਂਟੇਜ ਹੈ ਪ੍ਰਪੋਰਸ਼ਨ ਹੈ ਬਜਟ ਦੇ ਵਿੱਚ ਉਹ ਵਧਾ ਦਿੱਤਾ ਗਿਆ, ਮਗਰ ਕੀ ਉਹਨੇ ਨੰਬਰ ਜਿਹੜੇ ਕਾਲਜਿਸ ਦੇ ਨੇ ਉਹਨੇ ਸਕੂਲ ਜਿਹੜੇ ਦਾਅਵੇ ਕੀਤੇ ਗਏ ਸਨ ਕਿ ਅਸੀਂ 500 ਖੋਲਾਂਗੇ ਜਾਂ ਇਹਨੇ ਸਕੂਲ ਜਿਹੜਾ ਹੈ ਉਹ ਇਹਨੇ ਕਾਲਜਿਸ ਦਿੱਲੀ ਦੇ ਵਿੱਚ ਖੋਲਾਂਗੇ, ਕੀ ਉਹ ਸਕੂਲ ਖੁੱਲੇ ਨੇ ਜਾਂ ਨਹੀਂ ਖੁੱਲੇ ਨੇ? ਕਿਉਂਕਿ ਹੁਣ ਤੱਕ 1.5 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਹੁਣ ਤੱਕ ਮੈਨੂੰ ਤਾਂ ਨਜ਼ਰ ਨਹੀਂ ਆਇਆ ਕਿ ਐਜੂਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਵੱਡਾ ਕੋਈ ਚੇਂਜ ਆਇਆ ਹੈ। ਤੇ ਇਸ ਦੇ ਨਾਲ ਹੀ ਜਿਹੜਾ ਹੈ ਹੋਰ ਵੀ ਕਈ ਚੀਜ਼ਾਂ ਇੱਕ ਅਸੀਂ ਡਿਸਕਸ ਕਰ ਰਹੇ ਸੀ ਕਿ OBC ਕਮਿਸ਼ਨ ਦੇ ਬਾਰੇ ਜਾਂ BBC ਦੇ ਬਾਰੇ, ਦਿੱਲੀ ਡਾਇਲੋਗ ਕਮਿਸ਼ਨ ਦੇ ਬਾਰੇ। ਇਹ ਲਾਸਟ ਪੁਆਇੰਟ ਜਿਹੜਾ ਮੈਂ ਐਡ ਕਰਨਾ ਚਾਹੁੰਦਾ ਹਾਂ ਕਿ ਇਹ ਨਾ ਸਿਰਫ ਆਮ ਆਦਮੀ ਪਾਰਟੀ ਬਲਕਿ ਸਾਰੀਆਂ ਪੋਲੀਟੀਕਲ ਪਾਰਟੀ ਦੀ ਟੈਕਟਿਕਸ ਹੈ ਇੰਡੀਆ ਦੇ ਵਿੱਚ ਖਾਸ ਤੌਰ ਤੇ ਹੈ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਜੇ ਤੁਸੀਂ ਇਲੈਕਸ਼ਨ ਦੇ ਦੌਰਾਨ ਤੁਸੀਂ ਕਿਸੇ ਕੈਂਡੀਡੇਟ ਨੂੰ ਟਿਕਟ ਨਹੀਂ ਦੇ ਸਕਦੇ, ਉਹ ਤੁਹਾਡਾ ਖਾਸ ਵਿਅਕਤੀ ਹੈ ਤਾਂ ਤੁਸੀਂ ਉਸ ਨੂੰ ਸਰਕਾਰ ਬਣਨ ਤੋਂ ਬਾਅਦ ਕਿਸੇ ਨਾ ਕਿਸੇ ਕੰਪਨਸੇਟ ਕਰ ਦੇਵੋ ਤੇ ਕਰਨਾ ਹੀ ਪਏਗਾ ਕਿਉਂਕਿ ਜੇ ਤੁਹਾਨੂੰ ਪਾਰਟੀ ਨੂੰ ਅੱਗੇ ਵਧਾਉਣਾ ਹੈ। ਤਾਂ ਇਸੇ ਕਰਕੇ ਦਿੱਲੀ ਦੇ ਵਿੱਚ ਵੀ ਕੁਝ ਅਜਿਹਾ ਹੋਇਆ, ਆਮ ਆਦਮੀ ਪਾਰਟੀ ਨੇ ਦੋਨਾਂ ਪਾਰਟੀਆਂ ਤੋਂ ਵੱਖ ਹੋ ਕੇ ਪਾਰਟੀ ਦੇ ਡਿਫਰੈਂਸ ਹੋ ਕੇ ਕੁਝ ਨਹੀਂ ਕੀਤਾ। ਜੇ OBC ਕਮਿਸ਼ਨ ਦੀ ਗੱਲ ਕਰੀਏ ਤਾਂ ਉੱਥੇ ਵੀ ਆਪਣੇ ਇੱਕ ਕੈਂਡੀਡੇਟ ਨੂੰ ਜੋ ਕਿ ਟਿਕਟ ਦੇ ਚਾਹਵਾਨ ਸਨ ਉਹਨਾਂ ਨੂੰ ਬਿਠਾ ਦਿੱਤਾ ਗਿਆ ਤੇ ਹੋਰ ਵੀ ਕਈ ਵੱਖਰੇ ਕਮਿਸ਼ਨ ਜਿਹੜੇ ਹਨ ਦਿੱਲੀ ਸਰਕਾਰ ਦੇ ਅਧੀਨ ਜਿਹੜੇ ਕੰਮ ਕਰਦੇ ਨੇ, ਚਾਹੇ ਉਹ ਵਿਮਨ ਕਮਿਸ਼ਨ ਦੀ ਗੱਲ ਕਰੀਏ, ਦਿੱਲੀ ਕਮਿਸ਼ਨ ਫॉर ਵੂਮਨ ਦੀ, ਉਸ ਦੇ ਵਿੱਚ ਵੀ ਜਿਹੜੇ ਆਪਣੇ ਖਾਸ ਲੋਕਾਂ ਨੂੰ ਬਿਠਾ ਦਿੱਤਾ ਗਿਆ। ਮਗਰ ਇੱਥੇ ਸਵਾਲ ਉਹੀ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ ਅਜਿਹਾ ਨਹੀਂ ਹੋਇਆ, ਕਿ BJP ਸਰਕਾਰ ਦੇ ਵਿੱਚ ਅਜਿਹਾ ਨਹੀਂ ਹੋਇਆ, ਕਿ ਹੋਰ ਕਿਸੇ ਸਟੇਟ ਦੇ ਵਿੱਚ ਹੋਰ ਕੋਈ ਸਰਕਾਰ ਅਜਿਹਾ ਨਹੀਂ ਕਰਦੀ। ਕਿਉਂਕਿ ਐਗਜ਼ਾਮਪਲ ਦੇਣ ਤੇ ਆ ਜਾਣ ਅਸੀਂ ਜੇ ਐਗਜ਼ਾਮਪਲ ਜਿਹੜੀਆਂ ਸ਼ੁਰੂ ਕਰ ਦੇਂਗੇ ਕਿ ਮੇਰੇ ਖਿਆਲ ਇਹ ਡਿਬੇਟ ਦਾ ਸਮਾਂ ਬਹੁਤ ਜ਼ਿਆਦਾ ਐਕਸਟੈਂਡ ਕਰਨਾ ਪਏਗਾ। ਇਸ ਕਰਕੇ ਅਸੀਂ ਜੀ ਇੱਥੇ ਖਤਮ ਕਰਾਂਗਾ ਤੇ ਇਹ ਬਿਲਕੁਲ ਐਡ ਆਨ ਕਰਨਾ ਚਾਹਾਂਗਾ ਕਿ ਸਾਨੂੰ ਹਰ ਚੀਜ਼ ਨੂੰ ਵੀ ਵਿਲ ਹੈਵ ਟੂ ਟੇਕ ਇਟ ਵਿਦ ਅ ਪਿੰਚ ਆਫ ਸੌਲਟ ਕਿ ਸਾਰੀਆਂ ਪੋਲੀਟੀਕਲ ਪਾਰਟੀ ਜਿਹੜਾ ਹੈ ਇੱਕ ਸਪੈਸੀਫਿਕ ਲਾਈਨ ਤੇ ਚੱਲਣ। ਜੇ ਅਸੀਂ ਕਰਪਸ਼ਨ ਦੀ ਗੱਲ ਕਰ ਰਹੇ ਤਾਂ ਉਸ ਕਰਪਸ਼ਨ ਦੀ ਗੱਲ ਸਾਨੂੰ ਕਾਂਗਰਸ ਦੇ ਬਾਰੇ, BJP ਦੇ ਬਾਰੇ, ਲੈਫਟਿਸਟ ਦੇ ਬਾਰੇ, JDU ਦੇ ਬਾਰੇ, ਹੋਰਨਾਂ ਪੋਲੀਟੀਕਲ ਪਾਰਟੀ ਦੇ ਬਾਰੇ ਵੀ ਕਰਨੀ ਚਾਹੀਦੀ ਹੈ। ਨੈਪੋਟਿਜ਼ਮ ਦੀ ਗੱਲ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀ ਦੇ ਬਾਰੇ ਕਰਨੀ ਚਾਹੀਦੀ ਹੈ। ਤੇ BJP ਦੀ ਗੱਲ ਮੈਂ ਇੱਥੇ ਐਡ ਆਨ ਕਰਨਾ ਚਾਹਾਂਗਾ ਕਿ ਸੈਂਟਰਲ ਮਹਿਕਮਿਆਂ ਦੇ ਵਿੱਚ ਜਿਹੜੀਆਂ ਕੁਝ ਪੋਸਟ ਨੇ, ਜਿਹੜੀਆਂ ਕਈ ਮਹਿਕਮਿਆਂ ਦੇ ਵਿੱਚ ਚੇਅਰਪਰਸਨ ਦੀਆਂ ਪੋਸਟ ਨੇ, ਅੱਜ ਦੀ ਤਾਰੀਖ ਦੇ ਵਿੱਚ ਇਹ ਆਰੋਪ ਲੱਗੇ ਨੇ ਕਿ ਜਿਹੜਾ ਵੀ ਵਿਅਕਤੀ ਇਸ ਪੋਸਟ ਤੇ ਜਾਣਾ ਚਾਹੁੰਦਾ ਹੈ ਸੈਂਟਰਲ ਦੇ ਮਹਿਕਮਿਆਂ ਦੇ ਵਿੱਚ ਤਾਂ ਤੁਸੀਂ ਸੰਘ ਤੋਂ ਅਪਰੂਵ ਕਰਵਾ ਕੇ ਲਿਆਓ ਤੇ ਜੇ ਸੰਘ ਤੋਂ ਤੁਹਾਨੂੰ ਇਹ ਅਨਡਾਕੂਮੈਂਟਡ ਅਪਰੂਵਲ ਹੈ ਤੇ ਜੇ ਇਹ ਅਨਡਾਕੂਮੈਂਟਡ ਅਪਰੂਵਲ ਤੁਹਾਡੀ ਹੋ ਗਈ ਤਾਂ ਉਸ ਤੋਂ ਬਾਅਦ ਤੁਸੀਂ ਚੇਅਰਮੈਨ ਦੇ ਅਹੁਦੇ ਤੇ ਆਰਾਮ ਨਾਲ ਬੈਠ ਜਾਓਗੇ। ਕੋਈ ਤੁਹਾਡੀ ਜਿਹੜੀ ਅਪਾਇੰਟਮੈਂਟ ਹੈ ਉਸ ਨੂੰ ਰੋਕ ਨਹੀਂ ਸਕਦਾ। ਤੇ ਨੈਪੋਟਿਜ਼ਮ ਇਜ਼ ਐਵਰੀਵੇਅਰ ਤੇ ਇਸ ਤਰ੍ਹਾਂ ਦੇ ਆਰੋਪ ਜਿਹੜਾ ਹੈ ਆਮ ਤੌਰ ਤੇ ਲੱਗਦੇ ਰਹਿੰਦੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖੀਏ। ਅਸੀਂ ਇੱਥੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ।